ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤਿਹ ਮੰਦਰ। ਰਤਨ ਕੋਠੜੀ ਖੁੱਲੀ ਅਨੂਪਾ, ਕਬੀਰ ਐਸੀ ਹੋਏ ਪਰੀ। ਮਨ ਕੋ ਭਾਵਤ ਕੀਨ, ਮਰਨੇ ਤੇ ਕਿਆ ਡਰਪਨਾ। ਜਬ ਹਾਥ ਸਿਧੌਰਾ ਲੀਨ, ਕਬੀਰ ਜਿਸ ਮਰਨੇ ਤੇ ਜਗ ਡਰੈ। ਮੇਰਾ ਮਨ ਆਨੰਦ, ਮਰਨੇ ਹੀ ਤੇ ਪਾਈਐ। ਪੂਰਨ ਪਰਮਾਨੰਦ, ਪੰਜ ਪਿਆਲੇ ਪੰਜ ਪੀਰ। ਛਠਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੈ, ਮੂਰਤ ਹਰ ਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਨ ਵਾਰੋ ਵਾਰੀ। ਦਲ ਭੰਜਨ ਗੁਰ ਸੂਰਮਾ, ਬੜ ਜੋਧਾ ਬਹੁ ਪਰ ਉਪਕਾਰੀ। ਮੂਕ ਊਚਰੈ ਸਾਸਤਰ ਖਟ, ਪਿੰਗ ਗਿਰਨ ਚੜ੍ਹ ਜਾਏ। ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਅਮੇ ਦ੍ਰਿਸ਼ਟ ਸੁਭ ਕਰੈ, ਹਰੈ ਅਗ ਪਾਪ ਸਕਲ ਮਲ। ਕਾਮ ਕ੍ਰੋਧ ਅਰ ਲੋਭ ਮੋਹ, ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ, ਦੁਖ ਸੰਸਾਰਹਿ ਖੋਵੈ। ਗੁਰ ਨਵ ਨਿਧ ਦਰਿਆਓ, ਜਨਮ ਹਮ ਕਾਲਖ ਧੋਵੈ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਭਾਂਗ ਮਾਛਲੀ ਸੁਰਾਪਾਨ, ਜੋ ਜੋ ਪ੍ਰਾਨੀ ਖਾਹੇ। ਤੀਰਥ ਬਰਤ ਨੇਮ ਕੀਏ, ਤੇ ਸਭੈ ਰਸਾਤਲ ਜਾਹੇ। ਕਬੀਰ ਭਾਂਗ ਮਾਛਲੀ ਸੁਰਾਪਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ
ਕਰੁਣਾ ਨਿਧਾਨ ਅੰਤਰਜਾਮੀ, ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਗੁਰੂ ਗਰੀਬ ਨਵਾਜ ਜੀ ਦੀ ਅਪਾਰ ਕਿਰਪਾ ਰਹਿਮਤ ਸਦਕਾ ਹਫ਼ਤਾਵਾਰੀ ਐਤਵਾਰ ਦੇ ਦੀਵਾਨ ਸਜ ਰਹੇ ਹਨ। ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ, ਆਪ ਗੁਰੂ ਦਰਬਾਰਾਂ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰ ਰਹੇ ਹੋ। ਸਾਧ ਸੰਗਤ ਹੋਏ ਨਿਰਮਲਾ, ਕਟਿਆ ਜਮ ਕੀ ਫਾਸ। ਸੁਖ ਦਾਤਾ ਪੈ ਭੰਜਨੋ, ਤਿਸ ਆਗੈ ਕਰ ਅਰਦਾਸ। ਮਿਹਰ ਕਰੇ ਜਿਸ ਮਿਹਰਬਾਨ, ਤਾਂ ਕਾਰਜ ਆਵੈ ਰਾਸ। ਗੁਰੂ ਕੀ ਸਾਧ ਸੰਗਤ ਕਰਨ ਦਾ ਇੰਨਾ ਵੱਡਾ ਮਹਾਤਮ ਹੈ। ਸਭ ਕਾਰਜ ਰਾਸ ਆ ਜਾਂਦੇ ਨੇ। ਜਿੰਨੇ ਵੀ ਜੀਵਨ ਦੇ ਵਿੱਚ ਰੁਕਾਵਟਾਂ ਵਿਘਨ ਬਣੇ ਹੁੰਦੇ ਨੇ, ਉਹ ਨਾਸ਼ ਹੋ ਜਾਂਦੇ ਨੇ। ਸੱਚੇ ਪਾਤਸ਼ਾਹ ਪੂਰੇ ਸਤਿਗੁਰੂ ਜੀ ਅੱਗੇ ਜਦੋਂ ਗੁਰੂ ਕਾ ਸਿੱਖ ਸਾਧ ਸੰਗਤ ਵਿੱਚ ਜੁੜੇ, ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰੇ, ਫਿਰ ਗਰੀਬ ਨਵਾਜ ਕਿਰਪਾ ਕਰਦੇ ਨੇ। ਕਟਿਆ ਜਮ ਕੀ ਫਾਸ, ਉਸ ਦੀ ਜੋ ਜਮਾਂ ਦੀ ਫਾਹੀ ਉਹ ਕੱਟੀ ਜਾਂਦੀ ਹੈ। ਉਹ ਮੁਕਤੀ ਦੇ ਰਾਹ ਦਾ ਪਾਂਧੀ ਬਣ ਜਾਂਦਾ ਹੈ। ਤੋ ਆਪ ਐਸੇ ਵਡਭਾਗੀ ਹੋ, ਗੁਰੂ ਕੀ ਸਾਧ ਸੰਗਤ ਵਿੱਚ ਹਾਜ਼ਰੀ ਭਰ ਕੇ ਜੀਵਨ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਕਿਰਪਾ ਸਦਕਾ ਹਫ਼ਤੇ ਦੇ ਵਿੱਚ ਬਹੁਤ ਦਿਹਾੜੇ ਲੰਘ ਕਰ ਗਏ ਹਨ। ਆਪ ਗੁਰੂ ਕੀ ਸੰਗਤ ਨੇ ਵੀਰਵਾਰ ਵਾਲੇ ਦਿਨ ਦੀਪਮਾਲਾ ਕਰਕੇ ਦੀਵਾਲੀ ਦੀਆਂ ਖੁਸ਼ੀਆਂ ਮਨਾਈਆਂ ਸਨ। ਸ਼ੁੱਕਰਵਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਬੰਦੀ ਛੋੜ ਸਤਿਗੁਰੂ ਗਰੀਬ ਨਵਾਜ ਜੀ ਦੇ ਚਰਨ ਸਪਰਸ਼ ਕੀਤੇ ਸਨ। ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਸਰਵਣ ਕੀਤਾ ਸੀ, ਕਿਉਂਕਿ ਇਹਨਾਂ ਦੇਸ਼ਾਂ ਦੇ ਵਿੱਚ ਰੁਝਾਨ ਹੁੰਦੇ ਨੇ। ਇਸ ਕਰਕੇ ਜਿਹੜੇ ਮੁੱਖ ਦੀਵਾਨ ਹਨ ਉਹ ਐਤਵਾਰ ਵਾਲੇ ਦਿਨ ਹੀ ਸਜਾਏ ਜਾਂਦੇ ਹਨ। ਇਸ ਕਰਕੇ ਅੱਜ ਆਪ ਜੀ ਕਿਰਪਾ ਕਰਕੇ ਸਤਿਗੁਰੂ ਸਾਹਿਬ ਜੀ ਦਾ ਇਤਿਹਾਸ ਸਰਵਣ ਕਰੋ। ਪਹਿਲਾਂ ਬੇਨਤੀ ਕਰ ਦੇਵਾਂ ਕਿ ਦੀਵਾਲੀ ਦਾ ਪਿਛੋਕੜ ਕੀ ਹੈ, ਕਿਉਂਕਿ ਕਈ ਗੁਰਮੁਖਾਂ ਦਾ ਵਿਚਾਰ ਹੈ ਕਿ ਇਸ ਨੂੰ ਦੀਵਾਲੀ ਨਹੀਂ ਕਹਿਣਾ ਚਾਹੀਦਾ, ਇਹ ਬੰਦੀ ਛੋੜ ਦਿਵਸ ਹੈ। ਤੋ ਭਾਈ, ਜੋ ਪੁਰਾਤਨ ਹੁਕਮਨਾਮੇ ਸਾਹਿਬ ਮਿਲਦੇ ਹਨ, ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੁਕਮਨਾਮਾ ਸਾਹਿਬ ਲਿਖਿਆ ਮਿਲਦਾ ਹੈ। ਫਿਰ 10ਵੇਂ ਪਾਤਸ਼ਾਹ ਗੁਰੂ ਕਲਗੀਧਰ ਸਾਹਿਬ ਜੀ ਦਾ ਹੁਕਮਨਾਮਾ ਸਾਹਿਬ ਲਿਖਿਆ ਮਿਲਦਾ ਹੈ। ਉਸ ਹੁਕਮਨਾਮੇ ਸਾਹਿਬ ਵਿੱਚ ਸੱਚੇ ਪਾਤਸ਼ਾਹ ਜੀ ਸਪਸ਼ਟ ਕਹਿ ਰਹੇ ਹਨ, ਦਸਾਂ ਨੌਹਾਂ ਦੀ ਕੀਰਤ ਕਰਨੀ ਅਤੇ ਦੀਵਾਲੀ ਕੇ ਪੁਰਬ ਪਰ ਗੁਰੂ ਕੀ ਸਾਧ ਸੰਗਤ ਮਹਿ ਆਵਨਾ। ਇਹ ਬੋਲ ਲਿਖੇ ਹੋਏ ਹਨ, ਇਹ ਲਿਖਤ ਆਉਂਦੀ ਹੈ ਹੁਕਮਨਾਮਾ ਸਾਹਿਬਾਂ ਦੀ। ਸੱਚੇ ਪਾਤਸ਼ਾਹ ਜੀ ਇਹਨਾਂ ਤਿਉਹਾਰਾਂ ਨੂੰ ਆਪ ਮਨਾਉਂਦੇ ਸਨ, ਪਰ ਗਰੀਬ ਨਵਾਜ ਜੀ ਕਿਉਂ ਇਹਨਾਂ ਤਿਉਹਾਰਾਂ ਨੂੰ ਮਨਾਇਆ, ਕਿਉਂ ਸਤਿਗੁਰੂ ਜੀ ਨੇ ਇਹਨਾਂ ਤਿਉਹਾਰਾਂ 'ਤੇ ਗੁਰੂ ਕੀ ਸਾਧ ਸੰਗਤ ਵਿੱਚ ਆਉਣ ਦਾ ਉਪਦੇਸ਼ ਬਖਸ਼ਿਸ਼ ਕੀਤਾ, ਇਸ ਨੂੰ ਜਾਣਨ ਦੇ ਲਈ ਜੋ ਦੀਵਾਲੀ ਦਾ ਪਿਛੋਕੜ ਹੈ, ਜੋ ਭਾਰਤ ਵਰਸ਼ ਦੀ ਧਰਤੀ ਦੇ ਉੱਤੇ ਜੋ ਇਤਿਹਾਸ ਬੀਤਿਆ ਹੈ, ਉਸ ਨੂੰ ਜਾਣਨਾ ਪਵੇਗਾ। ਅਸੀਂ ਤਾਂ ਨਹੀਂ ਜ਼ਿਕਰ ਕਰਦੇ ਕਿ ਸ਼ਾਇਦ ਸ਼੍ਰੀ ਰਾਮ ਚੰਦਰ ਜੀ ਨੂੰ ਮੰਨਣ ਵਾਲੇ ਹਾਂ, ਜ਼ਰੂਰ ਸਤਿਕਾਰਯੋਗ ਅਵਤਾਰ ਹਨ, ਪਰ ਗੁਰੂ ਕਾ ਖਾਲਸਾ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਇਸ਼ਟ ਦੇਵ ਮੰਨਦਾ ਹੈ। ਸੱਚੇ ਪਾਤਸ਼ਾਹ ਜੀ ਦੇ ਅੱਗੇ ਹੀ ਕੇਵਲ ਸੀਸ ਝੁਕਾਉਂਦਾ ਹੈ। ਪੰਜ ਪਿਆਰੇ ਸਿੰਘ ਸਾਹਿਬਾਨ ਇਹ ਸਿੱਖਿਆ ਦ੍ਰਿੜ ਕਰਾਉਂਦੇ ਹਨ, ਅੰਮ੍ਰਿਤ ਛਕਾ ਕੇ ਇਹ ਸਿੱਖਿਆ ਬਖਸ਼ਦੇ ਹਨ, ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਦੇ। ਤੋ ਸਾਡੇ ਇਸ਼ਟ ਦੇਵ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਹਨ।
ਪਰ ਇਸ ਪਿਛੋਕੜ ਨੂੰ ਜਾਣਨ ਦੇ ਲਈ ਪੁਰਾਤਨ ਇਤਿਹਾਸ ਪੜ੍ਹਨਾ ਪੈਂਦਾ ਹੈ। ਜਿਵੇਂ ਗੁਰ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਆਪਣੀ ਅਮਰ ਰਚਨਾ ਸ੍ਰੀ ਦਸਮ ਗ੍ਰੰਥ ਵਿੱਚ ਰਾਮਾ ਅਵਤਾਰ ਵਰਣਨ ਕੀਤਾ ਹੈ। ਸ੍ਰੀ ਰਾਮਚੰਦਰ ਜੀ ਦਾ ਜੋ ਜਨਮ ਕੌਤਕ ਹੈ, ਜੀਵਨ ਕੌਤਕ, ਉਹ ਪ੍ਰਸੰਗ ਲਿਖਿਆ ਹੈ। ਉਸ ਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਹਨ, ਜੋ ਉਸ ਤੋਂ ਪੜ੍ਹ ਕੇ ਪਤਾ ਲੱਗਦਾ ਹੈ ਕਿ ਸਿੱਖੀ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਕੀ ਵਿਲੱਖਣ, ਕੀ ਵੱਖਰਾ ਬਖਸ਼ਿਸ਼ ਕੀਤਾ ਹੈ। ਸਿੱਖੀ ਦੇ ਵਿੱਚ ਵਿਲੱਖਣਤਾ ਕਿਵੇਂ ਹੈ ਸਨਾਤਨ ਮਤ ਨਾਲੋਂ। ਸੱਚੇ ਪਾਤਸ਼ਾਹ ਮਹਾਰਾਜ ਗੁਰਦੇਵ ਲਿਖਦੇ ਹਨ ਕਿ ਜੋ ਦਸ਼ਰਥ ਰਾਜਾ ਸ੍ਰੀ ਰਾਮਚੰਦਰ ਜੀ ਦਾ ਪਿਤਾ ਹੋਇਆ, ਇਹ ਬਹੁਤ ਦਿਗਵਜਈ ਰਾਜਾ ਸੀ। ਇਸ ਨੇ ਦੇਸ਼ ਦੇਸ਼ਾਂਤਰ ਸਭ ਜਿੱਤ ਲਏ ਸਨ। ਜਦ ਇੱਕ ਵਕਤ ਇਹ ਯੁੱਧ ਕਰ ਰਿਹਾ ਸੀ ਦੈਂਤਾਂ ਦੇ ਖਿਲਾਫ, ਇਸ ਦਾ ਰਥਵਾਹੀ ਮਾਰਿਆ ਗਿਆ। ਉਸ ਵਕਤ ਇਸ ਦੀ ਰਾਣੀ ਜੋ ਕਿ ਕਈ, ਉਸ ਨੇ ਬੜੀ ਸੋਹਣੀ ਇਸ ਦੀ ਰਥਵਾਹਣ ਬਣ ਕੇ ਅਗਵਾਈ ਕੀਤੀ। ਜਿੱਥੇ ਇਸ ਨੇ ਯੁੱਧ ਦੇ ਵਿੱਚ ਜਾਣਾ ਚਾਹਿਆ, ਉੱਥੇ ਹੀ ਕਿ ਕਈ ਨੇ ਰੱਥ ਫੇਰ ਕੇ ਇਸ ਦੀ ਜਿੱਤ ਕਰਾਈ। ਰਾਜੇ ਨੇ ਖੁਸ਼ ਹੋ ਕੇ ਦਸ਼ਰਥ ਨੇ ਕਿ ਕਈ ਨੂੰ 2 ਵਾਰ ਮੰਗਣ ਲਈ ਕਿਹਾ। ਤਾਂ ਉਸ ਵਕਤ ਰਾਜਿਆਂ ਦੇ ਵਿੱਚ ਪਰੰਪਰਾ ਹੋਇਆ ਕਰਦੀ ਸੀ ਕਿ ਜੋ ਵਰ ਦੇ ਦਿੰਦੇ ਸਨ ਬਚਨ, ਉਸ ਨੂੰ ਵਾਪਸ ਨਹੀਂ ਸੀ ਕਦੇ ਲੈਂਦੇ। ਕਿ ਕਈ ਨੇ ਉਸ ਵਕਤ ਕਿਹਾ ਕਿ ਹੁਣ ਨਹੀਂ ਹੈ ਵਕਤ ਬਚਨ ਪੂਰੇ ਕਰਨ ਦਾ, ਇਸ ਕਰਕੇ ਬਾਅਦ ਵਿੱਚ ਜਦੋਂ ਸਮਾਂ ਆਇਆ ਤਾਂ ਮੈਂ ਆਪਣੀ ਇੱਛਾ ਜੋ ਬਚਨ ਹੈ ਉਹ ਤੁਹਾਡੇ ਕੋਲ ਜ਼ਰੂਰ ਮੰਗ ਲਵਾਂਗੀ। ਇਸੇ ਹੀ ਪ੍ਰਕਾਰ ਜੰਗਲ ਦੇ ਵਿੱਚ ਰਾਜਾ ਦਸ਼ਰਥ ਸ਼ਿਕਾਰ ਕਰਨ ਦੇ ਲਈ ਨਿਕਲਿਆ। ਜੋ ਇੱਕ ਰਿਸ਼ੀ ਮੁਨੀ ਸਨ, ਦੋਵੇਂ ਪਤੀ ਸਤੀ, ਉਹਨਾਂ ਦਾ ਪੁੱਤਰ ਸਰਵਣ ਜੋ ਉਹਨਾਂ ਦੀ ਸੇਵਾ ਕਰਦਾ ਸੀ। ਸਰਵਣ ਦੇ ਮਾਤਾ ਪਿਤਾ ਜੋ ਮੁਨੀ ਸਨ ਉਹ ਅੰਨ੍ਹੇ ਸਨ। ਜਦੋਂ ਸਰਵਣ ਉਹਨਾਂ ਦੇ ਲਈ ਜਲ ਭਰਨ ਲਈ ਗਿਆ, ਰਾਜਾ ਦਸ਼ਰਥ ਸ਼ਬਦ ਭੇਦੀ ਬਾਣ ਦੀ ਵਿੱਦਿਆ ਜਾਣਦਾ ਸੀ। ਜਦ ਸਰਵਣ ਨੇ ਜਲ ਦੇ ਵਿੱਚ ਲੋਟਾ ਡੁਬੋਇਆ, ਉਸ ਦੀ ਡੁਬਕ ਡੁਬਕ ਦੀ ਆਵਾਜ਼ ਆਈ ਤਾਂ ਉਸ ਨੇ ਸ਼ਾਇਦ ਸੋਚਿਆ ਕੰਨਾਂ ਦੇ ਨਾਲ ਸੁਣ ਕੇ ਦਸ਼ਰਥ ਨੇ ਕਿ ਹਿਰਨ ਪਾਣੀ ਪੀ ਰਿਹਾ ਹੈ। ਉਸ ਨੇ ਤੀਰ ਛੱਡ ਦਿੱਤਾ। ਜਦੋਂ ਅੱਗੇ ਜਾ ਕੇ ਦੇਖਿਆ, ਬੜਾ ਮਨ ਦੇ ਵਿੱਚ ਪਛਤਾਵਾ ਲੱਗਾ ਕਿ ਮੈਂ ਤਾਂ ਇੱਕ ਮਨੁੱਸ਼ਰ ਨੂੰ ਮਾਰ ਦਿੱਤਾ ਹੈ, ਭਗਤੀ ਕਰਨ ਵਾਲੇ ਨੂੰ ਮਾਰ ਦਿੱਤਾ ਹੈ। ਉਸ ਸਰਵਣ ਦੇ ਅਖੀਰਲੇ ਬੋਲ ਸਨ ਕਿ ਮੇਰੇ ਮਾਤਾ ਪਿਤਾ ਅਸਮਰੱਥ ਹਨ, ਅੰਨ੍ਹੇ ਹਨ। ਹੇ ਰਾਜਨ, ਉਹਨਾਂ ਨੂੰ ਜਾ ਕੇ ਜ਼ਰੂਰ ਜਲ ਛਕਾਈ। ਤੋ ਇਸੇ ਹੀ ਪ੍ਰਕਾਰ ਰਾਜਾ ਦਸ਼ਰਥ ਧਰਮੀ ਸੀ। ਉਸ ਥਾਂ ਤੋਂ ਉਹ ਦੌੜਿਆ ਨਹੀਂ, ਆਪਣਾ ਪਾਪ ਨਹੀਂ ਉਸਨੇ ਛੁਪਾਇਆ, ਬਲਕਿ ਉਹ ਜਲ ਦਾ ਲੋਟਾ ਭਰ ਕੇ ਦਸ਼ਰਥ ਦੇ ਜੋ ਸਰਵਣ ਦੇ ਮਾਤਾ ਪਿਤਾ ਸਨ ਉਹਨਾਂ ਦੇ ਕੋਲ ਦਸ਼ਰਥ ਲੈ ਕਰ ਆਇਆ। ਉਹਨਾਂ ਨੇ ਉਸ ਦੀ ਪੈੜ ਤੋਂ ਹੀ ਪਛਾਣ ਲਿਆ ਕਿ ਸਾਡਾ ਪੁੱਤਰ ਨਹੀਂ ਹੈ। ਉਸ ਵਕਤ ਉਹਨਾਂ ਦਾ ਸ਼ਰਾਪ ਹੋਇਆ ਕਿ ਜਿਵੇਂ ਅਸੀਂ ਆਪਣੇ ਪੁੱਤਰ ਵਿਜੋਗ ਦੇ ਵਿੱਚ ਚੜ੍ਹਾਈ ਕਰਾਂਗੇ, ਹੇ ਰਾਜਾ ਦਸ਼ਰਥ, ਤੈਨੂੰ ਵੀ ਇੱਕ ਦਿਨ ਆਪਣੇ ਪੁੱਤਰ ਵਿਜੋਗ ਦੇ ਵਿੱਚ ਚੜ੍ਹਾਈ ਕਰਨੀ ਪਵੇਗੀ, ਤੈਨੂੰ ਵੀ ਮੌਤ ਕਬੂਲਣੀ ਪਵੇਗੀ, ਤੇਰੀ ਮੌਤ ਹੋਵੇਗੀ ਪੁੱਤਰ ਵਿਜੋਗ ਦੇ ਵਿੱਚ। ਤੋ ਇਸੇ ਹੀ ਤਰ੍ਹਾਂ ਸਮਾਂ ਪੈ ਕੇ ਦਸ਼ਰਥ ਦੇ ਘਰ 4 ਸਾਹਿਬਜ਼ਾਦਿਆਂ ਕੁਮਾਰਾਂ ਦਾ ਜਨਮ ਹੋਇਆ। ਸ੍ਰੀ ਰਾਮਚੰਦਰ ਜੀ, ਲਛਮਣ ਜੀ, ਭਰਤ ਜੀ, ਸ਼ਤਰੂਘਨ ਜੀ। ਇਹ ਬੜੇ ਧਰਮੀ ਅਤੇ ਸੂਰਬੀਰ ਹੋਏ। ਜਦੋਂ ਸ੍ਰੀ ਰਾਮਚੰਦਰ ਜੀ ਦਾ ਵਕਤ ਆਇਆ ਰਾਜ ਗੱਦੀ ਉੱਤੇ ਸਿੰਘਾਸਣ ਉੱਤੇ ਬੈਠਣ ਦਾ, ਕਿ ਕਈ ਨੇ ਚਾਹਿਆ, ਕਿਉਂਕਿ ਦਸ਼ਰਥ ਜੀ ਦੀਆਂ 3 ਰਾਣੀਆਂ ਸਨ, ਕਿ ਕਈ ਨੇ ਚਾਹਿਆ ਕਿ ਮੇਰੇ ਪੁੱਤਰ ਭਰਤ ਨੂੰ ਰਾਜ ਪ੍ਰਾਪਤ ਹੋਵੇ। ਉਸ ਨੇ ਜੋ ਪਹਿਲੇ 2 ਬਚਨ ਸਨ ਉਸ ਵਕਤ ਮੰਗ ਲਏ। ਉਸ ਨੇ ਉਸ ਵਕਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉੱਥੇ ਇਸਤਰੀ ਚਰਿੱਤਰ ਲਿਖਦੇ ਹਨ ਕਿ ਜੇ ਇਸਤਰੀ ਚਾਹੇ ਪੁਰਸ਼ ਦੇ ਵਿੱਚ ਬਲ ਭਰ ਕੇ ਉਸ ਨੂੰ ਸੂਰਬੀਰ ਯੋਧਾ ਵੀ ਬਣਾ ਸਕਦੀ ਹੈ, ਅਤੇ ਜੇ ਇਸਤਰੀ ਚਾਹੇ ਅਧਰਮ ਦਾ ਕਾਰਜ ਕਰਕੇ ਆਪਣੇ ਮਰਦ ਕੋਲੋਂ ਸ਼ਕਤੀ ਵੀ ਖੋ ਸਕਦੀ ਹੈ। ਤੋ ਇਸੇ ਹੀ ਤਰ੍ਹਾਂ ਉਸ ਨੇ ਦਸ਼ਰਥ ਕੋਲੋਂ ਉਸ ਵਕਤ 2 ਵਾਰ ਮੰਗੇ। ਇੱਕ ਤਾਂ
ਸ੍ਰੀ ਰਾਮਚੰਦਰ ਨੂੰ 14 ਵਰ੍ਹੇ ਦਾ ਬਨਵਾਸ ਜੰਗਲ ਦੇ ਵਿੱਚ ਭੇਜ ਦਿੱਤਾ ਜਾਵੇ ਅਤੇ ਦੂਸਰਾ ਉਸ ਦੇ ਪੁੱਤਰ ਭਰਤ ਨੂੰ ਰਾਜ ਸਿੰਘਾਸਨ ਦਿੱਤਾ ਜਾਵੇ। ਰਾਜਾ ਦਸ਼ਰਥ ਨੇ ਬਥੇਰਾ ਸਮਝਾਇਆ, ਹੇ ਰਾਣੀ, ਤੂੰ ਮੇਰੇ ਪ੍ਰਾਣਾਂ ਦੀ ਦੁਸ਼ਮਣ ਬਣੀ ਪਈ ਹੈ। ਇਹ ਵਰ ਨਾ ਮੰਗ, ਹੋਰ ਜਿੰਨਾ ਮਰਜ਼ੀ ਜੋ ਮਰਜ਼ੀ ਮੰਗ ਲਾ। ਜੇ ਸਾਰੀ ਸ੍ਰਿਸ਼ਟੀ ਦਾ ਰਾਜ ਮੰਗਦੀ ਹੈ ਤਾਂ ਉਹ ਵੀ ਮੈਂ ਆਪਣੀਆਂ ਫੌਜਾਂ ਚੜ੍ਹਾ ਕੇ ਜਿੱਤ ਕੇ ਤੈਨੂੰ ਦੇ ਦਿੰਦਾ ਹਾਂ, ਪਰ ਇਹ ਵਰ ਨਾ ਮੰਗ। ਪਰ ਬਚਨ ਦੇ ਪੂਰੇ ਹੁੰਦੇ ਹਨ ਰਾਜੇ, ਬਚਨ ਦੇ ਵਿੱਚ ਬੱਧੇ ਹੁੰਦੇ ਹਨ। ਰਘੂਕੁਲ ਰੀਤ ਚਲੀ ਇਹ ਆਈ, ਸੀਸ ਦੀਆ ਪਰ ਬਚਨ ਨਾ ਜਾਈ। ਇਹ ਜਿਹੜੀ ਰਘੂਵੰਸ਼ ਦੀ ਰੀਤੀ ਹੈ, ਮਰਿਆਦਾ ਹੈ ਕਿ ਉਹਨਾਂ ਦਾ ਸਿਰ ਵੀ ਚਲਿਆ ਜਾਂਦਾ ਸੀ ਪਰ ਉਹ ਆਪਣੇ ਬਚਨ ਤੋਂ ਨਹੀਂ ਸੀ ਫਿਰਦੇ। ਐਸੇ ਧਰਮੀ ਰਾਜੇ ਹੋਏ ਨੇ। ਤੋ ਇਸੇ ਹੀ ਤਰ੍ਹਾਂ ਹੋਇਆ ਜਦੋਂ ਸ੍ਰੀ ਰਾਮਚੰਦਰ ਜੀ, ਲਛਮਣ ਅਤੇ ਸੀਤਾ ਇਹਨਾਂ ਨੂੰ ਬਨੋਵਾਸ ਮਿਲਿਆ। ਤੋ ਇੱਥੇ ਵੀ ਸਤਿਗੁਰੂ ਜੀ ਦੇ ਖਾਲਸੇ ਦੀ ਵਿਲੱਖਣਤਾ ਪ੍ਰਗਟ ਹੁੰਦੀ ਹੈ। ਦਸ਼ਰਥ ਉਸ ਵਕਤ ਸ੍ਰੀ ਰਾਮਚੰਦਰ ਜੀ ਦਾ ਵਿਜੋਗ ਨਾ ਸਹਾਰ ਸਕਿਆ ਅਤੇ ਉਸਨੇ ਆਪਣੇ ਮਹਿਲਾਂ ਤੋਂ ਛਾਲ ਮਾਰ ਕੇ ਆਪਣੀ ਜਾਨ ਲੈ ਲਈ। ਤੇ ਜੇ ਇਹੋ ਦੇਖੀਏ, ਚਮਕੌਰ ਦੀ ਗੜੀ ਹੈ, 10 ਲੱਖ ਨੇ ਬਾਹਰ ਘੇਰਾ ਪਾਇਆ ਹੋਇਆ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੇਠੇ ਸਪੁੱਤਰ ਬਾਬਾ ਅਜੀਤ ਸਿੰਘ ਸਾਹਿਬ ਜੀ, ਚੜ੍ਹਦੀ ਜਵਾਨੀ ਹੈ, ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਕੋਲੋਂ ਵਿੱਦਿਆ ਸਿੱਖੀ ਹੈ, ਸ਼ਸਤਰ ਵਿੱਦਿਆ ਸਿੱਖੀ ਹੈ। ਹੋਰ ਵੀ ਹਰ ਇੱਕ ਵਿੱਦਿਆ ਦੇ ਵਿੱਚ ਬਾਬਾ ਅਜੀਤ ਸਿੰਘ ਜੀ ਨੇ ਪੁੰਨ ਹਨ। ਬਾਬਾ ਅਜੀਤ ਸਿੰਘ ਜੀ ਆਏ, ਮਹਾਰਾਜ ਕੋ ਬੇਨਤੀ ਕੀਤੀ, ਗਰੀਬ ਨਵਾਜ ਮਹਾਰਾਜ, ਮੈਂ ਆਪ ਜੀ ਦੀ ਸੈਨਾ ਦਾ ਇੱਕ ਮਹਾਰਾਜ ਛੋਟਾ ਸਿਪਾਹੀ ਹਾਂ, ਆਪ ਕਿਰਪਾ ਕਰਕੇ ਮੈਨੂੰ ਰਣ ਤੱਤੇ ਵਿੱਚ ਜਾਣ ਦੀ ਆਗਿਆ ਬਖਸ਼ੋ। ਉਸ ਵਕਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਸ ਸਿੰਘ ਨੂੰ ਨਹੀਂ ਅੱਗੇ ਕੀਤਾ, ਬਲਕਿ ਸ਼ਾਬਾਸ਼ ਦਿੱਤੀ, ਬੇਟਾ ਅਜੀਤ ਸਿੰਘ, ਇਸੇ ਦਿਨ ਨੂੰ ਤੈਨੂੰ ਜਨਮਿਆ ਸੀ। ਤੋ ਭਾਈ ਇਹ ਫਰਕ ਹੈ। ਦਸ਼ਰਥ ਨੇ ਪੁੱਤਰ ਮੋਹ ਦੇ ਵਿੱਚ, ਹਜੇ ਪਤਾ ਵੀ ਸੀ ਦਸ਼ਰਥ ਜੀ ਨੂੰ ਕਿ ਰਾਮਚੰਦਰ ਨੇ ਵਾਪਸ ਆ ਜਾਣਾ ਹੈ 14 ਸਾਲ ਬਾਅਦ, ਪਰ ਫਿਰ ਵੀ ਉਹ ਪੁੱਤਰ ਮੋਹ ਨਾ ਸਹਾਰ ਸਕਿਆ, ਵਿਛੋੜਾ ਨਾ ਸਹਾਰ ਸਕਿਆ ਅਤੇ ਉਸਨੇ ਆਪਣੇ ਮਹਿਲਾਂ ਤੋਂ ਡਿੱਗ ਕੇ ਆਪਣੀ ਜਾਨ ਲੈ ਲਈ। ਇੱਥੇ ਇਸਤਰੀ ਦੇ ਬਲ ਦਾ ਵੀ ਸੱਚੇ ਪਾਤਸ਼ਾਹ ਜੀ ਨੇ ਵਰਣਨ ਕੀਤਾ ਹੈ ਕਿ ਜਿਹੜੀਆਂ ਇਸਤਰੀਆਂ ਧਰਮ ਦੇ ਵਿੱਚ ਰਹਿੰਦੀਆਂ ਹਨ, ਉਹਨਾਂ ਦਾ ਆਚਰਣ ਕਿੰਨਾ ਵੱਡਾ ਹੁੰਦਾ ਹੈ, ਕਿੰਨਾ ਉੱਚਾ ਹੁੰਦਾ ਹੈ। ਸ੍ਰੀ ਰਾਮਚੰਦਰ ਜੀ ਨੇ ਸੀਤਾ ਨੂੰ ਕਿਹਾ ਕਿ ਮੈਂ ਜੰਗਲ ਦੇ ਵਿੱਚ ਜਾਣਾ ਹੈ, ਮੈਨੂੰ ਬਨਵਾਸ ਮਿਲਿਆ ਹੈ, ਤੈਨੂੰ ਨਹੀਂ, ਇਸ ਕਰਕੇ ਤੂੰ ਇੱਥੇ ਮਹਿਲਾਂ ਵਿੱਚ ਸੁੱਖ ਲੈ, ਇੱਥੇ ਆਨੰਦ ਮਾਣ। ਉਸ ਵਕਤ ਸੀਤਾ ਦੇ ਬਚਨ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅੰਕਿਤ ਕੀਤੇ ਹਨ। ਸੀਤਾ ਕਹਿੰਦੀ ਹੈ, ਪਤੀ ਦੇਵ, ਇਸਤਰੀ ਦੇ ਲਈ ਜੇ ਉਸ ਦੇ ਕੋਲ ਉਸ ਦਾ ਪਤੀ ਨਹੀਂ ਤਾਂ ਮਹਿਲ ਵੀ ਜੰਗਲ ਦੇ ਵਾਂਗ ਹਨ। ਤੇ ਜੇ ਇਸਤਰੀ ਆਪਣੇ ਪਤੀ ਦੇ ਨਾਲ ਜੀ ਰਹੀ ਹੈ ਖੁਸ਼, ਤਾਂ ਉਸ ਇਸਤਰੀ ਦੇ ਲਈ ਜੋ ਜੰਗਲ ਹਨ ਉਹ ਵੀ ਮਹਿਲ ਮਾੜੀਆਂ ਵਾਂਗ ਬਣ ਜਾਂਦੇ ਹਨ। ਇਹ ਸੱਚੇ ਪਾਤਸ਼ਾਹ ਜੀ ਨੇ ਇਸਤਰੀਆਂ ਦਾ ਉੱਚਾ ਕਿਰਦਾਰ ਪ੍ਰਗਟ ਕੀਤਾ ਹੈ ਕਿ ਆਪਣੀ ਪਤੀ ਦੀ ਆਗਿਆ ਦੇ ਵਿੱਚ ਸਦਾਚਾਰੀ ਰਹਿ ਕਰ ਜੀਂਦੀਆਂ ਸਨ। ਇਸੇ ਹੀ ਤਰ੍ਹਾਂ ਬਨਵਾਸ ਦੌਰਾਨ ਜਦੋਂ ਰਾਵਣ ਆਉਂਦਾ ਹੈ, ਸੀਤਾ ਜੀ ਦਾ ਹਰਨ ਹੁੰਦਾ ਹੈ, ਤੋ ਜਦੋਂ ਸੀਤਾ ਜੀ ਨੂੰ ਚੁੱਕ ਕੇ ਉਹ ਲੈ ਜਾਂਦਾ ਹੈ ਤਾਂ ਰਸਤੇ ਦੇ ਵਿੱਚ ਸੀਤਾ ਨੇ ਆਪਣੇ ਜੋ ਮੁਖ ਦੇ ਭੂਸ਼ਣ ਸਨ, ਮੁਖ ਦੇ ਗਹਿਣੇ ਸਨ, ਉਹ ਲਾਹ ਕਰ ਸਿੱਟਦੀ ਹੈ ਕਿ ਪੈੜ ਦਾ ਪਤਾ ਲੱਗ ਜਾਵੇ ਕਿੱਧਰ ਨੂੰ ਲੈ ਕਰ ਗਿਆ ਹੈ ਰਾਵਣ। ਉਦੋਂ ਲਛਮਣ ਜੀ ਦਾ ਵੀ ਜੋ ਜਤੀ ਜੀਵਨ ਉਹ ਪ੍ਰਗਟ ਹੋ ਆਉਂਦਾ ਹੈ। ਰਾਮਚੰਦਰ ਜੀ ਨੇ ਉਹ ਗਹਿਣਾ ਦਿਖਾ ਕੇ ਲਛਮਣ ਨੂੰ ਪੁੱਛਿਆ, ਹੈ ਲਛਮਣ, ਇਹ ਤੂੰ ਦੇਖ, ਇਹ ਗਹਿਣਾ ਤੇਰੀ ਭਰਜਾਈ ਦਾ ਹੈ। ਤਾਂ ਉਸ ਵਕਤ ਲਛਮਣ ਨੇ ਇਹੋ ਕਿਹਾ ਸੀ ਕਿ ਹੇ ਭਰਾਤਾ ਜੀ, ਮੈਂ ਕਦੇ ਆਪਣੀ ਭਰਜਾਈ ਦੇ ਮੁਖ ਵੱਲ ਨਹੀਂ ਦੇਖਿਆ, ਸਦਾ ਚਰਨਾਂ ਦੇ ਵਿੱਚ ਹੀ ਵੇਖਦਾ ਰਹਿੰਦਾ ਹਾਂ। ਐਸੇ ਜਤੀ ਸਤੀ ਹੋਏ ਹਨ, ਐਸੇ ਹਠੀ ਜਪੀ ਤਪੀ ਬਲਵਾਨ ਰਾਜੇ ਹੋਏ ਹਨ। ਤੋ ਜਿਹੜਾ ਰਾਵਣ, ਜਿਸ ਰਾਵਣ ਬਾਰੇ ਗੁਰਬਾਣੀ ਦੇ ਵਿੱਚ ਜ਼ਿਕਰ ਆਉਂਦਾ ਹੈ, 1 ਲੱਖ ਪੂਤ 1.25 ਲੱਖ ਨਾਤੀ, ਤੇਹ ਰਾਵਣ ਘਰ ਦੀਆ ਨਾ ਬਾਤੀ। ਚੰਦ ਸੂਰਜ ਜਾ ਕੇ ਤਪਤ ਰਸੋਈ, ਬਹਿ ਸੰਤਰ ਜਾ ਕੇ ਕੱਪੜੇ ਧੋਈ। ਐਸਾ ਦਿਗਵਜਈ ਰਾਜਾ ਸੀ ਰਾਵਣ। ਇਸ ਨੇ ਸਭ ਦੈਂਤਾਂ ਨੂੰ ਜਿੱਤ ਕੇ ਲੰਕਾ ਨੂੰ ਦੈਂਤਾਂ ਦੀ ਰਾਜਧਾਨੀ ਬਣਾ ਕਰ ਸਿੰਘਾਸਨ ਲਾ ਕੇ ਬੈਠਦਾ ਸੀ।
ਇਸ ਰਾਵਣ ਦੇ ਜੋ ਚੰਦ ਅਤੇ ਸੂਰਜ ਦੇਵਤਾ ਇਸ ਦੇ ਰਸੋਈਏ ਸਨ, ਅਤੇ ਜਿਹੜਾ ਬੈਸੰਤਰ ਦੇਵਤਾ ਉਹ ਇਸ ਦੇ ਕੱਪੜੇ ਧੋਂਦਾ ਸੀ। ਜਦੋਂ ਕਿਤੇ ਰਾਵਣ ਆਪਣੀ ਸ੍ਰੀ ਸਾਹਿਬ ਉੱਤੇ ਹੱਥ ਟਿਕਾਉਂਦਾ ਸੀ ਤਾਂ ਦਸ਼ੋ ਦਿਸ਼ਾ ਦੇ ਦਿਗਪਾਲ ਕੰਬਦੇ ਸਨ। ਐਸਾ ਬਲਵਾਨ ਸੀ, ਪਰ ਫਿਰ ਵੀ ਇਸ ਦਾ ਨਾਸ਼ ਹੋਇਆ। ਨਾਸ਼ ਹੋਣ ਦਾ ਕਾਰਨ ਕੀ ਹੈ? ਅਹੰਕਾਰ। ਨਾਸ਼ ਹੋਣ ਦਾ ਕਾਰਨ ਕੀ ਹੈ? ਕਿ ਅਧਰਮ ਕਿਸੇ ਦੀ ਪਰ ਇਸਤਰੀ ਨੂੰ ਚੁੱਕ ਲਿਆਇਆ ਸੀ। ਤੋ ਇਸੇ ਹੀ ਤਰ੍ਹਾਂ ਇਸ ਨੇ ਬਹੁਤ ਸੂਰਬੀਰਤਾ ਦੇ ਨਾਲ ਲੜਿਆ, ਪਰ ਸਦਾ ਹੀ ਜਿੱਤ ਹੁੰਦੀ ਹੈ ਤਾਂ ਧਰਮ ਦੀ ਹੁੰਦੀ ਹੈ। ਰਹਿੰਦੀ ਦੁਨੀਆ ਤੱਕ ਸਦਾ ਹੀ ਅਧਰਮ ਦੀ ਹਾਰ ਹੀ ਹੁੰਦੀ ਹੈ। ਤੋ ਇਸੇ ਹੀ ਤਰ੍ਹਾਂ ਜਦੋਂ ਸ੍ਰੀ ਰਾਮਚੰਦਰ ਜੀ ਨੂੰ ਇਸ ਤਰ੍ਹਾਂ ਪਤਾ ਲੱਗਾ, ਲੰਕਾ ਗਏ ਵਣਨਰ ਸੈਨਾ ਲੈ ਕਰ, ਲੰਕਾ ਜਿੱਤੀ। ਤੋ ਜਦੋਂ ਬਨਵਾਸ ਕੱਟ ਕੇ ਸੀਤਾ ਨੂੰ ਲੈ ਕੇ ਵਾਪਸ ਅਯੋਧਿਆ ਆਏ ਸਨ, ਉਦੋਂ ਅਯੋਧਿਆ ਦੇ ਲੋਕਾਂ ਨੇ ਸ੍ਰੀ ਰਾਮਚੰਦਰ ਜੀ ਦੇ ਸਵਾਗਤ ਵਿੱਚ ਦੀਪਮਾਲਾ ਕੀਤੀ ਸੀ, ਦੀਵੇ ਜਗਾਏ ਸਨ। ਇਹ ਪਿਛੋਕੜ ਹੈ ਦੀਵਾਲੀ ਦਾ। ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੀ 6ਵੀਂ ਜੋਤ, ਦਲ ਭੰਜਨ ਗੁਰ ਸੂਰਮਾ, ਬੜ ਜੋਧਾ ਬਹੁ ਪਰ ਉਪਕਾਰੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਤਿਉਹਾਰ ਨੂੰ ਨਵੀਨ ਕਰਨ ਦਿੱਤਾ, ਕਿਉਂਕਿ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਸਿੱਖਾਂ ਨੂੰ ਦੇਵੀ ਦੇਵਤਿਆਂ ਦੀ ਪੂਜਾ ਤੋਂ, ਪੱਥਰਾਂ ਦੀ ਪੂਜਾ ਤੋਂ ਹਟਾ ਕੇ ਸੱਚੇ ਪਾਤਸ਼ਾਹ ਜੀ ਨੇ ਅਕਾਲ ਪੁਰਖ ਦੀ ਪੂਜਾ ਨਾਲ ਜੋੜਿਆ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਨੇ ਇਸ ਦੀਵਾਲੀ ਦੇ ਤਿਉਹਾਰ ਨੂੰ ਹੋਰ ਚਾਰ ਚੰਨ ਲਾਏ। ਗਰੀਬ ਨਵਾਜ, ਦਲ ਭੰਜਨ ਗੁਰ ਸੂਰਮਾ, ਅਕਾਲ ਤਖਤ ਸਾਹਿਬ ਦੇ ਰਚਨਹਾਰ। 11 ਸਾਲ ਦੀ ਆਯੂ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ। ਜਿੱਥੇ ਅੱਜ ਗੁਰਦੁਆਰਾ ਕੋਠਾ ਸਾਹਿਬ ਸੁਭਾਈਮਾਨ ਹੈ, ਇੱਥੇ ਸੱਚੇ ਪਾਤਸ਼ਾਹ ਜੀ ਨੇ ਤਖਤ ਲਾਇਆ ਹੈ। ਗੁਰੂ ਕੇ ਹਜੂਰ ਬਹੁਤ ਅਨੇਕਾਂ ਹੀ ਸਿੱਖ ਬੈਠੇ ਹਨ, ਪਰ ਸਭ ਦੇ ਵਿੱਚ ਨਮੋਸ਼ੀ ਛਾਈ ਹੋਈ ਹੈ। ਸੱਚੇ ਪਾਤਸ਼ਾਹ ਜੀ ਦੇ ਹਜੂਰ 5 ਸਿੱਖ ਖੜੇ ਹਨ, ਭਾਈ ਪੁਰਾਣਾ, ਭਾਈ ਪੈੜਾ ਮੋਖਾ, ਭਾਈ ਲੰਗਾਹਾ, ਭਾਈ ਜੇਠਾ ਅਤੇ ਬਾਬਾ ਬਿਧੀ ਚੰਦ ਜੀ। ਇਹ ਖਬਰ ਲੈ ਕਰ ਆਏ ਹਨ ਕਿ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਤੱਤੀ ਤਵੀ ਤੇ ਬੈਠ ਕਰ ਤੇਰਾ ਭਾਣਾ ਮੀਠਾ ਲਾਗੈ ਇਸ ਉਪਦੇਸ਼ ਨੂੰ ਦੇ ਕਰ ਸ਼ਹਾਦਤ ਪ੍ਰਾਪਤ ਕੀਤੀ ਹੈ। ਸਾਰੇ ਸਿੱਖ ਸਹਿਮੇ ਹੋਏ ਸਨ ਕਿ ਹਿੰਦੁਸਤਾਨ ਦੀ ਸਰਕਾਰ ਨੇ ਗੁਰੂ ਨਾਨਕ ਸਾਹਿਬ ਜੀ ਦੀ 5ਵੀਂ ਜੋਤ ਨੂੰ ਸ਼ਹੀਦ ਕਰ ਦਿੱਤਾ ਹੈ। ਸਹਿਮੇ ਹੋਏ ਸਿੱਖਾਂ ਨੂੰ ਦੇਖ ਕੇ ਹਜੂਰ ਦੀ 11 ਸਾਲ ਦੀ ਆਯੂ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੀ। ਸੱਚੇ ਪਾਤਸ਼ਾਹ ਜੀ ਨੇ ਦੋਵੇਂ ਭੁਜਾਵਾਂ ਉਠਾ ਕਰ ਸ੍ਰੀ ਦਰਬਾਰ ਸਾਹਿਬ ਵੱਲ ਮੁਖ ਕਰਕੇ ਇਹ ਪਰਨ ਕੀਤਾ ਕਿ ਚੋਰ, ਯਾਰ, ਠੱਗ, ਵੇਸਮਾ, ਗਾਮੀ ਇਤਿਆਦਿਕ ਹੋਰ ਜਿਹੜੇ ਭੈੜੇ ਘਿਨਾਉਣੇ ਪਾਪ ਕਰਨ ਦਾ ਫਲ ਮਿਲਦਾ ਹੈ, ਐਸੀ ਸਜ਼ਾ ਸਾਨੂੰ ਮਿਲੇ ਜੇ ਅਸੀਂ ਗੁਰੂ ਪਿਤਾ ਦਾ ਬਦਲਾ ਨਹੀਂ ਲੈ ਲੈਂਦੇ, ਜੇ ਚੰਦੂ ਦੇ ਨੱਕ ਦੇ ਵਿੱਚ ਅਸੀਂ ਨਕੇਲ ਨਹੀਂ ਪਾਉਂਦੇ, ਤਾਂ ਇਹ ਸਾਰੀਆਂ ਸਜ਼ਾਵਾਂ ਸਾਨੂੰ ਮਿਲੇ। ਜਿਹੜੇ ਮਸੰਦ ਸਨ ਉਹ ਡਰ ਪਏ। ਡਰ ਕੇ ਮਾਤਾ ਗੰਗਾ ਜੀ ਨੂੰ ਜਾ ਕੇ ਸ਼ਿਕਾਇਤਾਂ ਕੀਤੀਆਂ ਕਿ ਹਜੇ ਸਾਹਿਬਜ਼ਾਦੇ ਦੀ ਆਯੂ ਵੀ ਨਿੱਕੀ ਹੈ, 11 ਸਾਲ ਦੀ ਕੇਵਲ ਉਮਰ ਹੈ, ਤਾਂ ਮੱਥਾ ਇਹ ਹਿੰਦੁਸਤਾਨ ਦੀ ਸਰਕਾਰ ਨਾਲ ਲਾਉਣਾ ਚਾਹੁੰਦੇ ਹਨ, ਕਿਉਂਕਿ ਦੀਵਾਨ ਚੰਦੂ ਉਸ ਵਕਤ ਦਾ ਉਸ ਦੇ ਕੋਲ ਮੁੱਖ ਮੰਤਰੀ ਤੋਂ ਵੀ ਵੱਧ ਤਾਕਤ ਸੀ। ਅੱਜ ਦੇ ਮੁੱਖ ਮੰਤਰੀ ਤੋਂ ਵੀ ਵੱਧ ਤਾਕਤ ਰੱਖਦਾ ਸੀ, ਇੰਨਾ ਉਸ ਚੰਦੂ ਦਾ ਪ੍ਰਤਾਪ ਸੀ। ਤੇ ਜਦੋਂ ਮਾਤਾ ਜੀ ਨੇ ਬੇਨਤੀ ਕੀਤੀ ਸਤਿਗੁਰੂ ਜੀ ਨੂੰ, ਗਰੀਬ ਨਵਾਜ ਸਾਡਾ ਤਾਂ ਸ਼ਰੀਕਾ ਵੀ ਵੈਰੀ ਹੈ, ਪ੍ਰਿਥੀ ਚੰਦ ਆਦਿਕ ਵੈਰ ਕਰਦੇ ਹਨ, ਉੱਪਰੋਂ ਆਪ ਜੀ ਦੇ ਪਿਤਾ ਜੀ ਨੂੰ ਸ਼ਹੀਦ ਕਰ ਦਿੱਤਾ ਹੈ, ਕਿ ਮਸੰਦ ਦੱਸਦੇ ਹਨ ਕਿ ਸਿੱਖ ਸਹਿਮੇ ਹੋਏ ਹਨ ਤੇ ਉੱਤੋਂ ਆਪ ਜੀ ਇਹੋ ਜਿਹੇ ਬਚਨ ਕਹਿ ਰਹੇ ਹੋ। ਉਸ ਵਕਤ ਸੱਚੇ ਪਾਤਸ਼ਾਹ ਜੀ ਨੇ ਪ੍ਰਤੱਗਿਆ ਕੀਤੀ, ਜੋ ਪਾਬੰਦੀ ਲਾਈ ਹੋਈ ਸੀ, ਸਿੱਖਾਂ ਦੇ ਗਲਾਂ ਦੇ ਵਿੱਚ ਗੁਲਾਮੀ ਪਈ ਹੋਈ ਸੀ ਕਿ ਕੋਈ ਦੂਰੀ ਦਸਤਾਰ ਨਹੀਂ ਬੰਨ੍ਹ ਸਕਦਾ, ਘੋੜੇ ਤੇ ਨਹੀਂ ਚੜ੍ਹ ਸਕਦਾ, ਸ਼ਸਤਰ ਨਹੀਂ ਪਹਿਰਨ ਕਰ ਸਕਦਾ, ਲੋਹੇ ਦੇ ਭਾਂਡੇ ਦੇ ਵਿੱਚ ਨਹੀਂ ਖਾ ਸਕਦਾ, ਢਾਡੀ ਵਾਰਾ ਨਹੀਂ ਕੋਈ ਗਾ ਸਕਦਾ, ਤਖਤ ਨਹੀਂ ਬਣਾ ਕੇ ਬੈਠ ਸਕਦਾ। ਇਹ ਸੱਚੇ ਪਾਤਸ਼ਾਹ ਜੀ ਨੇ ਸਾਰੇ ਕਾਰਜ ਕੀਤੇ। ਫਰਮਾਇਆ ਗਰੀਬ ਨਵਾਜ ਜੀ ਨੇ, ਮਾਤਾ ਗੰਗਾ ਜੀ ਆਪ ਦੇਖਿਓ ਗੁਰੂ ਨਾਨਕ ਸਾਹਿਬ ਜੀ ਦੀ ਕਿਤਨੀ ਮਿਹਰ ਹੈ, ਇਹ ਥੋੜਾ ਹੀ ਸਮਾਂ ਹੈ ਕਿ ਦਿਨ ਬਦਲ ਜਾਣਗੇ। ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਸਿੰਘਾਸਨ ਉੱਤੇ ਬੈਠੇ। ਮਹਾਰਾਜ ਨੇ ਤਖਤ ਸਿਰਜਿਆ ਜੋ ਸ੍ਰੀ ਅਕਾਲ ਤਖਤ ਸਾਹਿਬ ਰਹਿੰਦੀ ਦੁਨੀਆ ਤੱਕ ਸਦਾ ਰਹਿਨਮਾਈ ਕਰਦਾ ਰਹੇਗਾ ਧਰਮ ਦੀ।
ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਨੂੰ ਦੂਹਰੀਆਂ ਦਸਤਾਰਾਂ ਸਜਾਉਣ ਦਾ ਹੁਕਮ ਕਰ ਦਿੱਤਾ। ਮਹਾਰਾਜ ਦੇ ਹਜੂਰ ਢਾਡੀ ਅਬਦੁੱਲਾ ਤੋਂ ਜਿਹੜੇ ਮਹਾਰਾਜ ਸਾਹਿਬ ਜੀ ਦੇ ਢਾਡੀ ਸਨ, ਉਹ ਵਾਰਾਂ ਬੀਰ ਰਸੀ ਗਾਉਣ ਲੱਗੇ। ਮਹਾਰਾਜ ਸਾਹਿਬ ਜੀ ਨੇ ਆਪਣੇ ਸਿੱਖਾਂ ਨੂੰ ਘੋੜੇ ਚੜ੍ਹਨ ਨੂੰ ਦਿੱਤੇ, ਸ਼ਸਤਰ ਪਹਿਰਨ ਨੂੰ ਦਿੱਤੇ। ਮਹਾਰਾਜ ਨੇ ਆਪਣੇ ਸਿੱਖਾਂ ਨੂੰ ਜੋ ਆਜ਼ਾਦੀ ਦੀ ਜੋ ਮੌਜ ਹੈ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ। ਜਿੱਥੇ ਸੱਚੇ ਪਾਤਸ਼ਾਹ ਮਹਾਰਾਜ ਪ੍ਰਤੱਖ ਵੀ ਆਜ਼ਾਦੀ ਬਖਸ਼ਿਸ਼ ਕੀਤੀ, ਉੱਥੇ ਅੰਦਰਲੀ ਵੀ ਆਜ਼ਾਦੀ ਬਖਸ਼ਿਸ਼ ਕੀਤੀ। ਪੰਜਾਂ ਵਿਕਾਰਾਂ ਤੋਂ ਛਡਾ ਕੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਆਜ਼ਾਦੀ ਐਸੀ ਦਾਤ ਬਖਸ਼ਿਸ਼ ਕੀਤੀ ਆਪਣੇ ਸਿੱਖਾਂ ਨੂੰ। ਇਹ ਸਾਰੀਆਂ ਜਦ ਚੰਦੂ ਦੇ ਤੱਕ ਖਬਰਾਂ ਪਹੁੰਚੀਆਂ, ਉਸਨੇ ਬਾਦਸ਼ਾਹ ਜਹਾਂਗੀਰ ਦੇ ਕੰਨ ਭਰਨੇ ਕਿ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਲਾਟੂ ਜੋ ਲੁਟੇਰੇ ਲੋਕ ਹਨ ਉਹਨਾਂ ਨੂੰ ਇਕੱਠਾ ਕਰ ਰਹੇ ਹਨ, ਡਾਕੂ ਆਦਿਕਾਂ ਨੂੰ ਇਕੱਠਾ ਕਰ ਰਹੇ ਹਨ। ਤੋ ਇਸ ਤਰ੍ਹਾਂ ਜਦੋਂ ਪਰਵਾਨਾ ਆਇਆ ਜਹਾਂਗੀਰ ਦਾ ਸ੍ਰੀ ਅੰਮ੍ਰਿਤਸਰ ਸਾਹਿਬ, ਸੱਚੇ ਪਾਤਸ਼ਾਹ ਜੀ ਨੇ ਵੱਡੇ ਸਿੱਖਾਂ ਨੂੰ ਸਭ ਨੂੰ ਬੁਲਾਇਆ, ਜਿੱਥੇ ਮਾਤਾ ਗੰਗਾ ਜੀ ਵੀ ਆਏ। ਗਰੀਬ ਨਵਾਜ ਜੀ ਸਿਆਣੇ ਸਿੱਖਾਂ ਨੂੰ ਜ਼ਰੂਰ ਸਲਾਹ ਪੁੱਛਦੇ ਹੁੰਦੇ ਸਨ, ਬਲਕਿ ਆਪ ਗਰੀਬ ਨਵਾਜ ਜੀ ਮਾਲਕ ਹਨ, ਪਰ ਫਿਰ ਵੀ ਸਿੱਖਾਂ ਦੀ ਜ਼ਰੂਰ ਸਲਾਹ ਲੈਂਦੇ। ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਪੁੱਛਿਆ ਕਿ ਸਾਨੂੰ ਦਿੱਲੀ ਜਾਣਾ ਚਾਹੀਦਾ ਹੈ ਕਿ ਨਹੀਂ, ਬਾਦਸ਼ਾਹ ਸਾਡੇ ਦਰਸ਼ਨ ਚਾਹੁੰਦਾ ਹੈ। ਉਸ ਵਕਤ ਸਾਰੇ ਸਿੱਖਾਂ ਨੇ ਨਾਂਹ ਕੀਤੀ। ਮਾਤਾ ਗੰਗਾ ਜੀ ਨੇ ਵੀ ਰਾਏ ਦਿੱਤੀ ਕਿ ਨਾ ਜਾਓ ਸਤਿਗੁਰੂ ਜੀ। ਮਹਾਰਾਜ ਸਾਹਿਬ ਜੀ ਨੇ ਪੁੱਛਿਆ, ਬਾਬਾ ਬੁੱਢਾ ਸਾਹਿਬ ਜੀ, ਆਪ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਲੈ ਕਰ ਸੇਵਾ ਕਰ ਰਹੇ ਹੋ, ਆਪ ਜੀ ਨੇ ਨਹੀਂ ਸਲਾਹ ਦਿੱਤੀ, ਆਪ ਜੀ ਵੀ ਕਿਰਪਾ ਕਰਕੇ ਦੱਸੋ। ਬਾਬਾ ਬੁੱਢਾ ਸਾਹਿਬ ਜੀ ਨੇ ਬੇਨਤੀ ਕੀਤੀ, ਸਤਿਗੁਰੂ ਜੀ ਹੋਣਾ ਉਹ ਹੈ ਜੋ ਆਪ ਜੀ ਨੂੰ ਭਾਵੇ, ਪਰ ਫਿਰ ਵੀ ਜੇ ਗਰੀਬ ਕੋਲ ਪੁੱਛਦੇ ਹੋ, ਦਾਸਰੇ ਕੋ ਪੁੱਛਦੇ ਹੋ, ਮਹਾਰਾਜ ਆਪ ਜੀ ਨੂੰ ਜ਼ਰੂਰ ਜਾਣਾ ਚਾਹੀਦਾ ਹੈ ਦਿੱਲੀ। ਇਹ ਆਪ ਜੀ ਦੇ ਕੌਤਕ ਹਨ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਦਿੱਲੀ ਗਏ। ਦਿੱਲੀ ਜਾ ਕੇ ਜਿੱਥੇ ਮਜਨੂ ਟਿੱਲਾ ਮਹਾਰਾਜ ਸਾਹਿਬ ਜੀ ਦਾ ਅੱਜ ਵੀ ਅਸਥਾਨ ਉੱਥੇ ਸੁਸ਼ੋਭਿਤ ਹੈ, ਉੱਥੇ ਜਾ ਕਰ ਗਰੀਬ ਨਵਾਜ ਜੀ ਨੇ ਉਤਾਰਾ ਕੀਤਾ। ਸਿੱਖਾਂ ਨੇ ਤੰਬੂ ਲਾਏ, ਘੋੜਿਆਂ ਨੂੰ ਇਤਿਆਦਿਕ ਪੱਠੇ ਪਾਉਣ ਲੱਗੇ, ਆਪੋ ਆਪਣਾ ਕੰਮ ਲੱਗ ਗਏ ਸਿੱਖ। ਉਸ ਵਕਤ ਸੱਚੇ ਪਾਤਸ਼ਾਹ ਜੀ ਨੇ ਵਜ਼ੀਰ ਖਾਂ ਜੋ ਇਹ ਗੁਰੂ ਘਰ ਦੇ ਨਾਲ ਪ੍ਰੇਮ ਕਰਦਾ ਸੀ, ਸੱਚੇ ਪਾਤਸ਼ਾਹ ਜੀ ਤੋਂ ਪ੍ਰਭਾਵਿਤ ਸੀ, ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਹਜੂਰ ਇਸ ਦਾ ਜਲੋਧਰ ਦਾ ਰੋਗ ਰਾਜੀ ਹੋਇਆ ਸੀ। ਇਸ ਵਜ਼ੀਰ ਖਾਂ ਨੇ ਮਹਾਰਾਜ ਕੋ ਆ ਕੇ ਅੱਗੇ ਗਰੀਬ ਨਵਾਜ ਜੀ ਨੇ ਨਮਸਕਾਰ ਕੀਤੀ। ਇਸ ਦੇ ਹੱਥ ਸੱਚੇ ਪਾਤਸ਼ਾਹ ਜੀ ਨੇ ਜਹਾਂਗੀਰ ਦੇ ਲਈ ਕੜਾਹ ਪ੍ਰਸ਼ਾਦ ਦੀ ਦੇਗ ਭੇਜੀ। ਮਹਾਰਾਜ ਨੇ ਸੁਨੇਹਾ ਦਿੱਤਾ ਕਿ ਹੇ ਬਾਦਸ਼ਾਹ, ਅਸੀਂ ਆ ਗਏ ਹਾਂ। ਜਦੋਂ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਜਹਾਂਗੀਰ ਉਸ ਵਕਤ ਇਸ਼ਨਾਨ ਕਰਕੇ ਹਟਿਆ ਸੀ, ਜਦੋਂ ਕੜਾਹ ਪ੍ਰਸ਼ਾਦ ਦੀ ਦੇਗ ਛਕੀ, ਉਸ ਦੇ ਮਨ ਦੇ ਵਿੱਚ ਸ਼ਰਧਾ ਹੋ ਆਈ ਕਿ ਜਿਨ੍ਹਾਂ ਦਾ ਪ੍ਰਸ਼ਾਦ ਇੰਨਾ ਸਵਾਦ ਹੈ, ਉਹਨਾਂ ਦੇ ਦਰਸ਼ਨਾਂ ਦੇ ਵਿੱਚ ਕਿੰਨਾ ਸੁੱਖ ਹੋਵੇਗਾ। ਤੋ ਇਸ ਤਰ੍ਹਾਂ ਜਹਾਂਗੀਰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਲੱਗਾ, ਪ੍ਰਭਾਵਿਤ ਹੋਣ ਲੱਗਾ, ਸੱਚੇ ਪਾਤਸ਼ਾਹ ਜੀ ਦੇ ਨੇੜੇ ਆਉਂਦਾ। ਕਦੇ ਉਹ ਸੱਚੇ ਪਾਤਸ਼ਾਹ ਜੀ ਦੇ ਹਜੂਰ ਆਉਂਦਾ ਤੇ ਜਾਂ ਕਦੇ ਜਦੋਂ ਸਤਿਗੁਰੂ ਜੀ ਦਾ ਸਮਾਂ ਲੱਗਦਾ ਤਾਂ ਗਰੀਬ ਨਵਾਜ ਜੀ ਉਸ ਦੇ ਕੋਲ ਜਾਂਦੇ, ਉਸ ਨੂੰ ਦਰਸ਼ਨ ਬਖਸ਼ਿਸ਼ ਕਰਦੇ। ਇਹ ਦੇਖ ਕੇ ਚੰਦੂ ਦੇ ਮਨ ਦੇ ਵਿੱਚ ਬਹੁਤ ਸਾੜ ਹੋਇਆ ਕਿ ਮੈਂ ਤਾਂ ਚਾਹੁੰਦਾ ਸਾਂ ਕਿ ਬਾਦਸ਼ਾਹ ਇਹਨਾਂ ਨੂੰ ਕੈਦ ਕਰੇ, ਇਹਨਾਂ ਨੂੰ ਮਾਰ ਦੇਵੇ, ਇਹ ਤਾਂ ਹੋਰ ਨਜ਼ਦੀਕ ਹੋ ਗਏ ਹਨ। ਫਿਰ ਇਸ ਚੰਦੂ ਨੇ, ਕਿਉਂਕਿ ਇਹ ਦੀਵਾਨ ਸੀ, ਇਸ ਨੇ ਸਾਰੀ ਕਚਹਿਰੀ ਨੂੰ ਖਰੀਦਿਆ ਹੋਇਆ ਸੀ। ਜਿਹੜੇ ਵਜ਼ੀਰ ਇਸ ਦੀ ਕਾਨ ਕਨੌਟ ਮੰਨਦੇ ਸਨ, ਉਹਨਾਂ ਨੂੰ ਪੈਸੇ ਦੇ ਕੇ ਖਰੀਦਿਆ ਸੀ, ਤੇ ਜਿਹੜੇ ਨਹੀਂ ਸੀ ਇਸ ਦੀ ਕਾਨ ਕਨੌਟ ਮੰਨਦੇ, ਉਸ ਨੂੰ ਧਮਕੀਆਂ ਦੇ ਕੇ ਉਹਨਾਂ ਨੂੰ ਖਰੀਦਿਆ ਹੋਇਆ ਸੀ। ਇਹੋ ਜਿਹਾ ਚੰਦੂ, ਉਸ ਨੇ ਨਜੂਮੀ ਨੂੰ ਪੈਸੇ ਦੇ ਕੇ ਇਹ ਉਸ ਨੂੰ ਛੜਯੰਤਰ ਰਚਨ ਲਈ ਕਿਹਾ ਕਿ ਤੂੰ ਬਾਦਸ਼ਾਹ ਨੂੰ ਕਹਿ, ਤੇਰੇ ਤੇ ਇਹ ਬਾਦਸ਼ਾਹ ਸਾੜ ਸਤੀ ਆਈ ਹੈ, ਉਹ ਟਲਣੀ ਨਹੀਂ। ਜੇ ਟਲ ਸਕਦੀ ਹੈ ਤਾਂ ਕੇਵਲ ਜੇ ਤੇਰੇ ਲਈ ਕੋਈ ਭਾਰੀ ਤਪੱਸਿਆ ਕਰੇ, ਸਿਮਰਨ ਕਰੇ, ਭਜਨ ਬੰਦਗੀ ਕਰੇ, ਤਾਂ ਤੇਰੇ ਸਿਰ ਤੋਂ ਇਹ ਸਾੜ ਸਤੀ ਟਲ ਸਕਦੀ ਹੈ। ਉਸੇ ਹੀ ਤਰ੍ਹਾਂ ਜੋ ਨਜੂਮੀ ਚੰਦੂ ਦਾ ਸਿਖਾਇਆ ਹੋਇਆ ਬਾਦਸ਼ਾਹ ਨੂੰ ਜਾ ਕੇ ਉਸ ਦੇ ਅੱਗੇ ਫਰਿਆਦੀ ਹੋਇਆ। ਇਹ ਜਿਹੜੇ ਰਾਜੇ ਲੋਕ ਹੁੰਦੇ ਨੇ, ਵਹਿਮੀ ਹੁੰਦੇ ਨੇ, ਤੇ ਰਾਜੇ ਨੇ, ਜਹਾਂਗੀਰ ਬਾਦਸ਼ਾਹ ਨੇ ਐਸੇ ਹੀ ਤਰ੍ਹਾਂ ਮੰਨ ਕੇ ਸੱਚੇ ਪਾਤਸ਼ਾਹ ਜੀ ਦੇ ਹਜੂਰ ਆ ਕੇ ਬੇਨਤੀ ਕੀਤੀ। ਹੁਣ ਪੂਰੇ ਸਤਿਗੁਰੂ ਜੀ ਨੂੰ ਕੌਣ ਛਲ ਸਕਦਾ ਹੈ? ਸੱਚੇ ਪਾਤਸ਼ਾਹ ਜੀ ਨੂੰ ਤਾਂ ਪਤਾ ਹੈ ਕਿ ਚੰਦੂ ਦਾ ਛੜਯੰਤਰ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਨੇ ਇਹੋ ਜਵਾਬ ਦਿੱਤਾ, ਹੇ ਬਾਦਸ਼ਾਹ, ਤੇਰੇ ਉੱਤੇ ਨਹੀਂ ਸਾੜ ਸਤੀ ਆਈ, ਪਰ ਹੁਣ ਜਿਹਦੇ ਸਿਰ ਤੇ ਆਉਣੀ ਹੈ ਉਹਦੇ ਸਿਰ ਤੋਂ ਟਲਣੀ ਨਹੀਂ। ਭਾਵ ਸੰਕੇਤ ਦਿੱਤਾ ਸਤਿਗੁਰੂ ਜੀ ਨੇ ਕਿ ਚੰਦੂ ਨੂੰ ਹੁਣ ਮਾਰਨ ਦਾ ਸਮਾਂ ਆ ਗਿਆ ਹੈ।
ਪਰ ਫਿਰ ਵੀ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ ਹਨ, ਸਾਰੀ ਦੁਨੀਆ ਦੇ ਮਾਲਕ ਹਨ। ਇੱਕ ਕੀੜੀ ਦੀ ਵੀ ਅਰਦਾਸ ਸੁਣਦੇ ਹਨ। ਕੀੜੀ ਤੋਂ ਲੈ ਕੇ ਹਾਥੀ ਤੱਕ ਸਾਰਿਆਂ ਦੀਆਂ ਅਰਦਾਸਾਂ ਸਤਿਗੁਰੂ ਜੀ ਸੁਣਦੇ ਹਨ। ਇਸੇ ਹੀ ਤਰ੍ਹਾਂ ਜਿਹੜਾ ਗਵਾਲੀਅਰ ਦਾ ਕਿਲ੍ਹਾ, ਜਿਸ ਕਿਲ੍ਹੇ ਦੇ ਵਿੱਚ 52 ਰਾਜੇ ਕੈਦੀ ਸਨ, ਇਹ ਬਾਦਸ਼ਾਹ ਜਹਾਂਗੀਰ ਨੇ ਕੈਦੀ ਤਾਂ ਪਾਏ ਸਨ ਕਿਉਂਕਿ ਇਹ ਦੇਸ਼ ਦੇ ਵਿੱਚ ਬਗਾਵਤ ਕਰਦੇ ਸਨ ਇਸ ਦੇ ਵਿਰੁੱਧ। ਇਹ ਹਿੰਦੂ ਰਾਜੇ, ਰਾਜਪੂਤ ਰਾਜੇ ਸਨ। ਤੋ ਇਹਨਾਂ ਨੂੰ ਉਮਰ ਕੈਦਾਂ ਸੀ। ਜੇ ਕੋਈ ਬਾਹਰ ਆਉਂਦਾ ਸੀ ਤਾਂ ਲਾਸ਼ ਬਣ ਕੇ ਹੀ ਬਾਹਰ ਆਉਂਦਾ ਸੀ, ਬਲਕਿ ਇਹ ਸਾਰੀ ਉਮਰਾਂ ਹੀ ਇਹਨਾਂ ਨੂੰ ਅੰਦਰ ਕੱਟਣ ਦਾ ਹੁਕਮ ਦਿੱਤਾ ਹੋਇਆ ਸੀ। ਤੋ ਇਹ ਬੇਨਤੀਆਂ ਕਰ ਰਹੇ ਸਨ ਭਗਵਾਨ ਅੱਗੇ, ਹੇ ਭਗਵਾਨ ਈਸ਼ਵਰ, ਸਾਨੂੰ ਇਹ ਕੈਦ ਦੇ ਵਿੱਚੋਂ ਕੱਢ। ਤੋ ਹੁਣ ਭਗਵਾਨ ਈਸ਼ਵਰ ਗੁਰੂ ਹਰਗੋਬਿੰਦ ਸਾਹਿਬ ਜੀ ਹਨ, ਹੋਰ ਕੌਣ ਹੋ ਸਕਦਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਗਰੀਬਾਂ ਦੀ ਅਰਦਾਸ ਪੂਰੀ ਕਰਨੀ ਹੈ। ਅਤੇ ਜੋ ਉਸ ਕਿਲ੍ਹੇ ਦਾ ਜੋ ਦਰੋਗਾ, ਪਹਿਰੇਦਾਰ ਹਰਦਾਸ ਦਰੋਗਾ ਹੈ, ਉਹ ਵੀ ਸੱਚੇ ਪਾਤਸ਼ਾਹ ਜੀ ਦਾ ਅਨੰਨ ਸਿੱਖ ਹੈ। ਉਹ ਅਰਦਾਸਾਂ ਕਰ ਰਿਹਾ ਹੈ, ਹੇ ਗੁਰੂ ਨਾਨਕ ਸਾਹਿਬ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਕਿਰਪਾ ਕਰਕੇ ਦਾਸ ਨੂੰ ਦਰਸ਼ਨ ਬਖਸ਼ੋ ਜੀ। ਮਹਾਰਾਜ ਆਪ ਜੀ ਦੇ ਦਰਸ਼ਨਾਂ ਲਈ ਮਹਾਰਾਜ ਮੇਰੇ ਨੈਣ ਤਰਸ ਰਹੇ ਹਨ। ਗਰੀਬ ਨਵਾਜ ਜੀ, ਮੈਨੂੰ ਇਹ ਡਰ ਹੈ ਕਿ ਮੇਰੀ ਉਮਰ ਮਹਾਰਾਜ ਮੇਰੀ ਉਮਰ ਸੰਪੂਰਨ ਹੋ ਜਾਵੇਗੀ, ਪਰ ਆਪ ਜੀ ਦੇ ਦਰਸ਼ਨ ਨਹੀਂ ਪ੍ਰਾਪਤ ਹੋਣੇ। ਸੱਚੇ ਪਾਤਸ਼ਾਹ ਮਹਾਰਾਜ, ਮੈਂ ਪੇਟ ਦੀ ਖਾਤਰ ਇਸ ਨੌਕਰੀ ਤੋਂ ਇੱਧਰ ਉੱਧਰ ਨਹੀਂ ਜਾ ਸਕਦਾ। ਇਸ ਕਰਕੇ ਸੱਚੇ ਪਾਤਸ਼ਾਹ ਆਪ ਜੀ ਹੀ ਮੇਰੀ ਭਾਵਨਾ ਨੂੰ ਮਹਾਰਾਜ ਪੂਰਿਆਂ ਕਰੋ, ਕਿਰਪਾ ਕਰਕੇ ਦਰਸ਼ਨ ਬਖਸ਼ੋ। ਇਹ ਗਰੀਬ ਨਵਾਜ ਜੀ ਨੇ ਵਿਚਾਰਦਿਆਂ ਹੋਇਆਂ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ 40 ਦਿਨਾਂ ਲਈ ਜਾਣ ਦੀ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਜਹਾਂਗੀਰ ਨੂੰ ਬਚਨ ਦਿੱਤਾ। ਜਦੋਂ ਸੱਚੇ ਪਾਤਸ਼ਾਹ ਗਵਾਲੀਅਰ ਦੇ ਕਿਲ੍ਹੇ ਵਿੱਚ ਸਤਿਗੁਰੂ ਜੀ ਪਹੁੰਚੇ ਸਿੱਖਾਂ ਸਮੇਤ, ਹਰਦਾਸ ਦਰੋਗੇ ਨੂੰ ਚਾਅ ਚੜਿਆ। ਉਹ ਨਦਰੋ ਨਦਰ ਨਿਹਾਲ ਹੋ ਕਰ ਉਸਨੇ ਐਸੀ ਖੁਸ਼ੀ ਕੀਤੀ, ਬਹੁਤ ਅਨੇਕਾਂ ਪ੍ਰਕਾਰ ਦੇ ਜੋ ਸ਼ਾਹੀ ਖਜ਼ਾਨੇ ਦੇ ਵਿੱਚ ਪਦਾਰਥ ਪਏ ਹੋਏ ਸਨ, ਉਹ ਛਕਣ ਨੂੰ ਤਿਆਰ ਕੀਤੇ। ਸੱਚੇ ਪਾਤਸ਼ਾਹ ਜੀ ਨੇ ਇਹ ਜਾਣ ਕਰ, ਇਹ ਬਾਦਸ਼ਾਹ ਦਾ ਅੰਨ ਹੈ, ਇਹ ਅਧਰਮ ਦਾ ਅੰਨ ਹੈ, ਇਹ ਲੋਕਾਂ ਕੋਲ ਟੈਕਸ ਖੋ ਕੇ ਕਮਾਇਆ ਹੋਇਆ ਜੋ ਅੰਨ ਹੈ, ਇਹ ਸੱਚੇ ਪਾਤਸ਼ਾਹ ਜੀ ਨੇ ਨਹੀਂ ਪ੍ਰਵਾਨ ਕੀਤਾ। ਉਸ ਵਕਤ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਨੂੰ ਹੁਕਮ ਲਾਇਆ ਕਿ ਬਾਹਰ ਕਿਰਤ ਕਰੋ, ਕਿਰਤ ਕਰਕੇ ਜੋ ਤੁਹਾਨੂੰ ਮਿਲੇਗਾ ਉਸ ਦਾ ਸਾਨੂੰ ਭੋਜਨ ਤਿਆਰ ਕਰਕੇ ਛਕਾਉਣਾ। ਐਸੀ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ। ਜਿੰਨੇ ਵੀ ਸ਼ਾਹੀ ਖਜ਼ਾਨੇ ਦੇ ਵਿੱਚੋਂ ਪਦਾਰਥ ਬਣਦੇ, ਉਹ ਸਾਰੇ ਸੱਚੇ ਪਾਤਸ਼ਾਹ ਜੀ 52 ਰਾਜਿਆਂ ਨੂੰ ਵੰਡ ਦਿੰਦੇ। ਉਹ ਜਿਹੜੇ 52 ਰਾਜੇ ਜਿਨ੍ਹਾਂ ਨੇ ਜਿਉਣ ਦੀ ਆਸ ਛੱਡ ਦਿੱਤੀ ਸੀ, ਉਹਨਾਂ ਨੂੰ ਨਵਾਂ ਜੀਵਨ ਪ੍ਰਾਪਤ ਹੋਇਆ। ਉਹਨਾਂ ਦੀ ਇੰਨੀ ਮਾੜੀ ਹਾਲਤ, ਪਾਟੇ ਹੋਏ ਕੱਪੜੇ ਪਾਏ ਹਨ, ਸਿਰ ਦੇ ਵਿੱਚ ਜੂਆਂ ਹਨ। ਤੋ ਇਸ ਪ੍ਰਕਾਰ ਇੱਕ ਦਿਨ ਦੇ ਲਈ ਅੱਧੀ ਰੋਟੀ ਵੀ ਨਹੀਂ ਮਿਲਦੀ। ਜੋ ਐਸੇ ਦੀਨ ਗਰੀਬ ਸਨ, ਉਹਨਾਂ ਨੂੰ ਸਤਿਗੁਰੂ ਜੀ ਨੇ ਆ ਕੇ ਨਿਵਾਜਿਆ। ਦੋਵੇਂ ਵਕਤ ਕਿਲ੍ਹੇ ਦੇ ਵਿੱਚ ਸਤਿਗੁਰੂ ਜੀ ਦੇ ਹਜ਼ੂਰ ਦਰਬਾਰ ਲੱਗਦਾ, ਸਿੱਖ ਕਥਾ ਕੀਰਤਨ ਕਰਦੇ। ਮਹਾਰਾਜ ਸਾਹਿਬ ਜੀ ਉਹਨਾਂ ਨੂੰ, ਰਾਜਿਆਂ ਨੂੰ ਛਕਣ ਨੂੰ ਭੋਜਨ ਦਿੰਦੇ, ਪਹਿਨਣ ਨੂੰ ਵਸਤਰ ਦਿੰਦੇ। ਇਸ ਪ੍ਰਕਾਰ ਜਦੋਂ 40 ਦਿਨ ਪੂਰੇ ਹੋਏ ਤੋ ਰਾਜੇ ਲੋਕ ਜਦੋਂ ਕੋਈ ਬਚਨ ਕਰਨ, ਉਹ ਆਪਣੇ ਸੁੱਖਾਂ ਦੇ ਵਿੱਚ ਪੈ ਕੇ ਭੁੱਲ ਜਾਂਦੇ ਹਨ। ਚੰਦੂ ਵੀ ਇਹੋ ਚਾਹੁੰਦਾ ਸੀ, ਜਹਾਂਗੀਰ ਬਾਦਸ਼ਾਹ ਆਪਣਾ ਬਚਨ ਕੀਤਾ ਹੋਇਆ ਭੁੱਲ ਗਿਆ। ਉਧਰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਮਾਤਾ ਗੰਗਾ ਜੀ ਵੀ ਉਤਾਵਲੇ ਹਨ, ਕਦੋਂ ਫਿਰ ਤੋਂ ਸਾਹਿਬਜ਼ਾਦੇ ਦੇ ਦਰਸ਼ਨ ਹੋਣ। ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ, ਆਪ ਜੀ ਨੇ ਭੇਜਿਆ ਸੀ ਸਾਹਿਬਜ਼ਾਦੇ ਨੂੰ, ਹੁਣ ਆਪ ਜੀ ਹੀ ਲੈ ਕਰ ਆਓ, ਆਪ ਜੀ ਹੀ ਬੁਲਾਓ। ਬਾਬਾ ਬੁੱਢਾ ਸਾਹਿਬ ਜੀ ਨੇ ਬੇਨਤੀ ਕੀਤੀ, ਮਾਤਾ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਦੀਨ ਦੁਨੀ ਦੇ ਮਾਲਕ ਹਨ। ਸੱਚੇ ਪਾਤਸ਼ਾਹ ਮਹਾਰਾਜ 84 ਲੱਖ ਜੂਨ ਦੀ ਜੋ ਇਹ ਕੈਦ ਹੈ, ਇਹਨਾਂ ਕੈਦਾਂ ਦੇ ਵਿੱਚੋਂ ਸਤਿਗੁਰੂ ਜੀ ਜੀਵਾਂ ਨੂੰ ਮੁਕਤ ਕਰਨ ਵਾਲੇ ਹਨ। ਐਸੇ ਸਤਿਗੁਰੂ ਜੀ ਨੂੰ ਮੁਕਤ ਕਰਨ ਵਾਲੇ ਸਤਿਗੁਰੂ ਜੀ ਨੂੰ ਕੌਣ ਇਹ ਸੰਸਾਰ ਦੇ ਵਿੱਚ ਕੈਦ ਪਾ ਸਕਦਾ ਹੈ। ਮਹਾਰਾਜ ਆਪ ਹੀ ਕੌਤਕ ਵਰਤਾ ਰਹੇ ਹਨ, ਕਿਉਂਕਿ ਸਿੱਖ ਸੰਗਤ ਨੇ ਜਾਣਾ ਅਤੇ ਗਵਾਲੀਅਰ ਕਿਲ੍ਹੇ ਦੇ ਜੋ ਪਰਿਕਰਮਾ ਕਰਕੇ ਆ ਜਾਣਾ, ਗਵਾਲੀਅਰ ਕਿਲ੍ਹੇ ਵੱਲ ਨਮਸਕਾਰ ਕਰਕੇ ਆ ਜਾਣਾ, ਮਹਾਰਾਜ ਦੇ ਦਰਸ਼ਨ ਨਾ ਹੋਣੇ। ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ, ਮਾਤਾ ਜੀ, ਜੇ ਆਪ ਵੀ ਫਿਰ ਆਗਿਆ ਕਰਦੇ ਹੋ ਤਾਂ ਜ਼ਰੂਰ ਅਸੀਂ ਦਿੱਲੀ ਜਾਂਦੇ ਹਾਂ, ਕੋਈ ਉਪਾਅ ਲੱਭਦੇ ਹਾਂ। ਤੋ ਇਸ ਤਰ੍ਹਾਂ ਜਿੰਨਾ ਚਿਰ ਤੱਕ ਮਹਾਰਾਜ ਦੇ ਦਰਸ਼ਨ ਨਹੀਂ ਹੁੰਦੇ, ਉਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਹਰਿਮੰਦਰ ਸਾਹਿਬ ਪਾਵਨ ਚੌਂਕੀਆਂ ਆਰੰਭ ਕੀਤੀਆਂ, ਜੋ ਚੌਂਕੀਆਂ ਅੱਜ ਵੀ ਚੱਲਦੀਆਂ ਹਨ। ਗੁਰੂ ਕੇ ਸਿੱਖ ਬਾਣੀ ਪੜ੍ਹਦੇ ਹਨ, ਗੁਰਬਾਣੀ ਦੇ ਉੱਚੀ ਸ਼ਬਦ ਪੜ੍ਹਦੇ ਹਨ, ਨਾਲ ਨਾਲ ਸੱਚਖੰਡ ਸਾਹਿਬ ਦੀ ਪਰਿਕਰਮਿਆਂ ਕਰਦੇ ਹਨ। ਇਹ ਬਾਬਾ ਬੁੱਢਾ ਸਾਹਿਬ ਜੀ ਦੇ ਸਮੇਂ ਤੋਂ ਚਲਾਈ ਹੋਈ ਰੀਤੀ ਹੈ।
ਇਹ ਬਾਬਾ ਬੁੱਢਾ ਸਾਹਿਬ ਜੀ ਨੇ ਚੌਂਕੀਆਂ ਤਾਂ ਆਰੰਭ ਕੀਤੀਆਂ, ਹੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਆਪ ਜੀ ਕਿਰਪਾ ਕਰਕੇ ਆਪਣੇ ਸਿੱਖਾਂ ਨੂੰ ਦਰਸ਼ਨ ਬਖਸ਼ੋ। ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਦਿੱਲੀ ਆਏ। ਭਾਈ ਪੁਰਾਣੇ ਭਾਈ ਲੰਗਾਹੇ ਤੋਂ ਮਾਹੌਲ ਪਤਾ ਲੱਗਾ। ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ, ਇਹ ਜਹਾਂਗੀਰ ਨੇ ਇਸ ਤਰ੍ਹਾਂ ਨਹੀਂ ਰੋਕ ਹੋਣਾ, ਇਸ ਦੀ ਛਾਤੀ ਤੇ ਸ਼ੇਰ ਬਣ ਕੇ ਚੜ੍ਹੋ। ਗੁਰੂ ਕਾ ਸਿੱਖ ਕਦੇ ਵੀ ਸ਼ਕਤੀ ਨਹੀਂ ਦਿਖਾਉਂਦਾ, ਪਰ ਜੇ ਸਤਿਗੁਰੂ ਜੀ ਦਾ ਕਾਰਜ ਹੋਵੇ ਤਾਂ ਆਪਣੀ ਜਾਨ ਵੀ ਦੇਣ ਨੂੰ ਤਿਆਰ ਹੈ। ਇੰਨਾ ਪਿਆਰ ਕਰਦੇ ਹਨ ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਗੁਰੂ ਕੇ ਸਿੱਖ। ਇਸੇ ਹੀ ਤਰ੍ਹਾਂ ਹੋਇਆ। ਭਾਈ ਪੁਰਾਣੇ ਭਾਈ ਲੰਗਾਹੇ ਨੇ ਸ਼ੇਰ ਬਣ ਕੇ ਜਦੋਂ ਬਾਦਸ਼ਾਹ ਦੀ ਛਾਤੀ ਤੇ ਚੜ੍ਹੇ, ਜਹਾਂਗੀਰ ਕੁਰਲਾ ਉੱਠਿਆ। ਉਸ ਨੂੰ ਲੱਗਾ ਕਿ ਸ਼ਾਇਦ ਮੈਨੂੰ ਭੈੜਾ ਸੁਪਨਾ ਆਇਆ ਹੈ। ਫਿਰ ਵੀ ਉਸਨੇ ਆਪਣੇ ਵਜ਼ੀਰ ਖਾਂ ਨਾਲ ਸਲਾਹ ਕੀਤੀ ਤਾਂ ਵਜ਼ੀਰ ਖਾਂ ਨੇ ਉਸ ਨੂੰ ਚੇਤਾ ਕਰਾਇਆ, ਹੈ ਬਾਦਸ਼ਾਹ, ਤੂੰ ਪਾਪ ਕਰ ਰਿਹਾ ਹੈ। ਗੁਰੂ ਨਾਨਕ ਸਾਹਿਬ ਜੀ ਦੀ ਜੋਤ, ਪੰਜਵੇਂ ਸਰੂਪ, ਤੇਰੇ ਰਾਜ ਦੇ ਵਿੱਚ ਉਹਨਾਂ ਨੂੰ ਸ਼ਹਾਦਤ ਪ੍ਰਾਪਤ ਹੋਈ ਹੈ। ਤੂੰ ਹੁਣ ਉਹਨਾਂ ਦੇ ਪੁੱਤਰ ਨੂੰ ਕਿਲੇ ਦੇ ਵਿੱਚ ਪਾਇਆ ਹੋਇਆ ਹੈ। ਤੂੰ ਆਪਣਾ ਉਹਨਾਂ ਦੇ ਨਾਲ ਬਚਨ ਤੋੜਿਆ ਹੈ। ਤੂੰ 40 ਦਿਨਾਂ ਦਾ ਬਚਨ ਕੀਤਾ ਸੀ, ਹੁਣ ਤਾਂ 40 ਦਿਨ ਕਿੰਨੇ ਉੱਪਰ ਟੱਪ ਗਏ ਹਨ। ਤਾਂ ਬਾਦਸ਼ਾਹ ਲੋਕ ਕਈ ਵਾਰੀ ਗੱਲ ਅਣਸੁਣੀ ਜੀ ਕਰ ਦਿੰਦੇ ਹਨ। ਉਸਨੇ ਧਿਆਨ ਨਹੀਂ ਦਿੱਤਾ, ਇਹੋ ਸੋਚਿਆ ਕਿ ਭੈੜਾ ਸੁਪਨਾ ਆਇਆ ਸੀ। ਜਦੋਂ ਫਿਰ ਤੋਂ ਦੂਸਰੀ ਰਾਤ ਸ਼ੇਰ ਬਣ ਕੇ ਗੁਰੂ ਕੇ ਸਿੱਖ ਉਸ ਦੀ ਛਾਤੀ ਤੇ ਚੜ੍ਹੇ, ਦਹਾੜ ਮਾਰੀ, ਤਾਂ ਫਿਰ ਉਸ ਨੂੰ ਹੋਸ਼ ਆ ਗਈ ਕਿ ਨਹੀਂ, ਜ਼ਰੂਰ ਸਤਿਗੁਰੂ ਜੀ ਦੇ ਦਰਸ਼ਨ ਕਰਨੇ ਚਾਹੀਦੇ ਹਨ। ਇਸ ਤਰ੍ਹਾਂ ਜਹਾਂਗੀਰ ਨੇ ਵਜ਼ੀਰ ਖਾਨ ਨੂੰ ਪ੍ਰਵਾਨਾ ਦੇ ਕੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਰੂਪ ਵਿੱਚ ਭੇਜਿਆ ਕਿ ਇਹ ਸੱਚੇ ਪਾਤਸ਼ਾਹ ਮਹਾਰਾਜ ਦਰਸ਼ਨ ਬਖਸ਼ੋ। ਗਰੀਬ ਨਵਾਜ਼ ਜੀ ਨੇ ਫਿਰ ਉਦੋਂ ਇਹ ਸ਼ਰਤ ਲਾਈ ਕਿ ਇਹ ਜਹਾਂਗੀਰ, ਹੁਣ ਜੇ ਅਸੀਂ ਬਾਹਰ ਆਵਾਂਗੇ ਤਾਂ 52 ਰਾਜਿਆਂ ਦੇ ਸਮੇਤ ਉਹਨਾਂ ਨੂੰ ਲੈ ਕਰ ਬਾਹਰ ਆਵਾਂਗੇ। ਉਸ ਵਕਤ ਜਹਾਂਗੀਰ ਬਹੁਤ ਖਫੇ ਹੋਇਆ ਕਿ ਜਿਨ੍ਹਾਂ ਰਾਜਿਆਂ ਨੂੰ ਇੰਨੀਆਂ ਵੱਡੀਆਂ ਮੁਹਿੰਮਾਂ ਚਾੜ ਕੇ ਜੰਗ ਯੁੱਧ ਕਰਕੇ ਪਕੜਿਆ ਸੀ, ਹੁਣ ਇਹ ਸਾਰੇ ਹੀ ਛੁੱਟ ਜਾਣੇ ਹਨ। ਇਹ ਸਾਰੇ ਦੋਸ਼ ਦਾ ਕਾਰਨ ਚੰਦੂ ਹੈ। ਹੁਣ ਸਤਿਗੁਰੂ ਜੀ ਦੇ ਹਵਾਲੇ ਕਰ ਦੇਣਾ ਹੈ ਇਸ ਨੂੰ। ਇਸ ਪ੍ਰਕਾਰ ਸਤਿਗੁਰੂ ਜੀ ਨੇ ਕੌਤਕ ਵਰਤਾਇਆ। 50 ਕਲੀਆਂ ਵਾਲਾ ਚੋਲਾ ਸਵਾਇਆ। 2 ਕਲੀਆਂ ਜੋ ਕਮਰ ਕੱਸੇ ਦੀਆਂ, 2 ਰਾਜੇ ਜੋ ਸ਼ੇਸ਼ ਬਚੇ ਸਨ ਉਹਨਾਂ ਨੂੰ ਪਕੜਾ ਕੇ ਗਰੀਬ ਨਵਾਜ਼ ਜੀ ਬੰਦੀ ਛੋੜ ਦੇ ਨਾਮ ਦੇ ਨਾਲ ਮਹਾਰਾਜ ਅਖਵਾਏ। ਜਿੱਥੇ ਸੱਚੇ ਪਾਤਸ਼ਾਹ ਹੰਤਾ ਮਮਤਾ ਦੇ ਬੰਧਨ ਕੱਟਦੇ ਹਨ, ਮੋਹ ਮਮਤਾ ਦੇ ਬੰਧਨ ਕੱਟਦੇ ਹਨ, ਉੱਥੇ ਪ੍ਰਤੱਖ ਵੀ ਸਤਿਗੁਰੂ ਜੀ ਨੇ 52 ਰਾਜਿਆਂ ਦੇ ਬੰਧਨ ਕੱਟ ਕੇ ਮਹਾਰਾਜ ਨੇ ਭਾਰੀ ਬਖਸ਼ਿਸ਼ ਵਰਤਾਈ। ਚੰਦ ਨੂੰ ਨੱਕ 'ਚ ਨਕੇਲ ਪਾ ਕੇ ਗਰੀਬ ਨਵਾਜ਼ ਜੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਲੈ ਕਰ ਆਏ। ਜਦੋਂ ਗਰੀਬ ਨਵਾਜ਼ ਜੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਏ, ਉਦੋਂ ਸਿੱਖਾਂ ਨੇ ਗੁਰੂ ਸਾਹਿਬ ਜੀ ਦੇ ਆਗਮਨ ਦੀ ਖੁਸ਼ੀ ਵਿੱਚ ਦੀਪਮਾਲਾ ਕੀਤੀ। ਇਹ ਉਦੋਂ ਦਾ ਫਿਰ ਸਿੱਖਾਂ ਦੇ ਵਿੱਚ ਰਵਾਇਤ ਹੈ ਕਿ ਦੀਵਾਲੀ ਵਾਲੇ ਦਿਨ ਬੰਦੀ ਛੋੜ ਸਤਿਗੁਰੂ ਜੀ ਨੂੰ ਚੇਤਾ ਕਰਦਿਆਂ ਹੋਇਆਂ ਗੁਰੂ ਕੇ ਸਿੱਖ ਦੀਪਮਾਲਾ ਕਰਦੇ ਹਨ, ਦੀਵੇ ਜਗਾਉਂਦੇ ਹਨ। ਇਸੇ ਹੀ ਤਰ੍ਹਾਂ ਦੀਵਾਲੀ ਦੇ ਨਾਲ ਜੁੜਿਆ ਹੋਇਆ ਸ਼ਹੀਦਾਂ ਦਾ ਸ਼ਾਨਾ ਮੱਤਾ ਇਤਿਹਾਸ ਸਿੰਘ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਦਾ ਚੇਤਾ ਆਉਂਦਾ ਹੈ। ਤੋ ਸੰਖੇਪ ਰੂਪ ਦੇ ਵਿੱਚ, ਕਿਉਂਕਿ ਅਸੀਂ ਸ਼ਹੀਦ ਭਾਈ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਜੀ ਹੋਣਾ ਨੂੰ ਵੀ ਚੇਤਾ ਕਰ ਰਹੇ ਹਾਂ, ਸ਼ਹੀਦ ਭਾਈ ਕਿਹਰ ਸਿੰਘ ਜੀ ਹੋਣਾ ਨੂੰ, ਉਹਨਾਂ ਅਨੇਕਾਂ ਸਿੱਖਾਂ ਨੂੰ ਵੀ ਚੇਤਾ ਕਰ ਰਹੇ ਹਾਂ ਜਿਨ੍ਹਾਂ ਨੇ ਦਿੱਲੀ ਦੇ ਵਿੱਚ, ਜਿਨ੍ਹਾਂ ਦੇ ਨਾਲ ਕਤਲੇਆਮ ਹੋਇਆ, ਮਾਰੇ ਗਏ। ਤੋ ਸੰਖੇਪ ਰੂਪ ਦੇ ਵਿੱਚ ਭਾਈ ਮਨੀ ਸਿੰਘ ਸਾਹਿਬ ਜੀ ਦੇ ਜੀਵਨ ਉੱਤੇ ਬੇਨਤੀ ਕਰਕੇ ਭਾਈ ਸਤਵੰਤ ਸਿੰਘ ਬੇਅੰਤ ਸਿੰਘ ਹੋਣਾ ਦੇ ਚਰਨਾਂ ਨੂੰ ਸਪਰਸ਼ ਕਰਕੇ ਫਿਰ ਤੋ ਜੋ ਗੁਰਬਾਣੀ ਦੀ ਲੜੀਵਾਰ ਕਥਾ ਉਹ ਸਰਵਣ ਕਰਦੇ ਹਾਂ। ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿੱਚ ਲਿਖਦੇ ਹਨ ਕਿ ਸਿੰਘ ਸਾਹਿਬ ਭਾਈ ਮਨੀ ਸਿੰਘ ਜੀ 9ਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹਜ਼ੂਰ ਆਏ ਸਨ। ਪਰ ਜੋ ਸੰਪਰਦਾਇ ਦਾ ਮੰਨਣਾ ਹੈ ਉਹ ਇਹ ਹੈ ਕਿ ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਗੁਰੂ ਹਰਿਰਾਏ ਸਾਹਿਬ ਜੀ ਦੇ ਹਜ਼ੂਰ ਹੀ ਆ ਗਏ ਸਨ। ਸ਼ਹੀਦ ਭਾਈ ਮਨੀ ਸਿੰਘ ਜੀ ਦਾ ਜੋ ਪਰਿਵਾਰ, ਇਹ ਆਦਿ-ਕਾਲ ਤੋਂ ਹੀ ਗੁਰੂ ਘਰ ਦੇ ਨਾਲ ਜੁੜਿਆ। ਇੱਕ ਭਾਈ ਮਾਈ ਦਾਸ ਜੀ ਹੋਏ ਹਨ ਜੋ ਗੁਰੂ ਅਮਰਦਾਸ ਸਾਹਿਬ ਜੀ ਦੇ ਸਿੱਖ ਸਨ। ਉਹਨਾਂ ਨੇ ਗਰੀਬ ਨਵਾਜ਼ ਜੀ ਕੋ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਕੀਤੀ ਸੀ। 22 ਮੰਜੀਆਂ ਦੇ ਵਿੱਚੋਂ ਇੱਕ ਮੰਜੀ ਭਾਈ ਜੋ ਮਾਈ ਦਾਸ ਸਨ ਉਹਨਾਂ ਨੂੰ ਪ੍ਰਾਪਤ ਸੀ। ਉਹਨਾਂ ਦੇ ਅੱਗੇ ਵੰਸ਼ ਦੇ ਵਿੱਚ ਭਾਈ ਬੱਲੂ ਜੀ ਹੋਏ ਹਨ ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਤਾਬਿਆ ਰਹਿੰਦਿਆਂ ਹੋਇਆਂ ਜੰਗਾਂ ਯੁੱਧਾਂ ਵਿੱਚ ਲੜ ਕੇ ਸ਼ਹਾਦਤ ਪ੍ਰਾਪਤ ਕੀਤੀ। ਉਹਨਾਂ ਭਾਈ ਬੱਲੂ ਜੀ ਦੇ ਅੱਗੇ ਫਿਰ ਤੋਂ ਸਾਹਿਬਜ਼ਾਦੇ ਹੋਏ ਹਨ ਭਾਈ ਮਾਈ ਦਾਸ ਜੀ। ਉਹਨਾਂ ਭਾਈ ਮਾਈ ਦਾਸ ਜੀ ਦੇ ਪੁੱਤਰ ਸਨ ਭਾਈ ਮਨੀ ਸਿੰਘ ਸਾਹਿਬ ਜੀ। ਭਾਈ ਮਨੀ ਸਿੰਘ ਸਾਹਿਬ ਜੀ ਨੂੰ ਗੁਰੂ ਹਰਿਰਾਏ ਸਾਹਿਬ ਜੀ ਦੇ ਹਜ਼ੂਰ ਕੀਰਤਪੁਰ ਸਾਹਿਬ ਦੀ ਧਰਤੀ ਤੇ ਆ ਕੇ ਗਰੀਬ ਨਵਾਜ਼ ਜੀ ਦੇ ਚਰਨਾਂ ਦੇ ਵਿੱਚ ਭੇਟ ਕਰ ਦਿੱਤਾ। ਉਦੋਂ ਹੀ ਆਪ ਜੀ ਨੇ ਗੁਰੂ ਘਰ ਦੀ ਸੇਵਾ ਦੇ ਵਿੱਚ ਬਹੁਤ ਪ੍ਰੇਮ ਦਿਖਾਉਂਦਿਆਂ ਹੋਇਆਂ ਸਦਾ ਸੇਵਾ ਸਿਮਰਨ ਦੇ ਵਿੱਚ ਜੁੜੇ ਰਹਿੰਦੇ।
ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਨੂੰ ਜਾਂਦੇ ਹਨ ਸ਼ਹਾਦਤ ਪ੍ਰਾਪਤ ਕਰਨ ਨੂੰ, ਬਲੀਦਾਨ ਦੇਣ ਨੂੰ ਸਤਿਗੁਰੂ ਜੀ, ਉਦੋਂ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਭਾਈ ਮਨੀ ਸਿੰਘ ਸਾਹਿਬ ਜੀ ਦੀ ਆਯੂ ਉਦੋਂ 35 ਸਾਲ ਦੀ ਸੀ। ਉਸ ਵਕਤ ਆਪ ਜੀ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਸੇਵਾ ਬਖਸ਼ਿਸ਼ ਕੀਤੀ ਸੀ, ਕਿਉਂਕਿ ਸਿਆਣੇ ਸਿੱਖ ਸਨ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਆਯੂ ਕੇਵਲ 9 ਸਾਲ ਦੀ ਸੀ ਉਦੋਂ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਦੇ ਹਜੂਰ ਬਹੁਤ ਵਿਦਵਾਨ, ਵਿੱਦਿਆ ਪੜ੍ਹਨੀ, ਅੱਗੇ ਵਿੱਦਿਆ ਪੜ੍ਹਾਉਣੀ, ਸੇਵਾ ਸਿਮਰਨ ਦੇ ਵਿੱਚ ਜੁੜੇ ਰਹਿਣਾ, ਗੁਰੂ ਘਰ ਦੇ ਸਭ ਕਾਰਜ ਕਰਨੇ। ਸਮਾਂ ਆਉਣ 'ਤੇ ਜਦੋਂ ਬਾਜਾ ਵਾਲੇ ਸਤਿਗੁਰੂ ਜੀ ਨੇ ਪੰਥ ਦੀ ਪੈਦਾਇਸ਼ ਕੀਤੀ ਪਾਵਨ ਪਵਿੱਤਰ ਸ੍ਰੀ ਕੇਸਗੜ੍ਹ ਸਾਹਿਬ ਦੀ ਧਰਤੀ 'ਤੇ, ਉਦੋਂ ਆਪ ਜੀ ਨੇ ਅੰਮ੍ਰਿਤ ਛਕ ਕੇ ਸਿੰਘ ਪਦਵੀ ਪ੍ਰਾਪਤ ਹੋਏ। ਉਦੋਂ ਭਾਈ ਮਨੀ ਸਿੰਘ ਸਾਹਿਬ ਆਪ ਜੀ ਦਾ ਨਾਮ ਹੋਇਆ। ਇਸੇ ਹੀ ਤਰ੍ਹਾਂ ਸਤਿਗੁਰੂ ਜੀ ਦੀ ਭਾਰੀ ਬਖਸ਼ਿਸ਼ਾਂ ਲੈਂਦਿਆਂ ਹੋਇਆਂ ਆਪ ਜੀ ਨੇ ਅਨੰਨ ਗੁਰੂ ਕੇ ਸਿੱਖ, ਅਨੰਨ ਸੇਵਕ ਬਣ ਕੇ ਸੇਵਾ ਕੀਤੀ। ਜਦੋਂ ਸ੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹੇ ਦੇ ਵਿੱਚੋਂ ਤੋਂ ਸਤਿਗੁਰੂ ਜੀ ਨਿਕਲੇ ਹਨ, ਉਦੋਂ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਇਹ ਸੇਵਾ ਮਹਾਰਾਜ ਨੇ ਦਿੱਤੀ ਸੀ ਕਿ ਜੋ ਦਿੱਲੀ ਦੇ ਸਿੱਖ ਭਾਈ ਜਵਾਹਰ ਸਿੰਘ ਜੀ ਹਨ, ਉਹਨਾਂ ਦੇ ਨਾਲ ਰਲ ਕੇ ਭੇਸ ਵਟਾ ਕੇ ਆਪਣੀਆਂ ਮਾਤਾਵਾਂ ਨੂੰ ਦਿੱਲੀ ਲੈ ਕਰ ਜਾਓ। ਇਹ ਸੇਵਾ ਭਾਈ ਮਨੀ ਸਿੰਘ ਸਾਹਿਬ ਜੀ ਦੇ ਹਿੱਸੇ ਆਈ। ਇਸੇ ਹੀ ਤਰ੍ਹਾਂ ਜਦੋਂ ਪਤਾ ਲੱਗਾ ਕਿ ਗਰੀਬ ਨਵਾਜ ਜੀ ਜੰਗਾਂ ਯੁੱਧਾਂ ਤੋਂ ਹੁਣ ਮੁਕਤ ਹੋ ਗਏ ਹਨ, ਗਰੀਬ ਨਵਾਜ ਜੀ ਨੇ ਜੰਗਾਂ ਯੁੱਧਾਂ ਤੋਂ ਸੱਚੇ ਪਾਤਸ਼ਾਹ ਜੀ ਨੂੰ ਵੇਲ ਪ੍ਰਾਪਤ ਹੈ, ਉਦੋਂ ਮਾਤਾਵਾਂ ਨੂੰ ਲੈ ਕੇ ਫਿਰ ਤੋਂ ਸਿੰਘ ਸਾਹਿਬ ਜੀ ਗੁਰੂ ਸਾਹਿਬ ਜੀ ਦੇ ਹਜੂਰ ਹਾਜ਼ਰ ਹੋਏ। ਉਸ ਵਕਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ 9 ਮਹੀਨੇ 9 ਦਿਨ 9 ਘੜੀਆਂ ਤੇ 9 ਪਲਾਂ ਦੇ ਵਿੱਚ ਸੰਪੂਰਨ ਕਰਾਇਆ। ਭਾਈ ਮਨੀ ਸਿੰਘ ਸਾਹਿਬ ਜੀ ਨੂੰ ਲਿਖਾਰੀ ਲਾਇਆ, ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਕਾਗਜ਼ ਕਲਮ ਘੜਨ ਦੀ ਅਤੇ ਸਿਆਹੀ ਤਿਆਰ ਕਰਨ ਦੀ ਸੇਵਾ ਦਿੱਤੀ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਦੇ ਹਜੂਰ ਸਵੇਰੇ ਗੁਰਬਾਣੀ ਲਿਖੀ ਜਾਂਦੀ ਅਤੇ ਸ਼ਾਮ ਨੂੰ ਸੱਚੇ ਪਾਤਸ਼ਾਹ ਜੀ ਉਚਾਰੀ ਹੋਈ ਗੁਰਬਾਣੀ ਦੇ ਅਰਥ ਕਰਦੇ। ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹਜੂਰੀ ਵਿੱਚ ਬੈਠ ਕਰ ਪਾਠ ਕਰਾਉਂਦੇ, ਮਹਾਰਾਜ ਆਪ ਖੁਦ ਕਥਾ ਕਰਦੇ। ਉਸ ਵਕਤ 48 ਸਿੰਘ ਬਦੇਹ ਮੁਕਤ ਉਹਨਾਂ ਨੂੰ ਪ੍ਰਾਪਤੀ ਹੋਈ। ਮਹਾਰਾਜ ਨੇ ਵਰਦਾਨ ਦਿੱਤਾ ਕਿ ਭਾਈ ਮਨੀ ਸਿੰਘ ਜੀ, ਆਪ ਜੀ ਦਾ ਬੰਦ ਕੱਟਿਆ ਜਾਵੇਗਾ, ਪਰ ਫਿਰ ਵੀ ਆਪ ਜੀ ਦੇ ਬ੍ਰਹਮ ਆਨੰਦਮਈ ਅਵਸਥਾ ਦੇ ਵਿੱਚ ਫਰਕ ਨਹੀਂ ਪਵੇਗਾ। ਇਸੇ ਹੀ ਤਰ੍ਹਾਂ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਵਰ ਦਿੱਤਾ ਕਿ ਸੀਸ ਤਲੀ ਤੇ ਟਿਕਾਉਣਾ ਪੈ ਜਾਵੇਗਾ, ਪਰ ਫਿਰ ਆਪ ਜੀ ਦੇ ਆਨੰਦ ਦੇ ਵਿੱਚ ਕੋਈ ਫਰਕ ਨਹੀਂ ਪਵੇਗਾ। ਇਸ ਤਰ੍ਹਾਂ ਭਾਰੀ ਬਖਸ਼ਿਸ਼ਾਂ ਸਤਿਗੁਰੂ ਜੀ ਦੀਆਂ ਪ੍ਰਾਪਤ ਕੀਤੀਆਂ। ਉੱਥੋਂ ਨਾਲ ਹੀ ਸਤਿਗੁਰੂ ਜੀ ਨਾਲ ਹਜੂਰ ਸਾਹਿਬ ਆਏ। ਅੱਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਵੀ ਹੈ। ਉੱਥੇ ਸੱਚੇ ਪਾਤਸ਼ਾਹ ਜੀ ਨੇ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਐਸਾ ਹੁਕਮ ਦਿੱਤਾ। ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ, ਮਹਾਵਾਕਾ ਅਨੁਸਾਰ। ਸਤਿਗੁਰੂ ਜੀ ਨੇ 5 ਪੈਸੇ ਨਾਰੀਅਲ ਭੇਟ ਕਰਕੇ 5 ਸਿੰਘਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਖਿਲਾਰ ਕੇ, ਜਿਨ੍ਹਾਂ ਸਿੰਘਾਂ ਦੇ ਵਿੱਚ ਬਾਬਾ ਦੀਪ ਸਿੰਘ ਜੀ, ਭਾਈ ਹਰ ਸਿੰਘ ਜੀ, ਬਾਬਾ ਗੁਰਬਖਸ਼ ਸਿੰਘ ਜੀ, ਭਾਈ ਮਨੀ ਸਿੰਘ ਜੀ ਇਤਿਆਦਿਕ ਸਿੰਘ ਸਨ। ਮਹਾਰਾਜ ਨੇ ਅਰਦਾਸ ਕਰਕੇ ਗੁਰਤਾ ਦੀ ਜੋਤ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਟਿਕਾਈ। ਮਹਾਰਾਜ ਨੇ ਦੇਹ ਪ੍ਰਥਾ ਬੰਦ ਕਰਕੇ ਸਦਾ ਅਮਰ ਤੇ ਅਟਲ ਸਤਿਗੁਰੂ ਸ਼ਬਦ ਗੁਰੂ ਦੇ ਵਿੱਚ ਆਪਣੀ ਜੋਤ ਟਿਕਾ ਕੇ ਆਪਣੇ ਖਾਲਸੇ ਨੂੰ ਗੁਰੂ ਕੇ ਲੜ ਲਾਇਆ, ਸ਼ਬਦ ਗੁਰੂ ਦੇ ਲੜ ਲਾਇਆ। ਉੱਥੇ ਹੀ ਸੱਚੇ ਪਾਤਸ਼ਾਹ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸਿੰਘਾਂ ਦੀਆਂ ਡਿਊਟੀਆਂ ਵੰਡੀਆਂ। ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਹੁਕਮ ਲੱਗਾ ਦਮਦਮਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਜਾ ਕੇ ਦਮਦਮੀ ਟਕਸਾਲ ਚਲਾਉਣੀ ਹੈ, ਗੁਰਬਾਣੀ ਲਿਖਣੀ ਹੈ, ਵਿਦਿਆਰਥੀਆਂ ਨੂੰ ਗੁਰਬਾਣੀ ਦੇ ਅਰਥ ਪੜ੍ਹਾਉਣੇ ਹਨ ਅਤੇ ਜਦੋਂ ਸਮਾਂ ਪਵੇ ਉਦੋਂ ਯੁੱਧ ਦੇ ਲਈ ਆਪਣੀ ਕੁਰਬਾਨੀ ਦੇ ਦੇਣੀ ਹੈ ਜੰਗ ਲੜਦਿਆਂ ਹੋਇਆਂ। ਇਸੇ ਹੀ ਤਰ੍ਹਾਂ ਬਾਬਾ ਗੁਰਬਖਸ਼ ਸਿੰਘ ਜੀ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਸੇਵਾ ਬਖਸ਼ਿਸ਼ ਕੀਤੀ। ਭਾਈ ਮਨੀ ਸਿੰਘ ਸਾਹਿਬ ਜੀ ਨੂੰ ਹੁਕਮ ਲਾਇਆ ਕਿ ਮਾਤਾ ਸੁੰਦਰ ਕੌਰ ਜੀ ਨੂੰ ਵਾਪਸ ਦਿੱਲੀ ਲੈ ਕਰ ਜਾਓ ਅਤੇ ਉੱਥੋਂ ਫਿਰ ਦਿੱਲੀ ਤੋਂ ਆਪ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਜਾਣਾ ਹੈ, ਜਿੱਥੇ ਆਪ ਜੀ ਨੇ ਹੈੱਡ ਗ੍ਰੰਥੀ ਵਜੋਂ ਜੋ ਸੇਵਾ ਕਰਨੀ ਹੈ, ਜੋ ਬਾਬਾ ਬੁੱਢਾ ਸਾਹਿਬ ਜੀ ਦੀ ਸੇਵਾ ਰਹੀ ਹੈ। ਐਸੀ ਭਾਰੀ ਸੇਵਾ ਬਖਸ਼ਿਸ਼ ਕੀਤੀ ਅਤੇ ਸਤਿਗੁਰੂ ਜੀ ਨੇ ਨਾਲ ਹੀ ਹੁਕਮ ਲਾਇਆ ਕਿ ਆਪ ਜੀ ਨੇ ਅੰਮ੍ਰਿਤਸਰ ਸਾਹਿਬ ਵਾਲੀ ਟਕਸਾਲ ਚਲਾਉਣੀ ਹੈ, ਜਿਸ ਨੂੰ ਸੱਤੋ ਦੀ ਗਲੀ ਵਾਲੀ ਟਕਸਾਲ ਅੱਜ ਨਾਮ ਕਰਕੇ ਚੇਤਾ ਕੀਤਾ ਜਾਂਦਾ ਹੈ। ਇਸੇ ਹੀ ਤਰ੍ਹਾਂ ਜਦੋਂ ਸੱਚੇ ਪਾਤਸ਼ਾਹ ਮਹਾਰਾਜ ਸੱਚਖੰਡ ਗਏ, ਭਾਈ ਮਨੀ ਸਿੰਘ ਸਾਹਿਬ ਜੀ ਉਹ ਮੋਹਤਬਰ ਸਿੱਖਾਂ ਦੇ ਵਿੱਚੋਂ ਐਸੇ ਸਿੰਘ ਸਨ ਜਿਨ੍ਹਾਂ ਨੇ ਫਿਰ ਖਾਲਸਾ ਪੰਥ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਦੀ, ਸੁਖ ਆਸਨ ਕਰਨ ਦੀ, ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸੇਵਾ ਕਰਦਿਆਂ ਹੋਇਆਂ ਵੇਖਿਆ ਸੀ, ਇਸ ਤਰ੍ਹਾਂ ਇਹ ਸਾਰੀ ਮਰਿਆਦਾ ਬੰਨੀ।
ਮਹਾਰਾਜ ਸਾਹਿਬ ਜੀ ਦੇ ਜੋ ਗੁਰਬਾਣੀ ਦੇ ਗੁਟਕੇ ਸਾਹਿਬ ਉਹ ਤਿਆਰ ਕਰਵਾਏ। ਕਈ ਇਹ ਵੀ ਸ਼ੰਕਾ ਕਰਦੇ ਹਨ ਕਿ ਅਖੇ ਜੀ ਭਾਈ ਮਨੀ ਸਿੰਘ ਸਾਹਿਬ ਨੂੰ ਇਹ ਸਰਾਪ ਹੋ ਗਿਆ ਸੀ ਪੰਥ ਦਾ ਕਿ ਆਪ ਜੀ ਨੇ ਗੁਰਬਾਣੀ ਦੇ ਟੋਟੇ ਕਰ ਦਿੱਤੇ ਹਨ, ਭਾਵ ਗੁਟਕੇ ਸਾਹਿਬ ਸੈਂਚੀਆਂ ਬਣਾ ਦਿੱਤੀਆਂ ਹਨ, ਇਸ ਕਰਕੇ ਆਪ ਦੇ ਵੀ ਟੋਟੇ ਹੋਣ। ਇਹ ਸਰਾਸਰ ਗੱਲ ਗਲਤ ਹੈ। ਇਹ ਵਰਦਾਨ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ, ਕਿਉਂਕਿ ਸ਼ਹਾਦਤ ਕੋਈ ਸਰਾਪ ਨਹੀਂ ਹੁੰਦਾ, ਸ਼ਹਾਦਤ ਵਰਦਾਨ ਹੀ ਹੁੰਦੀ ਹੈ। ਸ਼ਹਾਦਤ ਬੜੇ ਉੱਚੇ ਭਾਗਾਂ ਦੇ ਨਾਲ ਪ੍ਰਾਪਤ ਹੁੰਦੀ ਹੈ, ਕਿਉਂਕਿ ਇੱਕ ਵੀ ਲਹੂ ਦਾ ਡੁੱਲਿਆ ਹੋਇਆ ਕੁਤਰਾ, ਇੱਕ ਇੱਕ ਕੁਤਰਾ ਸੱਚੇ ਪਾਤਸ਼ਾਹ ਮਹਾਰਾਜ ਦੇ ਹਜ਼ੂਰ ਪ੍ਰਵਾਨ ਹੁੰਦਾ ਹੈ। ਤੋ ਇਸੇ ਹੀ ਤਰ੍ਹਾਂ ਜੇ ਤਾਂ ਭਾਈ ਮਨੀ ਸਿੰਘ ਸਾਹਿਬ ਜੀ ਨੇ ਸੀਤ ਹਾਏ ਕੀਤੀ ਹੁੰਦੀ ਫਿਰ ਤਾਂ ਸਰਾਪ ਜਾਣਿਆ ਜਾਣਾ ਸੀ, ਪਰ ਉਹਨਾਂ ਨੇ ਇੱਕ ਰਾਸ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕੀਤਾ, ਫਿਰ ਇਸ ਕਰਕੇ ਇਸ ਨੂੰ ਸਰਾਪ ਨਹੀਂ ਕਹਿ ਸਕਦੇ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਵਰਦਾਨ ਸੀ ਆਪ ਜੀ ਨੂੰ। ਮਹਾਰਾਜ ਦੀ ਕਿਰਪਾ ਦੇ ਨਾਲ ਆਪ ਜੀ ਨੇ ਪੰਥ ਦੇ ਵਿੱਚ ਅਹਿਮ ਫੈਸਲੇ ਕਰਵਾਉਣੇ। ਜੋ ਬੰਦਈ ਖਾਲਸਾ ਤਤ ਖਾਲਸੇ ਦਾ ਝਗੜਾ ਪਿਆ, ਆਪ ਜੀ ਨੇ ਉਹ ਵੱਡਾ ਫੈਸਲਾ ਕਰਵਾਇਆ। ਇਸੇ ਹੀ ਤਰ੍ਹਾਂ ਸਮਾਂ ਪੈ ਕੇ ਜਦੋਂ ਸਿੰਘ ਜੰਗਲਾਂ ਦੇ ਵਿੱਚ ਸਨ, ਆਪ ਜੀ ਨੂੰ ਪਤਾ ਲੱਗਾ ਕਿ ਸਿੰਘਾਂ ਦਾ ਹੁਣ ਬਹੁਤ ਵਿਛੋੜਾ ਪੈ ਗਿਆ ਹੈ, ਦੀਵਾਲੀ ਦਾ ਪੁਰਬ ਮਨਾਉਣਾ ਚਾਹੀਦਾ ਹੈ। ਖਾਲਸੇ ਪੰਥ ਨੂੰ ਇਕੱਤਰ ਹੋਇਆਂ ਬਹੁਤ ਲੰਬੇਰਾ ਸਮਾਂ ਹੋ ਗਿਆ ਹੈ। ਆਪ ਜੀ ਨੇ ਹੁਕਮਨਾਮੇ ਸਾਹਿਬ ਜਾਰੀ ਕੀਤੇ। ਸਰਕਾਰ ਵੱਲੋਂ 5000 ਕਰ ਲੱਗਾ ਕਿ 5000 ਰੁਪਈਆ ਦਿਓ ਤੇ ਤਾਂ ਤੁਹਾਨੂੰ ਆਪਣੇ ਹੀ ਅਸਥਾਨ 'ਤੇ ਤੁਹਾਨੂੰ ਜੋੜ ਮੇਲਾ ਲਾਉਣ ਦੇਵਾਂਗੇ। ਹੈ ਤਾਂ ਧੱਕਾ, ਪਰ ਫਿਰ ਵੀ ਭਾਈ ਮਨੀ ਸਿੰਘ ਸਾਹਿਬ ਜੀ ਨੇ ਕਬੂਲ ਕਰਕੇ ਸਿੰਘਾਂ ਨੂੰ ਆਉਣ ਦੇ ਹੁਕਮ ਜਾਰੀ ਕਰ ਦਿੱਤੇ। ਪਰ ਫਿਰ ਸਰਕਾਰ ਦੀ ਮਾੜੀ ਨੀਅਤ ਨੂੰ ਦੇਖਦਿਆਂ ਹੋਇਆਂ ਕਿ ਇਹਨਾਂ ਨੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਚੌਂਕੀਆਂ ਲਾ ਲਈਆਂ ਹਨ, ਪਹਿਰਾ ਲਾ ਲਿਆ ਹੈ, ਇਸ ਭੈੜੀ ਨੀਅਤ ਨੂੰ, ਮਾੜੀ ਨੀਅਤ ਨੂੰ ਜਾਣਦਿਆਂ ਹੋਇਆਂ ਫਿਰ ਤੋਂ ਖਾਲਸੇ ਪੰਥ ਨੂੰ ਚਿੱਠੇ ਕੱਢੇ ਕਿ ਖਾਲਸਾ ਜੀ ਵਾਪਸ ਆਪਣੇ ਦਲ ਲੈ ਕੇ ਜੰਗਲਾਂ ਨੂੰ ਮੁੜ ਜਾਓ, ਸਰਕਾਰ ਦੀ ਨੀਅਤ ਕੁਝ ਠੀਕ ਨਹੀਂ ਲੱਗਦੀ। ਇਸੇ ਹੀ ਤਰ੍ਹਾਂ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਗ੍ਰਿਫਤਾਰ ਉਹਨਾਂ ਨੂੰ ਕੀਤਾ ਜਾਂਦਾ ਹੈ ਕਿ 5000 ਦਾ ਕਰ ਨਹੀਂ ਭਰਿਆ। ਸਿੰਘ ਸਾਹਿਬ ਦਾ ਇਹ ਜਵਾਬ ਸੀ ਜ਼ਕਰੀਆ ਖਾਨ ਨੂੰ, ਹੇ ਜ਼ਕਰੀਆ ਖਾਂ, ਜੇ ਮੇਲਾ ਹੀ ਨਹੀਂ ਲੱਗਾ, ਸੰਗਤ ਨੇ ਭੇਟਾ ਨਹੀਂ ਚੜਾਈ ਤਾਂ ਕਰ ਕਿਸ ਤਰ੍ਹਾਂ ਦਾ ਦਈਏ? ਉਹ ਭੇਟਾ ਨਹੀਂ ਹੈ ਤਾਂ ਤੈਨੂੰ ਅਸੀਂ ਕਰ ਕਿੱਦਾਂ ਦੇ ਸਕਦੇ ਹਾਂ? ਦੀਨ ਇਸਲਾਮ ਕਬੂਲ ਕਰਨ ਦੀ ਉਹਨਾਂ ਨੇ ਤੋ ਇਸ ਤਰ੍ਹਾਂ ਜਦੋਂ ਧੱਕਾ ਕਰਨ ਲੱਗੇ ਤਾਂ ਉਦੋਂ ਸਿੰਘ ਸਾਹਿਬ ਜੀ ਨੇ ਇਹ ਜਵਾਬ ਦਿੱਤਾ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਫਤਵਾ ਲੱਗਾ ਕਾਜ਼ੀਆਂ ਵੱਲੋਂ ਕਿ ਇਸ ਦਾ ਸਿਖੜੇ ਦਾ ਬੰਦ ਕੱਟਿਆ ਜਾਵੇ। ਉਸ ਵਕਤ ਲਾਹੌਰ ਦੇ ਸਿੱਖ ਭਾਈ ਮਨੀ ਸਿੰਘ ਸਾਹਿਬ ਜੀ ਕੋਲ ਆਏ, ਸਿੰਘ ਸਾਹਿਬ ਨੂੰ ਬੇਨਤੀ ਕੀਤੀ ਕਿ ਆਪ ਪੰਥ ਦੇ ਵਿਸ਼ੇਸ਼ ਥੰਮ ਹੋ, ਐਸੇ ਥੰਮ ਹੋ ਜੋ ਪੰਥ ਦੇ ਸਿੰਘਾਂ ਨੂੰ ਸਦਾ ਰਹਿਨਮਾਈ ਦਿੰਦੇ ਹੋ, ਇਸ ਕਰਕੇ ਆਪ ਜੀ ਨੂੰ ਅਸੀਂ ਸ਼ਹੀਦ ਨਹੀਂ ਹੋਣ ਦੇਣਾ, ਆਪ ਜੀ ਦੇ ਅਸੀਂ ਬਰਾਬਰ ਸੋਨਾ ਤੋਲ ਕੇ ਇਸ ਸਰਕਾਰ ਨੂੰ ਦੇਵਾਂਗੇ। ਪਰ ਫਿਰ ਭਾਈ ਮਨੀ ਸਿੰਘ ਸਾਹਿਬ ਜੀ ਨੇ ਸਿੱਖਾਂ ਨੂੰ ਨਾਹਕ ਕੀਤੀ, ਕਿਉਂਕਿ ਜਿਹੜੇ ਗੁਰੂ ਕੇ ਸਿੱਖ ਹੁੰਦੇ ਹਨ ਉਹ ਗੁਰੂ ਕੇ ਸਿੱਖਾਂ ਦੀ ਕਮਾਈ ਨੂੰ ਕਿਸੇ ਗਲਤ ਥਾਂ ਨਹੀਂ ਲੱਗਣ ਦਿੰਦੇ। ਸਿੱਖਾਂ ਦੀ ਗਾੜੇ ਪਸੀਨੇ ਦੀ ਕਮਾਈ ਭਾਈ ਮਨੀ ਸਿੰਘ ਸਾਹਿਬ ਜੀ ਨੇ ਕਿਹਾ ਕਿ ਮੈਂ ਸਰਕਾਰ ਦੇ ਖਜ਼ਾਨੇ ਦੇ ਵਿੱਚ ਨਹੀਂ ਜਾਣ ਦੇਵਾਂਗਾ। ਇਹ ਨਾਲੇ ਸਾਨੂੰ ਬਾਜਾਂ ਵਾਲੇ ਸਤਿਗੁਰੂ ਜੀ ਦਾ ਬਚਨ ਹੈ ਕਿ ਸਾਡਾ ਬੰਦ ਛੁੱਟੇਗਾ, ਅਸੀਂ ਇਹ ਹੁਣ ਸ਼ਹਾਦਤ ਪ੍ਰਾਪਤ ਕਰਾਂਗੇ। ਤਨ ਗੰਦਗੀ ਕੀ ਕੋਠੜੀ, ਹਰ ਹੀਰਿਆਂ ਕੀ ਖਾਨ, ਜੇ ਸਿਰ ਦਿੱਤਿਆਂ ਹਰ ਮਿਲੈ ਤਉ ਪੀ ਸਸਤਾ ਜਾਨ। ਐਸੇ ਬਚਨ ਕੀਤੇ। ਉਹਨਾਂ ਦਾ ਬੰਦ ਕੱਟਣਾ ਜਦੋਂ ਸ਼ੁਰੂ ਕੀਤਾ ਤਾਂ ਆਪ ਜੀ ਨੇ ਸਰਵਣ ਕੀਤਾ ਹੈ ਕਿ ਕਿਵੇਂ ਪਹਿਲਾਂ ਜਲਾਦ ਨੂੰ ਕਿਹਾ ਕਿ ਤੂੰ ਉਂਗਲਾਂ ਦੇ ਬੰਦ ਛੱਡ ਕੇ ਗੁੱਟ ਦਾ ਕਿਉਂ ਬੰਦ ਕੱਢਣ ਲੱਗਾ ਹੈ। ਇਸ ਤਰ੍ਹਾਂ ਜਲਾਦ ਦੇ ਹੱਥੋਂ ਵੀ ਟੋਕਾ ਛੁੱਟਿਆ। ਇੱਕ ਰਸ ਸੁਖਮਨੀ ਸਾਹਿਬ ਦਾ ਪਾਠ ਆਰੰਭ ਕੀਤਾ। ਫਿਰ ਤੋਂ ਦੂਸਰੇ ਜਲਾਦ ਮੰਗਵਾ ਕੇ ਜਦੋਂ ਬੰਦ ਛੁਟਵਾਉਣੇ ਸ਼ੁਰੂ ਕੀਤੇ, ਸੱਜੀ ਬਾਂਹ ਦੇ ਬੰਦ, ਖੱਬੀ ਦੇ, ਸੱਜੀ ਲੱਤ ਦੇ, ਖੱਬੀ ਲੱਤ ਦੇ, ਜਦੋਂ ਕੇਵਲ ਧੜ ਅਤੇ ਗਲੇ ਦਾ ਬੰਦ ਰਹਿ ਗਿਆ ਸੀ, ਉਦੋਂ 8 ਅਸ਼ਟਪਦੀਆਂ 8ਵੀਂ ਅਸ਼ਟਪਦੀ ਚੱਲ ਰਹੀ ਸੀ। ਜਦੋਂ ਸੀਸ ਧੜ ਤੋਂ ਅਲੱਗ ਕਰ ਦਿੱਤਾ, ਉਦੋਂ ਟੋਕਰੇ ਦੇ ਵਿੱਚ ਸਾਰੇ ਟੁਕੜੇ ਪਾਏ ਗਏ। ਉਹ ਟੋਕਰੇ ਦੇ ਵਿੱਚ ਜਿਹੜੇ ਟੁਕੜੇ ਸਨ, ਜਿਵੇਂ ਸੰਗਤੀ ਰੂਪ ਦੇ ਵਿੱਚ ਅਸੀਂ ਕੋਈ ਬਾਣੀ ਪੜ੍ਹਦੇ ਹਾਂ, ਇਸ ਤਰ੍ਹਾਂ ਇੱਕ ਟੁਕੜੇ 'ਚੋਂ ਇੱਕ ਸੁਰੀ ਸੁਖਮਨੀ ਸਾਹਿਬ ਦੇ ਪਾਠ ਦੀ ਆਵਾਜ਼ ਆ ਰਹੀ ਸੀ। ਸਾਰੇ ਉਹ ਦੇਖਣ ਵਾਲੇ ਹੈਰਾਨ ਸਨ ਕਿ ਇਸ ਨੂੰ ਅਸੀਂ ਜਿਬਾ ਵੀ ਕਰ ਦਿੱਤਾ ਹੈ, ਪਰ ਇਸ ਦੇ ਕੋਲ ਕੈਸੀ ਸ਼ਕਤੀ ਹੈ, ਕੈਸਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰੇਮ ਹੈ ਕਿ ਇੱਕ ਰੋਮ ਦੇ ਵਿੱਚੋਂ ਸਿਮਰਨ ਦੀ ਆਵਾਜ਼ ਆ ਰਹੀ ਹੈ, ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੀ ਆਵਾਜ਼ ਆ ਰਹੀ ਹੈ। ਇਸ ਤਰ੍ਹਾਂ ਆਪ ਜੀ ਨੇ 93 ਸਾਲ ਦੀ ਉਮਰ ਦੇ ਵਿੱਚ ਚਿੱਟਾ ਦੁੱਧ ਦਾੜਾ ਹੈ, ਐਸੀ ਬਜ਼ੁਰਗ ਆਜੂ ਹੈ ਆਪ ਜੀ ਦੀ, ਤੇ ਐਸੀ ਅਵਸਥਾ ਦੇ ਵਿੱਚ ਸ਼ਹਾਦਤ ਪ੍ਰਾਪਤ ਕੀਤੀ। ਆਪਣਾ ਖੂਨ ਡੋਲ ਕੇ ਸਦਾ ਲਈ ਸਿੱਖਾਂ ਨੂੰ
ਸ਼ਹਾਦਤ ਦੇ ਰਸਤੇ, ਸ਼ਾਂਤਮਈ ਸ਼ਹਾਦਤ ਦਾ ਜੋ ਉਪਦੇਸ਼ ਸੀ ਉਹ ਦ੍ਰਿੜ ਕਰਾਇਆ। ਐਸੇ ਸ਼ਹੀਦਾਂ ਨੂੰ ਅਸੀਂ ਯਾਦ ਕਰ ਰਹੇ ਹਾਂ। ਉੱਥੇ ਭਾਈ ਸਤਵੰਤ ਸਿੰਘ ਜੀ, ਭਾਈ ਬੇਅੰਤ ਸਿੰਘ ਜੀ, ਭਾਈ ਕਿਹਰ ਸਿੰਘ ਜੀ, ਕਿਉਂਕਿ ਦੁਨੀਆ 'ਤੇ ਉਸ ਨੂੰ ਨਹੀਂ ਚੇਤਾ ਕੀਤਾ ਜਾਂਦਾ ਜਿਸ ਦਾ ਬਹੁਤ ਵੱਡਾ ਮਹੱਲ ਹੋਵੇ, ਜਿਸ ਕੋਲ ਬਹੁਤ ਵੱਡੀਆਂ ਗੱਡੀਆਂ ਹੋਣ, ਬਹੁਤ ਧਨ ਪਦਾਰਥ ਹੋਣ। ਰਹਿੰਦੀ ਦੁਨੀਆ ਤੱਕ ਜੇ ਕਿਸੇ ਦਾ ਨਾਮ ਰਹਿੰਦਾ ਹੈ ਤਾਂ ਉਹਨਾਂ ਦਾ ਰਹਿੰਦਾ ਹੈ ਜਿਨ੍ਹਾਂ ਨੇ ਆਪਣੇ ਗਲੇ ਵਢਾਏ ਹਨ, ਜਿਨ੍ਹਾਂ ਨੇ ਪੰਥ ਦੇ ਲਈ ਕੁਰਬਾਨੀ ਕੀਤੀ ਹੈ। ਐਸੇ ਸ਼ਹੀਦ, ਜਦੋਂ ਪੰਥ ਦੇ ਵਿੱਚ ਮਾਤਮ ਛਾ ਗਿਆ ਸੀ, ਸ੍ਰੀ ਹਰਿਮੰਦਰ ਸਾਹਿਬ ਪਾਵਨ ਅਸਥਾਨ 'ਤੇ ਦੁਸ਼ਟ ਸਰਕਾਰ ਨੇ ਹਮਲਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ, ਉਦੋਂ ਫਿਰ ਸੂਰਬੀਰ ਯੋਧਿਆਂ ਨੇ ਪੰਥ ਦੇ ਜਿਉਂਦੇ ਹੋਣ ਦਾ ਸਰਕਾਰ ਨੂੰ ਵਾਪਸ ਜਵਾਬ ਦਿੱਤਾ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦੀ ਵਿਸ਼ੇਸ਼ ਕਿਰਪਾ ਹੁੰਦੀ ਹੈ। ਕੋਈ ਪਤਾ ਨਹੀਂ ਕਿਸ ਦੇ ਵਿੱਚ ਕਦੋਂ ਮਹਾਰਾਜ ਸਾਹਿਬ ਜੀ ਦੀ ਸ਼ਕਤੀ ਪ੍ਰਵੇਸ਼ ਹੋ ਜਾਏ। ਐਸੀ ਸ਼ਕਤੀ ਐਸੇ ਸੂਰਬੀਰਾਂ ਦੇ ਵਿੱਚ ਪ੍ਰਵੇਸ਼ ਹੋਈ। ਭਾਈ ਕਿਹਰ ਸਿੰਘ ਜੀ ਦੀ ਪ੍ਰੇਰਣਾ, ਉਸ ਪ੍ਰੇਰਣਾ ਦੇ ਸਦਕੇ ਦੋਵੇਂ ਸੂਰਬੀਰ ਆਪਣੇ ਘਰ ਪਰਿਵਾਰ ਦਾ ਮੋਹ ਛੱਡ ਕੇ ਰਣਤੱਤੇ ਵਿੱਚ ਆਏ। ਕਿਉਂਕਿ ਭਾਈ ਬੇਅੰਤ ਸਿੰਘ ਸਾਹਿਬ ਜੀ ਦਾ ਇੱਕ ਭਚੰਗੀ ਸੀ, ਵਾਹਿਗੁਰੂ ਦੋ ਭਚੰਗੀ ਸਨ ਤੇ ਇੱਕ ਬੇਟੀ ਸੀ। ਭਾਈ ਸਤਵੰਤ ਸਿੰਘ ਦਾ ਰਿਸ਼ਤਾ ਹੋ ਗਿਆ ਸੀ। ਐਸੇ ਜਦੋਂ ਪਰਿਵਾਰਕ ਜ਼ਿੰਦਗੀ ਹੋਵੇ ਤਾਂ ਇਨਸਾਨ ਜ਼ਰੂਰ ਸੋਚਦਾ ਹੈ ਕਿ ਮੈਂ ਆਪਣੇ ਪਰਿਵਾਰ ਨੂੰ ਛੱਡ ਕੇ ਕੋਈ ਐਸਾ ਕੰਮ ਨਾ ਕਰ ਦੇਵਾਂ ਕਿ ਫਿਰ ਪਰਿਵਾਰ ਖੇਰੂ ਖੇਰੂ ਹੋ ਜਾਏ। ਪਰ ਜਦੋਂ ਪੰਥ ਦੇ ਉੱਤੇ ਭੀੜ ਪਈ, ਸਾਹਿਬ ਸੰਕਟ ਵੈ ਸੇਵਕ ਭੱਜੈ, ਚਿਰੰਕਾਲ ਨਾ ਜੀਵੈ ਦੋਊ ਕੁਲ ਲੱਜੈ। ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਘਰ ਦੇ ਉੱਤੇ ਕੋਈ ਸੰਕਟ ਦਾ ਸਮਾਂ ਬਣਿਆ ਹੋਏ ਤੇ ਸੇਵਕ ਭੱਜ ਜਾਏ, ਉਹ ਬਾਹਲਾ ਲੰਬਾ ਚਿਰ ਨਹੀਂ ਜੀਂਦਾ। ਇਸ ਕਰਕੇ ਭਾਈ ਕਿਹਰ ਸਿੰਘ ਜੀ ਦੀ ਪ੍ਰੇਰਨਾ ਦੁਆਰਾ ਦੋਵਾਂ ਸੂਰਬੀਰਾਂ ਨੇ ਅੰਮ੍ਰਿਤ ਛਕਿਆ। ਪੰਜ ਪਿਆਰੇ ਸਿੰਘਾਂ ਨੇ ਪੁੱਛਿਆ ਹੋਵੇਗਾ ਕਿ ਆਪ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਲੱਗੇ ਹੋ ਕਿ ਪੰਥ ਨੂੰ ਸਮਾਂ ਆਉਣ 'ਤੇ ਸੀਸ ਦਿਓਗੇ, ਤਾਂ ਜ਼ਰੂਰ ਉਹ ਸਿੰਘਾਂ ਸੂਰਬੀਰਾਂ ਨੇ ਕਿਹਾ ਹੋਵੇਗਾ ਕਿ ਅਸੀਂ ਛੇਤੀ ਦੇਵਾਂਗੇ, ਕੁਝ ਕੁ ਦਿਨਾਂ 'ਚ ਦੇਵਾਂਗੇ। ਐਸੀ ਸੂਰਮਤਾਈ ਜੋ ਜਦ ਇੰਦਰਾ ਗਾਂਧੀ ਜਦੋਂ ਆਪਣੇ ਕੋਠੀ ਦੇ ਵਿੱਚੋਂ ਬਾਹਰ ਆਈ, ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕਰਕੇ ਬਾਜਾਂ ਵਾਲੇ ਸਤਿਗੁਰੂ ਜੀ ਦੇ ਚਰਨਾਂ ਨੂੰ ਧਿਆਨ ਦੇ ਵਿੱਚ ਧਰ ਕੇ ਸੂਰਬੀਰਾਂ ਨੇ, ਭਾਈ ਬੇਅੰਤ ਸਿੰਘ ਨੇ ਆਪਣੇ 6 ਦੀਆਂ ਗੋਲੀਆਂ ਜੋ ਉਸ ਦੀ ਛਾਤੀ ਵਿੱਚ ਦਾਗੀਆਂ, 10 ਗੋਲੀਆਂ ਪਿੱਛੋਂ ਭਾਈ ਸਤਵੰਤ ਸਿੰਘ ਨੇ ਚਲਾ ਕੇ ਦੁਸ਼ਟ ਪਾਪਣ ਦਾ ਨਾਸ਼ ਕੀਤਾ। ਇਸ ਤਰ੍ਹਾਂ ਪੰਥ ਦੀ ਲੱਥੀ ਹੋਈ ਜੋ ਪੱਗ ਸੀ ਵਾਪਸ ਕੌਮ ਦੇ ਸਿਰ ਉੱਤੇ ਟਿਕਾਈ। ਐਸੇ ਸੂਰਬੀਰ ਯੋਧਿਆਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਭਾਈ ਸਤਵੰਤ ਸਿੰਘ ਕਿਹਰ ਸਿੰਘ ਨੂੰ ਫਾਂਸੀ ਹੋਈ 4 ਸਾਲ ਬਾਅਦ। ਉੱਥੇ ਹੀ ਭਾਈ ਬੇਅੰਤ ਸਿੰਘ ਜੀ ਨੂੰ ਢਹਿ ਢੇਰੀ ਕਰ ਦਿੱਤਾ। ਤੋ ਇਹ ਕੇਵਲ ਆਪ ਜੀ ਨੇ ਟੂਕ ਮਾਤਰ ਹੀ ਇਹ ਯੋਧਿਆਂ ਦਾ ਇਤਿਹਾਸ ਸਰਵਣ ਕੀਤਾ ਹੈ, ਕਿਉਂਕਿ ਘੰਟਾ ਸਮਾਪਤ ਹੋਣ ਲੱਗਾ ਹੈ ਤੇ ਆਪਾਂ ਲੜੀਵਾਰ ਕਥਾ ਵੀ ਸਰਵਣ ਕਰਨੀ ਹੈ। ਇਸ ਕਰਕੇ ਇਹ ਸ਼ਹਾਦਤ ਜੋ ਸ਼ਹੀਦਾਂ ਨੇ ਪ੍ਰਾਪਤ ਕੀਤੀ, ਇਸ ਨੂੰ ਕੋਟਾਨ ਕੋਟ ਪ੍ਰਣਾਮ। ਜਿਹੜਾ ਆਪਣੇ ਘਰ ਪਰਿਵਾਰ ਦੀ ਜ਼ਿੰਦਗੀ ਦੇ ਵਿੱਚ ਹੀ ਕੇਵਲ ਲੱਗਾ ਰਹੇ, ਉਹਨਾਂ ਦੇ ਨਾਉ ਨਿਸ਼ਾਨ ਮਿਟ ਜਾਂਦੇ ਹਨ। ਕਈ ਵਾਰੀ ਜੀਵ ਆਏ ਹਨ ਇਸ ਸੰਸਾਰ 'ਤੇ, ਕਈ ਘਰ ਵਸਾ ਕੇ ਚਲੇ ਗਏ ਹਨ, ਪਰ ਜੇ ਨਾਮ ਰਹਿੰਦਾ ਹੈ ਤਾਂ ਸਿਰਫ ਯੋਧਿਆਂ ਸੂਰਬੀਰਾਂ ਦਾ ਧਰਤੀ ਦੇ ਉੱਤੇ ਨਾਮ ਰਹਿੰਦਾ ਹੈ। ਜੇ ਨਾਮ ਰਹਿੰਦਾ ਹੈ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਰਹਿਤ ਨੂੰ ਕਮਾਉਣ ਵਾਲਿਆਂ ਦਾ ਕੇਵਲ ਇਸ ਧਰਤੀ ਦੇ ਉੱਤੇ ਨਾਮ ਰਹਿੰਦਾ ਹੈ। ਤੋ ਐਸੇ ਸ਼ਹੀਦਾਂ ਨੂੰ ਕੋਟਾਨ ਕੋਟ ਪ੍ਰਣਾਮ। ਇਹਨਾਂ ਦੀ ਜ਼ਿੰਦਗੀ ਤੋਂ, ਇਹਨਾਂ ਦੇ ਜੀਵਨ ਤੋਂ ਸਿੱਖਿਆ ਲਈਏ। ਜੋ ਅੱਜ ਤੱਕ ਦਿੱਲੀ ਦੇ ਕਤਲੇਆਮ, ਜਿਸ ਨੂੰ ਦੰਗੇ ਕਹਿ ਕੇ ਨਾਮ ਦਿੱਤਾ ਗਿਆ ਸੀ, ਪਰ ਉਹ ਸਿੱਖਾਂ ਦੀ ਨਸਲਕੁਸ਼ੀ ਜਿਸ ਦਾ ਅੱਜ ਤੱਕ ਨਹੀਂ ਇਨਸਾਫ ਮਿਲਿਆ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਿਰਪਾ ਕਰਨ, ਆਪਣੇ ਖਾਲਸੇ ਨੂੰ ਬਲ ਬਖਸ਼ਣ, ਦੁਸ਼ਟ ਦੀ ਧੌਣ ਤੇ ਗੋਡਾ ਰੱਖ ਕੇ ਗਰੀਬ ਨਵਾਜ ਮਹਾਰਾਜ ਕਿਰਪਾ ਕਰਨ ਇਹ ਮਹਾਰਾਜ ਦਾ ਖਾਲਸਾ ਆਪਣਾ ਹੱਕ ਲਏ। ਤੋ ਆਓ ਸ਼ੇਸ਼ ਸਮੇਂ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੇ ਜੋ ਪਾਵਨ ਪਵਿੱਤਰ ਸ਼ਲੋਕ ਹਨ ਉਹਨਾਂ ਦੇ ਅਰਥ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਪਿਆਰ ਨਾਲ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਭਾਂਗ ਮਾਛਲੀ ਸੁਰਾਪਾਨ। ਭਗਤ ਕਬੀਰ ਸਾਹਿਬ ਜੀ ਕਾਂਚੀ ਦੇ ਸ਼ਹਿਰ ਵਿੱਚ ਤੁਰੇ ਜਾ ਰਹੇ ਸਨ। ਉੱਥੇ ਕੀ ਨਜ਼ਰ ਆਇਆ, ਜੋ ਅਮੀਰ ਲੋਕ ਸਨ ਉਹ ਆਪਣੇ ਪੈਸੇ ਨੂੰ ਬਰਬਾਦ ਕਰ ਰਹੇ ਹਨ,
ਭੰਗ ਪੀ ਕੇ, ਮਾਸ ਖਾ ਕੇ, ਸ਼ਰਾਬਾਂ ਪੀ ਕੇ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਰਹੇ ਹਨ। ਐਸੇ ਨਿਖਿੱਧ ਪੁਰਸ਼ਾਂ ਨੂੰ ਦੇਖ ਕੇ, ਕਿਉਂਕਿ ਭਗਤਾਂ ਦਾ ਸੁਭਾਅ ਪਰਉਪਕਾਰ ਵਾਲਾ ਹੁੰਦਾ ਹੈ, ਉਹਨਾਂ ਦਾ ਭਲਾ ਕਰਨ ਨੂੰ, ਉਹਨਾਂ ਨੂੰ ਸਮਝਾਉਣ ਨੂੰ ਇਹ ਕਹਿੰਦੇ ਹਨ। ਤੋ ਇਸੇ ਹੀ ਪ੍ਰਕਾਰ ਕਬੀਰ ਭਾਂਗ ਮਾਛਲੀ ਸੁਰਾਪਾਨ। ਗੁਰੂ ਸਾਹਿਬ ਜੀ ਭਗਤ ਰਸਨਾ ਦੁਆਰਾ ਉਪਦੇਸ਼ ਬਖਸ਼ਿਸ਼ ਕਰਦੇ ਹਨ। ਭਾਂਗ ਜੋ ਭੰਗ ਹੈ, ਜੋ ਭੰਗ ਨੂੰ ਪੀ ਕੇ ਸਰੀਰ ਦੀ ਜੋ ਪ੍ਰਕਿਰਿਆ ਹੈ ਨਸ਼ਟ ਹੋ ਜਾਂਦੀ ਹੈ, ਸਰੀਰ ਦੇ ਵਿੱਚ ਬਲ ਨਹੀਂ ਰਹਿੰਦਾ, ਬੰਦਾ ਆਲਸੀ ਹੋ ਜਾਂਦਾ ਹੈ, ਉਸ ਦੇ ਵਿੱਚ ਕੋਈ ਉਦਮ ਚਾਅ ਉਤਸ਼ਾਹ ਨਹੀਂ ਰਹਿੰਦਾ, ਉਹ ਸਦਾ ਹੀ ਡਿੱਗਾ ਢੱਠਿਆ ਰਹਿੰਦਾ ਹੈ। ਇਹ ਐਸੀ ਜੜੀ ਬੂਟੀ ਹੈ ਭੰਗ, ਇਸ ਨੂੰ ਹਿੰਦੁਸਤਾਨ ਦੀ ਧਰਤੀ 'ਤੇ ਮੰਨਿਆ ਗਿਆ ਹੈ ਕਿ ਇਸ ਦੇ ਨਾਲ ਸਮਾਧੀ ਬੜੀ ਲੱਗਦੀ ਹੈ। ਪਰ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਇਹ ਪ੍ਰਵਾਨ ਨਹੀਂ। ਜਦੋਂ ਗੁਰੂ ਨਾਨਕ ਸਾਹਿਬ ਜੀ ਏਮਨਾਬਾਦ ਦੀ ਧਰਤੀ ਦੇ ਉੱਤੇ ਮਹਾਰਾਜ ਸਾਹਿਬ ਜੀ ਨੂੰ ਤੋ ਇਸ ਪ੍ਰਕਾਰ ਬਾਬਰ ਨੇ ਕੈਦ ਪਾਇਆ, ਤਾਂ ਗਰੀਬ ਨਵਾਜ ਜੀ ਨੇ ਸਤਨਾਮ ਵਾਹਿਗੁਰੂ ਦੇ ਨਾਲ 1000 ਕੋ ਚੱਕੀਆਂ ਘੁਮਾਈਆਂ। ਕੇਵਲ ਸੱਚੇ ਪਾਤਸ਼ਾਹ ਜੀ ਨੇ ਸਿਮਰਨ ਕਰਨ ਦਾ, 11,000 ਜੋ ਕੈਦੀ ਸਨ ਉਹਨਾਂ ਨੂੰ ਸਿਮਰਨ ਕਰਨ ਦਾ ਉਪਦੇਸ਼ ਦਿੱਤਾ, ਤਾਂ ਆਪੇ ਹੀ ਚੱਕੀਆਂ ਘੁੰਮੀਆਂ। ਐਸੀ ਕਰਾਮਾਤ ਵੇਖ ਕੇ ਬਾਬਰ ਨੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਆਇਆ, ਤਾਂ ਮਹਾਰਾਜ ਨੂੰ ਫਕੀਰ ਜਾਣ ਕੇ ਇਸਨੇ ਮਹਾਰਾਜ ਅੱਗੇ ਭੰਗ ਰੱਖ ਦਿੱਤੀ। ਤਾਂ ਉਸ ਵਕਤ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਹੇ ਬਾਬਰ, ਅਸੀਂ ਇਹ ਦੁਨੀਆ ਦੇ ਝੂਠੇ ਨਸ਼ੇ ਨਹੀਂ ਕਰਦੇ, ਅਸੀਂ ਜੇ ਨਸ਼ਾ ਕਰਦੇ ਹਾਂ ਤਾਂ ਉੱਥੇ ਮਹਾਰਾਜ ਨੇ ਫਰਮਾਇਆ, ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ, ਹਾਉ ਦੀਵਾਨਾ ਭਇਆ ਅਤੀਤ। ਅਸੀਂ ਜੇ ਭੰਗ ਪੀਨੇ ਹਾਂ ਤਾਂ ਪਰਮੇਸ਼ਰ ਦੇ ਡਰ ਦੀ ਭੰਗ ਪੀਨੇ ਹਾਂ, ਔਰ ਪਰਮੇਸ਼ਰ ਤੋਂ ਸਦਾ ਹੀ ਅਸੀਂ ਡਰ ਕੇ ਰਹਿੰਦੇ ਹਾਂ। ਐਸੀ ਅਸੀਂ ਭੰਗ ਪੀਨੇ ਹਾਂ, ਇਸ ਦੁਨੀਆ ਦੇ ਝੂਠੇ ਨਸ਼ੇ ਨਹੀਂ ਕਰਦੇ। ਤੋ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਰਹਿਤ ਵਿੱਚ ਵੀ ਇਹ ਦ੍ਰਿੜਾਇਆ ਹੈ, ਭਾਈ ਜਿਹੜੇ ਨੜੀ ਮਾਰ ਹੁੰਦੇ ਹਨ, ਜਿਹੜੀ ਆਪਣੀ ਸਰੀਰ ਦੀ ਸ਼ਕਤੀ ਨੂੰ ਮਾਰਦੇ ਹਨ, ਉਹਨਾਂ ਨੂੰ ਨੜੀ ਮਾਰ ਕਹੀਦਾ ਹੈ। ਨੜੀ ਮਾਰ ਨੂੰ ਆਪਣੀ ਬੇਟੀ ਨਾ ਕੋਈ ਦਏ ਵਿਆਹੁਣ ਲਈ ਇਹ ਮਹਾਰਾਜ ਨੇ ਸਖਤ ਮਨਾਹੀ ਦਿੱਤੀ ਹੈ। ਤੇ ਨਾ ਹੀ ਨੜੀ ਮਾਰ ਦੇ ਨਾਲ ਕੋਈ ਰੋਟੀ ਦੀ ਸਾਂਝ ਰੱਖੇ। ਇਹ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਨੂੰ ਵਿਵਰਜਿਤ ਕੀਤਾ ਹੈ ਐਸੇ ਨਸ਼ੇ ਤੋਂ। ਤੋ ਐਸੀ ਜਿਹੜੀ ਭੰਗ ਮਾਛੁਲੀ, ਜਿਹੜੀ ਮੱਛੀ ਖਾਣ ਦੇ ਬਹੁਤ ਸ਼ੌਕੀਨ ਹੁੰਦੇ ਹਨ, ਜਿਹਨੇ ਮੱਛੀ ਖਾ ਲਈ ਉਸਨੇ ਸਾਰੇ ਹੀ ਮਾਸ ਖਾ ਲਏ। ਕਿਵੇਂ? ਕਿਉਂਕਿ ਜਦੋਂ ਰੁੜਦਾ ਜਾਂਦਾ ਹੋਇਆ ਮੁਰਦਾ ਵੀ ਜਲ ਦੇ ਵਿੱਚ ਮੱਛੀ ਨੂੰ ਮਿਲੇ ਤਾਂ ਉਸ ਨੂੰ ਵੀ ਮੱਛੀ ਖਾ ਲੈਂਦੀ ਹੈ। ਇਸ ਕਰਕੇ ਜਿਹਨੇ ਮੱਛੀ ਖਾ ਲਈ ਉਸਨੇ ਸਾਰੇ ਹੀ ਮਾਸ ਖਾ ਲਏ। ਅਤੇ ਇਹੋ ਜਿਹੀ ਭੈੜੀ ਹਾਲਤ ਹੈ ਲੋਕਾਂ ਦੀ, ਮੱਛੀ ਨੂੰ ਤਲ ਕੇ ਪਕੌੜੇ ਬਣਾ ਕੇ ਖਾਂਦੇ ਹਨ। ਤੋ ਭਾਰੀ ਪਾਪ ਹੈ ਲੱਗਦਾ ਜੇ ਜੀਵ ਨੂੰ ਕੋਹ ਕੇ ਮਾਰ ਕੇ, ਉਸ ਨੂੰ ਕੱਟ ਵੱਢ ਕੇ, ਉਸ ਨੂੰ ਤਲ ਕੇ ਖਾਈਏ। ਤੋ ਇਸੇ ਹੀ ਤਰ੍ਹਾਂ ਭਾਈ ਗੁਰਦਾਸ ਜੀ ਜ਼ਿਕਰ ਕਰਦੇ ਹਨ, ਜੇ ਕਾ ਸਾਈ ਉਦਰਿਆ ਜੀਆ ਘਾਏ ਨਾ ਖਾਏ ਭੰਗਾ। ਭੰਗ ਨਾਮ ਮਾਸ ਦਾ ਵੀ ਹੈ। ਤੋ ਭਗਤ ਸਧਨਾ ਜੀ ਦੀ ਸਾਖੀ ਆਉਂਦੀ ਹੈ। ਸਧਨਾ ਭਗਤ ਜੀ ਭਗਤੀ ਕਰਨ ਤੋਂ ਪਹਿਲਾਂ ਕਸਾਈ ਸਨ। ਉਹਨਾਂ ਦੇ ਹੱਥ ਦੇ ਵਿੱਚ ਟੋਕਾ ਹੁੰਦਾ ਸੀ ਤਾਂ ਬੱਕਰੇ ਆਦਿਕ ਵੱਢ ਕੇ ਮਾਸ ਵੇਚਦੇ ਸਨ। ਇੱਕ ਉਹਨਾਂ ਦਾ ਪੱਕਾ ਗਾਹਕ ਆਇਆ, ਉਦੋਂ ਉਹਨਾਂ ਨੇ ਦੁਕਾਨ ਬੰਦ ਕਰ ਦਿੱਤੀ ਸੀ, ਮਾਸ ਮੰਗਿਆ। ਸੋਚਿਆ ਕਿ ਜੇ ਪੂਰਾ ਬੱਕਰਾ ਮਾਰਾਂ ਤਾਂ ਸਵੇਰੇ ਪਿਆ ਮਾਸ ਖਰਾਬ ਹੋ ਜਾਵੇਗਾ, ਇੱਦਾਂ ਕਰਦੇ ਹਾਂ ਇੱਕ ਲੱਤ ਵੱਢ ਲੈਂਦੇ ਹਾਂ। ਜਦੋਂ ਲੱਤ ਵੱਢਣ ਲੱਗੇ, ਜਦੋਂ ਭਾਈ ਭਾਗ ਜਾਗਣ ਤਾਂ ਕੰਧਾਂ ਵੀ ਉਪਦੇਸ਼ ਦਿੰਦੀਆਂ ਹਨ। ਉਦੋਂ ਫਿਰ ਬੱਕਰੇ ਨੇ ਆਵਾਜ਼ ਦਿੱਤੀ, ਹੱਸਿਆ। ਤਾਂ ਭਗਤ ਜੀ ਨੇ ਪੁੱਛਿਆ ਸਧਨੇ ਨੇ ਕਿ ਤੂੰ ਹੱਸਿਆ ਕਿਉਂ ਹੈ? ਉਹਨੇ ਕਿਹਾ ਕਿ ਤੂੰ ਆਪਣਾ ਕੰਮ ਕਰ, ਤੂੰ ਕਸਾਈ ਹੈ, ਤੈਨੂੰ ਕੀ ਮਤਲਬ ਮੇਰੇ ਹੱਸਣ ਦੇ ਵਿੱਚ? ਫਿਰ ਤੋਂ ਜਦੋਂ ਹੱਸਿਆ ਫਿਰ ਅਸਚਰਜ ਹੋਏ, ਹੈਰਾਨ ਹੋਏ। ਪੁੱਛਿਆ ਤੂੰ ਜ਼ਰੂਰ ਦੱਸ, ਤੇਰੇ ਹੱਸਣ ਦਾ ਕਾਰਨ ਕੀ ਹੈ? ਉਹਨੇ ਬੱਕਰੇ ਨੇ ਆਖਿਆ, ਜੇ ਮੈਂ ਤੈਨੂੰ ਦੱਸ ਦਿੱਤਾ ਤੇਰੇ ਹੱਥੋਂ ਟੋਕਾ ਛੁੱਟ ਜਾਣਾ ਹੈ, ਤੇਰੇ ਕੋਲ ਕਸਾਈਪੁਣਾ ਛੁੱਟ ਜਾਣਾ ਹੈ। ਹੋਰ ਅਸਚਰਜਤਾ ਹੋਈ। ਫਿਰ ਉਸ ਬੱਕਰੇ ਨੇ ਆਖਿਆ, ਹੇ ਸਧਨਾ, ਇਹ ਕਰਮਾਂ ਦੀ ਖੇਡ ਹੈ। ਕਦੇ ਤੂੰ ਕਸਾਈ ਬਣ ਕੇ ਮੈਨੂੰ ਮਾਰਦਾ ਹੈ ਤਾਂ ਕਦੇ ਮੈਂ ਕਸਾਈ ਬਣ ਕੇ ਤੈਨੂੰ ਬੱਕਰੇ ਦੀ ਸ਼ਕਲ ਦੇ ਵਿੱਚ ਮਾਰਦਾ ਹਾਂ। ਤੋ ਇਸੇ ਹੀ ਤਰ੍ਹਾਂ ਬੱਕਰਾ ਆਖਦਾ ਕਿ ਮੈਂ ਤਾਂ ਹੱਸਿਆ ਹਾਂ ਕਿ ਮੈਂ ਤਾਂ ਔਖਾ ਸੌਖਾ ਹੋ ਕੇ ਰਾਤ ਕੱਟ ਲਵਾਂਗਾ ਇੱਕ ਲੱਤ ਤੋਂ ਬਿਨਾਂ। ਜਦੋਂ ਅਗਲੇ ਜਨਮ 'ਚ ਤੇਰੀ ਵਾਰੀ ਆਈ ਤਾਂ ਮੈਂ ਤੇਰੀ ਲੱਤ ਵੱਢੀ, ਤੇਰੀ ਕੀ ਹਾਲ ਹੋਊਗਾ? ਤੋ ਇਸ ਤਰ੍ਹਾਂ ਭਗਤ ਸਧਨਾ ਜੀ, ਉਹਨਾਂ ਦੇ ਹੱਥੋਂ ਟੋਕਾ ਛੁੱਟ ਗਿਆ। ਤੋ ਇਸ ਤਰ੍ਹਾਂ ਭਗਤੀ ਦੇ ਵਿੱਚ ਲੱਗੇ। ਤੋ ਇਸ ਤਰ੍ਹਾਂ ਭਾਈ ਗੁਰੂ ਕੇ ਸਿੱਖ ਐਸੇ ਨਖਿੱਧ ਪਦਾਰਥਾਂ ਨੂੰ, ਤਾਮਸੀ ਭੋਜਨਾਂ ਨੂੰ ਤਿਆਗਦੇ ਹਨ।
ਕਿਉਂਕਿ ਮਾਸ ਕਰ ਮੂਰਖ ਝਗੜੇ, ਜਿਹੜੇ ਜੀਭ ਦੇ ਰਸ ਦੇ ਲਈ, ਖਾਣ ਦੇ ਸਵਾਦ ਲਈ ਸਦਾ ਜਿਉਂਦੇ ਹਨ, ਉਹ ਮਾਸ ਦਾ ਨਾਮ ਲੈ ਕੇ ਸਦਾ ਝਗੜਦੇ ਰਹਿੰਦੇ ਹਨ। ਪਰ ਗੁਰੂ ਕੇ ਸਿੰਘ ਐਸਾ ਭੋਜਨ ਨਹੀਂ ਖਾਂਦੇ। ਤੇ ਕਈ ਜੀਭ ਦੇ ਸਵਾਦ ਦੇ ਲਈ ਪੁਰਾਣੇ ਸਿੰਘਾਂ ਦਾ ਤੋਂ ਹਵਾਲਾ ਦਿੰਦੇ ਹਨ ਕਿ ਪੁਰਾਣੇ ਸਿੰਘ ਇਹੋ ਜਿਹੀ ਛਕਦੇ ਸਨ। ਜ਼ਰੂਰ ਛਕਦੇ ਸਨ, ਪਰ ਉਹਨਾਂ ਦਾ ਜੀਵਨ ਦੇਖੋ। ਉਹ ਤਾਂ ਆਪਣੇ ਘਰ ਪਰਿਵਾਰ ਛੱਡ ਕੇ ਦੂਸਰਿਆਂ ਦੇ ਘਰ ਪਰਿਵਾਰ ਵਸਾਉਂਦੇ ਸਨ, ਕੁਰਬਾਨੀਆਂ ਦਿੰਦੇ ਸਨ, ਜੰਗਲਾਂ ਦੇ ਵਿੱਚ ਘੋੜਿਆਂ ਦੀਆਂ ਕਾਠੀਆਂ ਤੇ ਜਿਉਂ ਕੇ ਉਹ ਤਾਂ ਰੁੱਖਾਂ ਦੀਆਂ ਛਿੱਲੜਾਂ ਰਾਹ ਕੇ ਵੀ ਗੁਜ਼ਾਰਾ ਕਰ ਲੈਂਦੇ ਸਨ। ਜੇ ਭਾਈ ਨਕਲ ਕਰਨੀ ਹੈ ਤਾਂ ਉਹਨਾਂ ਦੀ ਫਿਰ ਕੁਰਬਾਨੀ ਦੀ ਵੀ ਨਕਲ ਕਰੋ। ਇਹ ਕਿ ਚੀਚੀ ਦੇ ਉੱਤੇ ਚੀਰਾ ਨਹੀਂ ਲਵਾਉਣਾ ਤੇ ਨਕਲ ਸਾਰੀ ਉਹ ਕਰਨੀ ਪੁੱਠੀ। ਤੋ ਇਸ ਤਰ੍ਹਾਂ ਦੇ ਜਿਹੜੇ ਜੀਭ ਦੇ ਰਸਾਂ ਦੇ ਲਈ ਜਿਉਂਦੇ ਹਨ, ਭਾਈ ਇਹੋ ਜਿਹਿਆਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਗੁਰੂ ਘਰ ਦੇ ਵਿੱਚ ਕੋਈ ਤਾਮਸੀ ਭੋਜਨ ਦੇ ਲਈ ਥਾਂ ਨਹੀਂ। ਇਸ ਪ੍ਰਕਾਰ ਭਾਂਗ, ਮਾਛਲੀ, ਸੁਰਾ ਜੋ ਸ਼ਰਾਬ ਹੈ, ਜਿਸ ਨੂੰ ਕਹਿੰਦੇ ਹਨ ਅਖੇ ਜੀ ਇਹ ਪੰਜ ਰਤਨੀ ਹੈ, ਇਸ ਨੂੰ ਬੋਲਣ ਕਰਕੇ ਸੱਚ ਬਾਹਰ ਨਿਕਲਦਾ ਹੈ। ਇਹੋ ਜਿਹੇ ਲੋਕਾਂ ਨੂੰ ਪੁੱਛਿਆ ਜਾਏ ਕੀ ਗੱਲ ਉੱਦਾਂ ਨਹੀਂ ਸੱਚ ਬੋਲਿਆ ਜਾਂਦਾ? ਤੇ ਜੇ ਪੰਜ ਰਤਨੀ ਹੈ ਤਾਂ ਇੱਦਾਂ 14 ਰਚਨਾ ਵਿੱਚੋਂ ਇੱਕ ਰਤਨ ਤਾਂ ਜ਼ਹਿਰ ਵੀ ਹੈ, ਫਿਰ ਜ਼ਹਿਰ ਕਿਉਂ ਨਹੀਂ ਪੀ ਲੈਂਦੇ? ਤੋ ਇਸ ਤਰ੍ਹਾਂ ਜਿਹੜੇ ਗੁਰੂ ਘਰ ਦੇ ਵਿੱਚ ਸ਼ਰਾਬ ਪੀ ਜਾਂਦੀ ਹੈ, ਉਹ ਪ੍ਰੇਮ ਦੀ ਸ਼ਰਾਬ ਹੈ, ਹੋਰ ਕੋਈ ਨਸ਼ਾ ਨਹੀਂ ਕੀਤਾ ਜਾਂਦਾ। ਇਸ ਫਿਰ ਪ੍ਰੇਮ ਦੇ ਨਸ਼ੇ ਦੇ ਵਿੱਚ ਉਹ ਆਪਣੇ ਆਹੂ ਵੀ ਲਹਾ ਲੈਂਦੇ ਹਨ, ਚਰਖੜੀ ਤੇ ਚੜ੍ਹ ਜਾਂਦੇ ਹਨ, ਫਿਰ ਵੀ ਉਹਨਾਂ ਨੂੰ ਐਸਾ ਸੱਚਾ ਨਸ਼ਾ ਨਹੀਂ ਲੱਥਦਾ। ਨਾਮ ਖੁਮਾਰੀ ਨਾਨਕਾ ਚੜ੍ਹੀ ਰਹਿ ਦਿਨ ਰਾਤ, ਫਿਰ ਨਾਮ ਦੀ ਖੁਮਾਰੀ, ਨਾਮ ਦਾ ਨਸ਼ਾ ਦਿਨ ਰਾਤ ਚੜ੍ਹਿਆ ਰਹਿੰਦਾ ਹੈ। ਫਿਰ ਉਹ ਟੋਕੇ ਦੇ ਥੱਲੇ ਵੀ ਨਹੀਂ ਲੱਥਦਾ, ਨਾ ਹੀ ਚਰਖੜੀ ਤੇ ਲੱਥਦਾ ਹੈ, ਨਾ ਹੀ ਆਰੀ ਥੱਲੇ ਲੱਥਦਾ ਹੈ ਐਸਾ ਨਸ਼ਾ। ਤੋ ਇਸ ਪ੍ਰਕਾਰ ਜਿਹੜੀ ਸ਼ਰਾਬ ਹੈ, ਇਸ ਦਾ ਵੀ ਖੰਡਨ ਕੀਤਾ ਹੈ, ਜਿਹਦਾ ਨਾਮ ਹੀ ਸ਼ਰ ਆਬ, ਸ਼ਰ ਸ਼ਰਾਰਤ ਵਾਲਾ ਆਬ ਪਾਣੀ, ਭਾਵ ਜਿਹੜਾ ਸ਼ਰਾਰਤ ਵਾਲਾ ਪਾਣੀ ਹੈ, ਐਸੇ ਪਾਣੀ ਨੂੰ ਪੀ ਕੇ ਭਲਾ ਕੋਈ ਕੀ ਸ਼ੁਭ ਕਰਮ ਕਰੇਗਾ? ਭਾਵ ਨਹੀਂ ਕਰ ਸਕਦਾ। ਤੋ ਇਸ ਪ੍ਰਕਾਰ ਭਾਂਗ, ਮਾਛਲੀ, ਸੁਰਾ, ਪਾਨ ਜੋ ਤੰਬਾਕੂ ਹੈ, ਤੋ ਇਹ ਤੰਬਾਕੂ ਨਖਿੱਧ ਬੂਟੀ ਹੈ, ਜਿਸ ਦੇ ਬਾਰੇ ਗੁਰੂ ਗਰੀਬ ਨਵਾਜ ਜੀ ਦਾ ਫਰਮਾਨ ਹੈ, ਪਾਨ ਸਪਾਰੀ ਖਾਤੀਆਂ, ਮੁਖ ਬੀੜੀਆਂ ਲਾਈਆਂ, ਹਰ ਹਰ ਨਾਮ ਕਦੇ ਨਾ ਚੇਤਿਓ, ਜੰਮ ਪਕੜ ਚਲਾਈਆਂ। ਭਾਈ ਜਿਹੜੇ ਸੂਟੇ ਖਿੱਚਦੇ ਹਨ, ਇਤਿਆਤਕ ਪਾਨਾਂ ਦੇ ਬੀੜੇ ਚੱਬਦੇ ਹਨ, ਉਹਨਾਂ ਨੂੰ ਅੰਤ ਦੇ ਵਕਤ ਜਮਦੂਤ ਅੱਗੇ ਸੁੱਟ ਕੇ ਲੈ ਕੇ ਜਾਣਗੇ, ਕੁੱਟਦੇ ਮਾਰਦੇ ਨਰਕ ਨੂੰ ਲੈ ਕੇ ਜਾਣਗੇ। ਐਸੀ ਬੁਰੀ ਭੈੜੀ ਹਾਲਤ ਹੁੰਦੀ ਹੈ। ਇਸ ਕਰਕੇ ਭਾਈ ਇਹ ਜੋ ਸਰੀਰ ਹੈ, ਇਹ ਪਰਮੇਸ਼ਰ ਦੀ ਦਿੱਤੀ ਹੋਈ ਦਾਤ ਹੈ। ਕੋਈ ਵੀ ਐਸੀ ਵਸਤੂ ਨਹੀਂ ਵਰਤਣੀ ਚਾਹੀਦੀ ਜਿਸ ਕਰਕੇ ਇਸ ਸਰੀਰ ਦਾ, ਇਸ ਮਿਲੀ ਹੋਈ ਦਾਤ ਦਾ ਨੁਕਸਾਨ ਹੋਵੇ। ਇਸ ਕਰਕੇ ਇਹ ਜਿਹੜਾ ਸਰੀਰ ਹੈ, ਕਿ ਗੁਰੂ ਕੇ ਸਿੱਖ ਬਹੁਤ ਸੰਭਾਲ ਕੇ ਰੱਖਦੇ ਹਨ, ਕਿਉਂਕਿ ਇਸ ਸਰੀਰ ਤੋਂ ਬਹੁਤ ਕੰਮ ਲੈਣੇ ਹਨ। ਇਸ ਸਰੀਰ ਤੋਂ ਪੰਥ ਦੀ ਸੇਵਾ ਕਰਨੀ ਹੈ। ਇਹ ਸਰੀਰ ਪੰਜਾਂ ਪਿਆਰਿਆਂ ਨੂੰ ਦਿੱਤਾ ਹੈ। ਇਸ ਸਰੀਰ ਦੇ ਨਾਲ ਸ਼ਹਾਦਤ ਪ੍ਰਾਪਤ ਕਰਨੀ ਹੈ। ਇਸ ਸਰੀਰ ਦੇ ਨਾਲ ਵਾਹਿਗੁਰੂ ਦਾ ਨਾਮ ਜਪ ਕੇ ਪਰਮੇਸ਼ਰ ਨੂੰ ਪ੍ਰਾਪਤ ਹੋਣਾ ਹੈ। ਇਸ ਕਰਕੇ ਭਾਂਗ, ਮਾਸ ਅਤੇ ਮੱਛੀ ਇਤਿਆਦਿਕ ਜੋ ਸ਼ਰਾਬ ਅਤੇ ਪਾਨ ਤੰਬਾਕੂ ਜੋ ਜੋ ਪ੍ਰਾਨੀ ਖਾਹੇ, ਜਿਹੜਾ ਵੀ ਪ੍ਰਾਣਾ ਧਾਰੀ ਜੀਵ ਖਾਵੇਗਾ, ਵਰਤਨ ਕਰੇਗਾ, ਇਸ ਨੂੰ ਸੇਵਨ ਕਰੇਗਾ, ਤੀਰਥ ਬਰਤ ਨੇਮ ਕੀਏ, ਉਹਨਾਂ ਦੇ ਨਹਾਤੇ ਹੋਏ ਤੀਰਥ, ਕੀਤੇ ਹੋਏ ਇਕਾਦਸ਼ੀ ਦੇ ਵਰਤ ਅਤੇ ਯਮ ਨੇਮ ਜਿੰਨੇ ਵੀ ਉਹਨਾਂ ਦੇ ਨਿਯਮ ਸਾਧਨ ਕੀਤੇ ਹੋਏ ਹਨ, ਤੇ ਸਬੈ ਰਸਾਤਲ ਜਾਹੇ, ਤੇ ਉਹ ਸਾਰੇ ਹੀ ਰਸਾਤਲ ਹੈ ਸਤਵੀਂ ਨਰਕ ਦਾ ਨਾਮ, ਜਿੱਥੇ ਘੋਰ ਪਾਪ ਕਰਨ ਵਾਲਿਆਂ ਨੂੰ ਸਜ਼ਾ ਦਿੱਤੀ ਜਾਂਦੀ ਹੈ। ਉਹ ਡੂੰਘੀ ਨਰਕ ਦੇ ਵਿੱਚ ਜਾਣਗੇ ਸਾਰੇ ਹੀ, ਕੋਈ ਇੱਕ ਵੀ ਬਚੇਗਾ ਨਹੀਂ ਜਿਨ੍ਹੇ ਇਹਨਾਂ ਪਾਪਾਂ ਦੇ ਵਿੱਚੋਂ ਇੱਕ ਥੋੜ੍ਹਾ ਮਾਤਰ ਵੀ ਪਾਪ ਕਰ ਲਿਆ। 100 ਸਾਖੀ ਦੇ ਬਚਨ ਹਨ, ਮਧੁਰਾ ਦਹਿਤਾ ਸਪਤ ਤਨ, ਭਾਂਗ ਦਹੈ ਤਨ ਏਕ। ਜਿਹੜਾ ਮਧੁਰਾ ਸ਼ਰਾਬ ਪੀਣ ਵਾਲਾ ਹੈ, ਉਸ ਦੀਆਂ 7 ਕੁੱਲਾਂ ਨਾਸ਼ ਹੁੰਦੀਆਂ ਹਨ। ਉਹ ਆਪਣੀਆਂ 7 ਕੁੱਲਾਂ ਨੂੰ ਨਾਸ਼ ਬਰਬਾਦ ਕਰ ਲੈਂਦਾ ਹੈ। ਤੇ ਜਿਹੜਾ ਭੰਗ ਪੀਣ ਵਾਲਾ ਹੁੰਦਾ ਹੈ, ਦਹੈ ਤਨ ਏਕ, ਉਸ ਦਾ ਸਾਰਾ ਸਰੀਰ ਹੀ ਉਸ ਦੀ ਜਖਣਾ ਵੱਢੀ ਜਾਂਦੀ ਹੈ। ਕੋਈ ਮਰਦਾਨਗੀ ਸ਼ਕਤੀ ਨਹੀਂ ਰਹਿੰਦੀ, ਕੋਈ ਸ਼ਹੀਦੀ ਪਾਉਣ ਦਾ ਚਾਅ ਹੀ ਨਹੀਂ, ਕੋਈ ਨਾਮ ਜਪਣ ਦਾ ਚਾਅ ਹੀ ਨਹੀਂ ਉਹਨਾਂ ਕੋਲ ਰਹਿੰਦਾ। ਐਸੇ ਡਿੱਗੇ ਢੱਠੇ ਰਹਿੰਦੇ ਹਨ। ਤੋ ਇਹੋ ਜਿਹੀ ਹਾਲਤ ਹੁੰਦੀ ਹੈ। ਤੇ ਅੰਤ ਦੇ ਵਕਤ ਤੇ ਸਭੈ ਰਸਾਤਲ ਜਾਹੇ, ਨਰਕਾਂ ਨੂੰ ਜਾਣਾ ਪਵੇਗਾ। ਹੇ ਭਾਈ, ਜੇ ਐਸਾ ਕੋਈ ਕੁਕਰਮ ਕਰਦਾ ਹੈ ਤਾਂ ਪੰਜਾਂ ਪਿਆਰਿਆਂ ਦੇ ਹਾਜ਼ਰ ਹੋ ਕੇ ਆਪਣੀ ਭੁੱਲ ਚੁੱਕ ਬਖਸ਼ਾ ਕੇ ਅੰਮ੍ਰਿਤ ਛਕੇ। ਇਹ ਗੁਰੂ ਕਾ ਉਪਦੇਸ਼ ਹੈ। ਇਸੇ ਹੀ ਪ੍ਰਕਾਰ ਆਰੰਭ ਤੋਂ ਕਬੀਰ ਭਾਂਗ, ਮਾਛਲੀ, ਸੁਰਾ, ਪਾਨ। ਤੋ ਮਾਂ ਛੁਲੀ, ਮਾਂ ਨਾਮ ਮਾਇਆ ਦਾ ਹੈ, ਛੁਲੀ ਜੋ ਤੁੱਛ ਜੀ ਹੈ।
ਮਾਇਆ ਹੈ ਤਾਂ ਤੁੱਛ ਜਿਹੀ, ਪਰ ਇਸ ਨੇ ਸੁਰਾਪਾਨ ਜਿਹੜੇ ਸੁਰ ਦੇਵਤੇ ਹਨ ਉਹਨਾਂ ਨੇ ਪਾਨ ਹੱਥ ਵਿੱਚ ਫੜੀ ਹੋਈ ਹੈ, ਪਰ ਉਹਨਾਂ ਦੇ ਕੋਲੋਂ ਵੀ ਭਾਂਗ ਭੱਜ ਗਈ ਹੈ। ਇਹ ਜਿਹੜੀ ਮਾਇਆ ਹੈ ਤਾਂ ਤੁੱਛ ਜਿਹੀ, ਪਰ ਜਿਹੜੇ ਦੇਵਤਿਆਂ ਕੋਲ ਵੀ ਇਸ ਮਾਇਆ ਨੇ ਤੋਂ ਇਸ ਪ੍ਰਕਾਰ ਉਹਨਾਂ ਨੂੰ ਵੀ ਫਲ ਨਹੀਂ ਦਿੱਤਾ। ਇਸ ਕਰਕੇ ਇਹ ਜੀਵ, ਇਸ ਮਾਇਆ ਪਿੱਛੇ ਤੂੰ ਲੱਗਾ ਹੈ ਕਿ ਤੈਨੂੰ ਫਲ ਦੇ ਦੇਵੇਗੀ। ਜੇ ਐਸੇ ਤਗੜੇ ਸ਼ਕਤੀਸ਼ਾਲੀ ਦੇਵਤਿਆਂ ਨੂੰ ਇਸ ਮਾਇਆ ਨੇ ਸੁੱਖ ਨਹੀਂ ਦਿੱਤਾ, ਤੈਨੂੰ ਕੀ ਇਸ ਮਾਇਆ ਤੋਂ ਸੁੱਖ ਮਿਲੇਗਾ? ਭਾਵ ਕੋਈ ਵੀ ਸੁੱਖ ਨਹੀਂ ਮਿਲੇਗਾ। ਜੋ ਜੋ ਪ੍ਰਾਨੀ ਖਾਹੇ। ਤੇ ਐਸੀ ਮਾਇਆ, ਜਿਸ ਮਾਇਆ ਨੂੰ ਜਿਹੜਾ ਵੀ ਪ੍ਰਾਣੀ ਇਸ ਮਾਇਆ ਨੇ ਖਾ ਲਿਆ ਹੈ, ਇਸ ਮਾਇਆ ਨੇ ਨਿਗਲ ਲਿਆ ਹੈ, ਜਿਹੜਾ ਵੀ ਪ੍ਰਾਣੀ ਭਾਵ ਇਸ ਮਾਇਆ ਨੇ ਜਿਸ ਨੂੰ ਵੀ ਪਰਮੇਸ਼ਰ ਵੱਲੋਂ ਭੁਲਾ ਕੇ ਆਪਣੇ ਰਸਾਂ ਕਸਾਂ ਵਿੱਚ ਲਵਾ ਲਿਆ ਹੈ। ਤੀਰਥ ਬਰਤ ਨੇਮ ਕੀਏ। ਉਹਨਾਂ ਦੇ ਨਹਾਤੇ ਹੋਏ ਤੀਰਥਾਂ ਦਾ ਇਸ਼ਨਾਨ ਕੀ ਕਰੂਗਾ? ਜੇ ਮਨ ਦੇ ਵਿੱਚ ਆਪਣੀ ਵਡਿਆਈ ਕਰਾਉਣ ਦੀ ਹੀ ਇੱਛਾ ਹੈ। ਤੀਰਥਾਂ ਦਾ ਇਸ਼ਨਾਨ ਕੀ ਕਰੂਗਾ? ਜੇ ਰਾਜਸੀ ਵੱਡਾ ਮਹਿਲ ਤੋਂ ਇਸ ਪ੍ਰਕਾਰ ਭੋਗਾਂ ਦੇ ਭੋਗਣ ਦੀ ਇੱਛਾ ਰਹਿੰਦੀ ਹੈ। ਤੀਰਥਾਂ ਦਾ ਨਹਾਤਾ ਹੋਇਆ ਇਸ਼ਨਾਨ ਕੀ ਮਨ ਦੇ ਵਿੱਚ ਕਰੂਗਾ? ਗੁਰੂ ਧਾਮਾਂ ਦੀ ਯਾਤਰਾ ਕੀ ਕਰੂਗੀ? ਜੇ ਮਨ ਦੇ ਵਿੱਚ ਪੰਜਾਂ ਵਕਾਰਾਂ ਨੂੰ ਹੀ ਭੋਗਣਾ ਹੈ। ਜੇ ਐਸੇ ਪਵਿੱਤਰ ਅਸਥਾਨਾਂ ਤੇ ਜਾ ਕੇ ਪਰਾਏ ਰੂਪ ਹੀ ਵੇਖਣੇ ਹਨ ਤਾਂ ਫਿਰ ਕੀ ਹੈ ਫਾਇਦਾ? ਇਸ ਪ੍ਰਕਾਰ ਜਿਨ੍ਹਾਂ ਨੇ ਮਾਇਆ ਨੂੰ ਖਾ ਲਿਆ ਹੈ, ਜਿਨ੍ਹਾਂ ਨੂੰ ਮਾਇਆ ਨੇ ਨਿਗਲ ਲਿਆ ਹੈ, ਉਹਨਾਂ ਦੇ ਸਾਰੇ ਹੀ ਤੀਰਥ ਕੀਤੇ ਹੋਏ, ਨਹਾਤੇ ਹੋਏ, ਵਰਤ ਕੀਤੇ ਹੋਏ ਤੇ ਜਿੰਨੇ ਵੀ ਨੇਮ ਸਾਧਨ ਹਨ, ਤੇ ਸਬੈ ਰਸਾਤਲ ਜਾਹੇ। ਭਾਈ ਉਹ ਢੱਠੇ ਖੂਹ ਦੇ ਵਿੱਚ ਹੀ ਸਾਰੇ ਉਹਨਾਂ ਦੇ ਕੀਤੇ ਹੋਏ ਸਾਧਨ, ਰਸਾਤਲ ਨਾਮ ਖੂਹ ਦਾ ਵੀ ਹੈ, ਉਹਨਾਂ ਦੇ ਢੱਠੇ ਖੂਹ ਦੇ ਵਿੱਚ ਸਾਰੇ ਸਾਧਨ ਕੀਤੇ ਹੋਏ ਪੈਣਗੇ, ਜੇ ਮਾਇਆ ਨੂੰ ਨਹੀਂ ਤਿਆਗਿਆ। ਇਸ ਕਰਕੇ ਮਾਇਆ ਦਾ ਤਿਆਗ ਬਹੁਤ ਜ਼ਰੂਰੀ ਹੈ। ਇਹ ਕੇਵਲ ਪ੍ਰਤੱਖ ਮਾਇਆ ਦੀ ਨਹੀਂ ਗੱਲ ਹੋ ਰਹੀ, ਕਿਉਂਕਿ ਇਹ ਮਾਇਆ ਦੀ ਉੱਦਾਂ ਲੋੜ ਹੈ ਤੋ ਗ੍ਰਸਤੀ ਜ਼ਿੰਦਗੀ ਜਿਉਣ ਦੀ, ਪਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖ ਨੂੰ ਇਸ ਮਾਇਆ ਦੇ ਕਾਰ ਵਿਹਾਰ ਦੇ ਵਿੱਚ ਵਰਤਦਿਆਂ ਨਿਰਲੇਪ ਹੋਣ ਨੂੰ ਉਪਦੇਸ਼ ਦਿੱਤਾ ਹੈ। ਇਸ ਤੋਂ ਨਿਰਲੇਪ ਹੋ ਕੇ ਜਿੰਨਾ ਕਿ ਪਰਿਵਾਰ ਨੂੰ ਲੋੜ ਹੈ ਉਹਨਾਂ ਕੇ ਕਮਾ ਕੇ ਉਹਨਾਂ ਨੂੰ ਦੇ, ਬਾਕੀ ਸਮਾਂ ਭਾਈ ਭਜਨ ਬੰਦਗੀ ਦੇ ਵਿੱਚ ਲੱਗ। ਇਸੇ ਹੀ ਪ੍ਰਕਾਰ ਤੀਰਥ ਬਰਤ ਭਾਂਗ ਮਾਛਲੀ ਕਬੀਰ ਭਾਂਗ ਮਾਛਲੀ ਸੁਰਾਪਾਨ। ਤੇ ਗੁਰੂ ਘਰ ਦੇ ਵਿੱਚ ਕਿਹੜੀ ਭੰਗ ਛਕੀ ਜਾਂਦੀ ਹੈ? ਭਗਤ ਰਸਨਾ ਦੁਆਰਾ ਫਰਮਾਉਂਦੇ ਹਨ, ਇੱਥੇ ਡਰ ਦੀ ਭੰਗ ਖਾਧੀ ਜਾਂਦੀ ਹੈ। ਜਦੋਂ ਪਰਮੇਸ਼ਰ ਦਾ ਡਰ ਹੋ ਆਉਣਾ ਕਿ ਪਰਮੇਸ਼ਰ ਸਦਾ ਹਾਜ਼ਰ ਨਾਜ਼ਰ ਹੈ। ਮੈਂ ਜੇ ਇਹ ਕੁਕਰਮ ਕੀਤਾ, ਗੁਰ ਕਲਗੀਧਰ ਸੱਚੇ ਪਾਤਸ਼ਾਹ ਜੀ ਮੇਰੇ ਤੋਂ ਨਾਰਾਜ਼ ਹੋ ਜਾਣਗੇ। ਜੇ ਮੈਂ ਨਿਤਨੇਮ ਨਾ ਕੀਤਾ, ਸਤਿਗੁਰੂ ਜੀ ਦੀ ਕਰੋਪੀ ਹੋਵੇਗੀ। ਇਹ ਸੱਚੇ ਪਾਤਸ਼ਾਹ ਜੀ ਦਾ ਸਦਾ ਹਿਰਦੇ ਦੇ ਵਿੱਚ ਡਰ ਰੱਖਣਾ, ਇਹ ਸੱਚੀ ਭੰਗ ਹੈ, ਇਹ ਸੱਚਾ ਨਸ਼ਾ ਹੈ। ਜੋ ਜੋ ਪ੍ਰਾਨੀ ਖਾਹੇ। ਇਸ ਪ੍ਰਕਾਰ ਇਹ ਭੰਗ ਜੋ ਸੱਚਾ ਡਰ ਦਾ ਨਸ਼ਾ ਹੈ। ਮਾਛੁਲੀ ਤੋਂ ਜਿਹੜੀ ਮਨ ਦੀ ਚੰਚਲਤਾਈ ਹੈ, ਜਿਵੇਂ ਮੱਛੀ ਜਲ ਦੇ ਵਿੱਚ ਬੜੀਆਂ ਕਲੋਲਾਂ ਕਰਦੀ ਹੈ, ਇੱਧਰ ਉੱਧਰ ਫਿਰਦੀ ਹੈ, ਇਵੇਂ ਜਿਹੜੇ ਮਨ ਦੇ ਫੁਰਨੇ ਹਨ, ਇੱਧਰ ਉੱਧਰ ਜਿਹੜਾ ਭਟਕਣਾ ਹੈ ਮਨ ਦੇ ਫੁਰਨਿਆਂ ਦਾ, ਇਹ ਮੱਛੀ ਦੀ ਤਰ੍ਹਾਂ ਇੱਧਰ ਉੱਧਰ ਮਨ ਫਿਰ ਰਿਹਾ ਹੈ। ਇਸ ਨੂੰ ਟਿਕਾ ਕੇ ਰੱਖਣਾ ਤੋਂ ਇਹ ਹੈ ਮੱਛੀ ਨੂੰ ਮਾਰਨਾ। ਤੋਂ ਸੁਰਾ, ਜੇ ਪ੍ਰੇਮ ਦੀ ਸ਼ਰਾਬ ਜਿਹੜੇ ਪੀਂਦੇ ਹਨ, ਗੁਰੂ ਘਰ ਦੇ ਵਿੱਚ ਸਿਰਫ ਪ੍ਰੇਮ ਦੀ ਹੀ ਸ਼ਰਾਬ ਦਾ ਸੇਵਨ ਹੁੰਦਾ ਹੈ, ਹੋਰ ਨਸ਼ੇ ਦਾ ਨਹੀਂ ਸੇਵਨ ਹੁੰਦਾ, ਅਤੇ ਇਸ ਨੂੰ ਪਾਨ ਸੇਵਿਆ ਜਾਂਦਾ ਹੈ। ਜੋ ਜੋ ਪ੍ਰਾਨੀ ਖਾਹੇ। ਜਿਹੜੇ ਭਾਈ ਡਰ ਦੀ ਭੰਗ ਪੀਂਦੇ ਹਨ, ਪ੍ਰੇਮ ਦਾ ਨਸ਼ਾ ਕਰਦੇ ਹਨ ਅਤੇ ਮਨ ਦੀ ਚੰਚਲਤਾਈ ਨੂੰ, ਜੋ ਐਸੀ ਮੱਛੀ ਨੂੰ ਮਾਰਦੇ ਹਨ ਜੋ ਇਹਨਾਂ ਨੂੰ ਖਾਂਦੇ ਗ੍ਰਹਿਣ ਕਰਦੇ ਹਨ। ਤੀਰਥ ਬਰਤ ਨੇਮ ਕੀਏ। ਭਾਈ ਉਹਨਾਂ ਦੇ ਨਹਾਤੇ ਹੋਏ ਤੀਰਥ, ਉਹਨਾਂ ਦੇ ਕੀਤੀ ਹੋਈ ਗੁਰੂ ਯਾਤਰਾ, ਗੁਰੂ ਅਸਥਾਨਾਂ ਦੀ ਯਾਤਰਾ, ਉਹ ਵਰਤ ਕੀ ਰੱਖਦੇ ਹਨ? ਮਾੜੇ ਫੁਰਨਿਆਂ ਵੱਲੋਂ ਵਰਤ ਰੱਖਦੇ ਹਨ। ਮਾੜੇ ਫੁਰਨੇ ਨਹੀਂ, ਭੈੜੀ ਸੋਚ ਨਹੀਂ ਸੋਚਦੇ, ਅਤੇ ਨੇਮ ਨਿਯਮ ਕੀ ਰੱਖਦੇ ਹਨ? ਅੰਮ੍ਰਿਤ ਵੇਲੇ ਦਾ ਨਿਯਮ ਰੱਖਦੇ ਹਨ। ਤੇ ਸਬੈ ਰਸਾਤਲ ਜਾਹੇ। ਤੇ ਉਹ ਸਾਰੇ ਰਸਾ ਤਲ, ਰਸਾ ਨਾਮ ਹੈ ਰਸ ਕਸ ਦਾ। ਇਸ ਸੰਸਾਰ ਦੇ ਸਾਰੇ ਰਸ ਕਸ ਤਲ ਆਪਣੇ ਪੈਰਾਂ ਦੀਆਂ ਤਲੀਆਂ ਹੇਠ ਡਬਾ ਲੈਂਦੇ ਹਨ, ਭਾਵ ਰਸਾ ਕਸਾਂ ਤੋਂ ਮੁਕਤ ਹੋ ਜਾਂਦੇ ਹਨ ਤੇ ਫਿਰ ਬ੍ਰਹਮ ਗਿਆਨ ਦੇ ਵਿੱਚ ਜਾਹੇ ਬ੍ਰਹਮ ਗਿਆਨ ਨੂੰ ਪ੍ਰਾਪਤ ਹੁੰਦੇ ਹਨ। ਐਸੇ ਗੁਰੂ ਕੇ ਸਿੱਖ ਜਿਹੜੇ ਗੁਰੂ ਰੂਪੀ ਤੀਰਥ ਤੇ ਆ ਕੇ ਸੱਚੇ ਪਾਤਸ਼ਾਹ ਜੀ ਦੇ ਅੱਗੇ ਵਰਤ ਕੀ ਰੱਖਣਾ ਹੈ? ਮਹਾਰਾਜ ਦੇ ਉਪਦੇਸ਼ ਦੇ ਮੁਤਾਬਕ ਵਰਤਣਾ, ਆਪਣੀ ਜ਼ਿੰਦਗੀ ਦੇ ਵਿੱਚ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਮੁਤਾਬਕ ਜੀਣਾ। ਤੇ ਨਿਯਮ ਕੀ ਰੱਖਦੇ ਹਨ? ਮਹਾਰਾਜ ਕੋ ਸਦਾ ਹੀ ਭੈ ਡਰ ਬਣਾ ਕੇ ਰੱਖਣਾ, ਮਹਾਰਾਜ ਦੇ ਹਜੂਰ ਆ ਕੇ ਸਦਾ ਹੱਥ ਜੋੜ ਕੇ ਰੱਖਣੇ। ਇਹ ਐਸੇ ਜਿਹੜੇ ਗੁਰੂ ਕੇ ਪਿਆਰੇ ਹਨ
ਤੇ ਰਸਾਤਲ ਰਸਾਂ ਕਸਾਂ ਨੂੰ ਉਹ ਤਲ ਨਾਸ਼ ਕਰਕੇ ਤੇ ਫਿਰ ਉਹ ਬ੍ਰਹਮ ਗਿਆਨ ਦੀ ਅਵਸਥਾ ਨੂੰ ਜਾਹੇ ਪ੍ਰਾਪਤ ਹੁੰਦੇ ਹਨ। ਤੋ ਐਸਾ ਸਤਿਗੁਰੂ ਜੀ ਦਾ ਉਪਦੇਸ਼ ਆਪ ਜੀ ਨੇ ਸਰਵਣ ਕੀਤਾ ਹੈ। ਬੋਲਦਿਆਂ ਹੋਇਆਂ ਅਨੇਕਾਂ ਹੀ ਭੁੱਲਾਂ ਚੁੱਕਾਂ ਦੀ ਮੁਆਫੀ ਬਖਸ਼ਣੀ, ਆਪ ਗੁਰੂ ਕੀ ਸੰਗਤ ਨੇ ਦਾਸਰੇ ਨੂੰ ਬਖਸ਼ੀਸ਼ ਕਰਨੀ, ਕਥਾ ਕਰਨ ਦੀ ਦਾਤ ਬਖਸ਼ਣੀ। ਮਹਾਰਾਜ ਕਿਰਪਾ ਕਰਨ, ਗਰੀਬ ਨਵਾਜ ਜੀ ਆਪ ਜੀ ਦਾ ਉਪਦੇਸ਼ ਹਿਰਦੇ ਵਿੱਚ ਵਸੇ। ਮਹਾਰਾਜ ਆਪ ਜੀ ਦੀ ਸ਼ਹੀਦਾਂ ਦੀ ਜੋ ਕਮਾਈ ਹੈ, ਆਪ ਜੀ ਦੇ ਪੰਥ ਦੇ ਸ਼ਹੀਦਾਂ ਦੀ ਕਮਾਈ, ਮਹਾਰਾਜ ਉਹਨਾਂ ਪੈੜਾਂ ਤੇ ਉੱਤੇ ਚੱਲਣ ਦੀ ਆਪ ਜੀ ਨੇ ਕਿਰਪਾ ਕਰਨੀ, ਬਲ ਬਖਸ਼ਣਾ, ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫੀ ਬਖਸ਼ਣੀ ਜੀ। ਕਬੀਰ ਭਾਂਗ ਮਾਛਲੀ ਸੁਰਾਪਾਨ, ਜੋ ਜੋ ਪ੍ਰਾਨੀ ਖਾਹੇ, ਤੀਰਥ ਬਰਤ ਨੇਮ ਕੀਏ, ਤੇ ਸਬੈ ਰਸਾਤਲ ਜਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ, ਹੇ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਬੇਕ। ਹੇ ਅਪਰੰਪਰ ਹਰ ਹਰੇ, ਹੈ ਭੀ ਹੋਵਨ ਹਾਰ। ਹੇ ਸੰਤ ਹੈ ਕੈ ਸਦਾ ਸੰਗ, ਨੇਦਾਰਾ ਆਧਾਰ। ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮਦਾਨ, ਰਾਖੋ ਹੀਐ ਪਰੋਏ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸਰਦਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਜੋ ਸਰਦਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ। ਤੁਮਰਾ ਅੰਤ ਊਚੇ ਤੇ ਊਚਾ ਪਗ, ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ। ਤੁਮਰੀ ਗਾਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਤੁਧ ਆਗੈ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੈ। ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਇ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ, ਘਰ ਨਉ ਨਿਧ ਆਵੈ ਧਾਏ, ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ, ਚਬਰ ਛਤਰ ਤਖਤ ਦੇ ਮਾਲਕ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਉਪਦੇਸ਼ ਜੀ ਕਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ ਹਠੀਆਂ, ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ। ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ।
ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਤਾਂ ਨਾਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਦਕੇ ਸਵਾਸਾਂ ਸੰਗ ਨਿਭਾਇਆ। ਤਿੰਨਾਂ ਸਮੂਹ ਸ਼ਹੀਦਾਂ ਦੀ ਪਵਿੱਤਰ ਘਾਲ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ। ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ। ਸ਼੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੂ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ। ਚੌਂਕੀਆਂ ਝੰਡੇ ਬੁੰਗੇ, ਜੁਗ ਜੁਗ ਅਟਲ। ਧਰਮ ਕਾ ਜੈ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ। ਸਿੱਖਾਂ ਦਾ ਮਰ ਨੀਵਾ, ਮਤ ਉੱਚੀ, ਮਤ ਪਦ ਦੇ ਰਾਖੇ ਆਪ ਵਾਹਿਗੁਰੂ।